ਵਾਹਿਗੁਰੂ ਸਾਹਿਬ ਜੀਓ ਦੋਹਰਾ। ਸ੍ਰੀ ਗੁਰ ਧਿਆਨ ਸੁਭਾਨ ਸਮ ਹਿਰਦਾ ਕਮਲ ਬਿਗਸਾਈ। ਕਵਿਤਾ ਰਚਹੁ ਜਥਾ ਮਤੀ ਕਹਉ ਕਥਾ ਸੁਖਦਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਨੂੰ ਉਤਾਰਦੇ ਹੋਏ ਕਾਮਰੂਪ ਦੇਸ਼ ਹੁੰਦੇ ਹੋਏ ਸੰਗਲਾਦੀਪ ਰਾਜੇ ਕੋਲ ਪਹੁੰਚੇ ਹਨ। ਰਾਜੇ ਨੇ ਬਹੁਤ ਪਰਖ ਲਈ ਹੈ ਔਰ ਮਹਾਰਾਜ ਨੇ ਸ਼ਬਦ ਦੁਆਰਾ ਸੰਗਤਾਂ ਨੂੰ ਜੋ ਪਹਿਲਾਂ ਮਨਮੁਖ ਸਨ ਗੁਰਮੁਖ ਬਣਾ ਕੇ ਉਪਦੇਸ਼ ਦਿੱਤਾ ਹੈ। ਸੰਸਾਰ ਨਾਸਵੰਤ ਜਣਾ ਕੇ ਵੈਰਾਗ ਪੈਦਾ ਕਰ ਦਿੱਤਾ ਮਨ ਦੇ ਅੰਦਰ। ਰਾਜਾ ਵੀ ਚੱਲ ਕੇ ਆਇਆ ਉਸ ਵਕਤ ਪੁੱਛਣ ਲੱਗਿਆ, ਤੁਹਾਡਾ ਨਾਮ ਕੀ ਹੈ, ਜਾਤੀ ਕੀ ਹੈ? ਮਹਾਰਾਜ ਕਹਿੰਦੇ, ਜਦੋਂ ਮੇਰੇ ਮਾਲਕ ਦਾ ਨਾਮ ਨਹੀਂ, ਜਾਤ ਨਹੀਂ, ਤਾਂ ਮੇਰਾ ਨਾਮ ਜਾਤ ਕੀ ਹੋ ਸਕਦਾ? ਗੁਸਾਈਂ ਤੇਰਾ ਕਹਾਂ ਨਾਮ ਕੈਸੇ ਜਾਤੀ। ਸੋ ਇਸ ਕਰਕੇ ਪਾਵਨ ਉਪਦੇਸ਼ 47ਵੇਂ ਪ੍ਰਸੰਗ ਵਿੱਚ ਬਖਸ਼ਿਸ਼ ਕਰਨ ਤੋਂ ਬਾਅਦ ਰਾਜਾ ਚਰਨੀ ਪੈ ਗਿਆ ਹੈ। ਗੁਰਾਂ ਨੇ ਬੜੀ ਭਾਰੀ ਪਰਖ ਲਈ। ਆਓ ਅੱਗੇ ਜਿਸ ਪ੍ਰਕਾਰ 48ਵੇਂ ਪ੍ਰਸੰਗ ਵਿੱਚ ਉਪਦੇਸ਼ ਮਿਲੇਗਾ। ਮਹਾਰਾਜ ਨੇ ਇੱਕ ਵਚਨ ਕੀਤਾ ਕਿ ਅਸੀਂ ਤੇਰੇ ਮਹਿਲਾਂ 'ਚ ਨਹੀਂ ਜਾਣਾ, ਪਹਿਲਾਂ ਤੂੰ ਧਰਮਸ਼ਾਲਾ ਬਣਵਾ, ਗੁਰੂਦੁਆਰਾ ਬਣਾ, ਧਰਮ ਦੀ ਜਗ੍ਹਾ ਬਣਾ, ਉੱਥੇ ਬਹਿ ਕੇ ਦੁਨੀਆ ਸਿਮਰਨ ਕਰੇ, ਪਰਮਾਤਮਾ ਦਾ ਨਾਮ ਜਪੇ, ਉੱਥੇ ਕੜਾਹ ਪ੍ਰਸ਼ਾਦ ਬਣੇ, ਉੱਥੇ ਬਾਣੀ ਦਾ ਪ੍ਰਵਾਹ ਚੱਲੇ, ਜੋ ਮਨੁੱਖ ਦੀ ਅਸਲੀ ਖੁਰਾਕ ਹੈ ਉਹਨੂੰ ਮਿਲੇ, ਫਿਰ ਅਸੀਂ ਉੱਥੇ ਆ ਸਕਦੇ ਹਾਂ। ਜਦੋਂ ਤੱਕ ਤੂੰ ਨਹੀਂ ਬਣਾਉਂਦਾ ਅਸੀਂ ਇੱਥੇ ਬਾਗ ਵਿੱਚ ਬੈਠੇ ਰਹਾਂਗੇ। ਸੋ ਐਸਾ ਹੀ ਹੋਇਆ। ਰਾਜੇ ਨੇ ਜਾ ਕੇ ਬਣਾਉਣੀ ਸ਼ੁਰੂ ਕੀਤੀ ਧਰਮਸਾਲ। ਔਰ ਸਤਿਗੁਰੂ ਮਹਾਰਾਜ ਦਾ ਅੱਗੇ ਆਓ ਪ੍ਰਸੰਗ ਸ਼੍ਰਵਣ ਕਰਦੇ ਹਾਂ, ਕਿਵੇਂ ਧਰਮਸ਼ਾਲਾ ਦੇ ਵਿੱਚ ਜਾ ਕੇ ਸੰਗਤ ਨੂੰ ਉਪਦੇਸ਼ ਕਰਦੇ ਨੇ, ਰਾਜੇ ਦੀ ਪਰਖ ਲੈਂਦੇ ਨੇ। ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਕਰੀਏ ਪਵਿੱਤਰ। ਗੱਜ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਗੁਰ ਧਿਆਨ ਸੁਭਾਨ ਸਮ ਹਿਰਦਾ ਕਮਲ ਬਿਗਸਾਈ। ਹੁਣ ਸਾਰਿਆਂ ਨਾਲੋਂ ਪਹਿਲਾਂ ਦੋਹਰਾ ਉਚਾਰਨ ਕਰਕੇ ਕਵੀ ਜੀ ਸਤਿਗੁਰੂ ਦੇ ਧਿਆਨ ਦੀ ਮਹਿਮਾ ਦੱਸਦੇ ਨੇ ਕੀ ਹੈ। ਧੰਨ ਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਧਿਆਨ ਕਰਨਾ ਹੈ, ਗੁਰੂ ਨਾਨਕ ਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਗੁਰੂ ਅੰਗਦ ਦੇਵ ਜੀ, ਸਾਰੇ ਸਤਿਗੁਰਾਂ ਦਾ ਧਿਆਨ ਦੱਸਿਆ। ਆਪਣੇ ਸਤਿਗੁਰ ਦਾ ਧਿਆਨ ਕਰਨਾ ਇਹ ਸੂਰਜ ਦੇ ਸਮਾਨ ਹੈ। ਧਿਆਨ ਜੋ ਹਿਰਦੇ ਰੂਪੀ ਕਮਲ ਫੁੱਲ ਨੂੰ ਅੰਦਰੋਂ ਖਿੜਾ ਦਿੰਦਾ ਹੈ। ਜਦੋਂ ਗੁਰਸਿੱਖ ਗੁਰੂ ਦਾ ਧਿਆਨ ਕਰਦਾ ਹੈ ਉਦੋਂ ਉਹਦਾ ਅੰਦਰਲਾ ਹਿਰਦਾ ਕਮਲ ਗੁਰੂ ਦੀ ਸਮਰੱਥਾ, ਗੁਰੂ ਦੀ ਬਖਸ਼ਿਸ਼ ਦੇਖ ਕੇ, ਉਹਨਾਂ ਦੀ ਦਿਆਲਤਾ, ਕਿਰਪਾਲਤਾ ਦੇਖ ਕੇ ਖਿੜ ਜਾਂਦਾ। ਕਵਿਤਾ ਰਚਹੁ ਜਥਾ ਮਤੀ ਕਹਉ ਕਥਾ ਸੁਖਦਾਈ। ਹੁਣ ਇਹ ਖਿੜੇ ਹਿਰਦੇ ਦੀ ਦਸ਼ਾ ਵਿੱਚ ਮੈਂ ਆਪਣੀ ਜਿਹੜੀ ਬੁੱਧੀ ਜੋ ਦਿੱਤੀ ਪ੍ਰਮਾਤਮਾ ਨੇ, ਉਹਦੇ ਅਨੁਸਾਰ ਕਵਿਤਾ ਰਚ ਕੇ ਸੁੱਖਾਂ ਦੇ ਦੇਣ ਵਾਲੀ ਕਥਾ ਜੋ ਹੈ ਬੰਦੇ ਨੂੰ ਗਿਆਨ ਦਿੰਦੀ ਹੈ, ਗਿਆਨ ਵਿੱਚ ਹੀ ਸੁੱਖ ਹੈ, ਉਹ ਕਥਾ ਮੈਂ ਕਥਨ ਕਰਦਾ ਹਾਂ। ਚੌਪਈ ਬਹੁ ਲੋਕਨ ਬੁਲਵਾਏ ਭਵਾਲਾ। ਉਸ ਵਕਤ ਭਵਾਲ ਤੋਂ ਭਾਵ ਰਾਜਾ,
ਰਾਜੇ ਨੇ ਬਹੁਤ ਸਾਰੇ ਲੋਕ ਬੁਲਾਏ। ਰਚੀ ਧਰਮਸ਼ਾਲਾ ਤਤਕਾਲਾ। ਧਰਮ ਦੀ ਜਗ੍ਹਾ ਜਿਹੜੀ ਸੀ ਗੁਰੂਦੁਆਰ, ਉਹ ਰਚਨਾ ਕੀਤਾ ਤਤਕਾਲ। ਰਾਜੇ ਲਈ ਕੋਈ ਇਹ ਖਾਸ ਗੱਲ ਨਹੀਂ ਸੀ। ਮਿਰਗਦ ਮਦ ਚੰਦਨ ਅਗਰ ਕਪੂਰਾ। ਇਸ ਤਰ੍ਹਾਂ ਜਿਵੇਂ ਮ੍ਰਿਗ ਮਦ ਹੁੰਦਾ ਕਸਤੂਰੀ, ਅਤੇ ਚੰਦਨ ਹੁੰਦਾ ਅਗਰ ਤੇ ਤਗਰ, ਅਗਰ ਚੰਦਨ, ਔਰ ਕਪੂਰ ਹੁੰਦਾ ਖੁਸ਼ਬੂ ਵਾਲਾ। ਕੀਨ ਸੋ ਲੇਪਣ ਤਾਂ ਸੋ ਰੂਰਾ। ਰਾਜੇ ਨੇ ਖੁੱਲਾ ਪੈਸਾ ਖਰਚ ਕੀਤਾ ਧਰਮਸ਼ਾਲਾ ਦੇ ਉੱਪਰ। ਉਹਦੇ ਵਿੱਚ ਲੇਪਨ ਕੀਤਾ ਇਹਨਾਂ ਚੀਜ਼ਾਂ ਦਾ, ਕਸਤੂਰੀ, ਚੰਦਨ, ਅਗਰ, ਤਗਰ, ਕਪੂਰ, ਖੁਸ਼ਬੂ ਵਾਲੀਆਂ ਸਾਰੀਆਂ ਚੀਜ਼ਾਂ ਪਾ ਕੇ ਉੱਥੇ ਫਿਰ ਇਹ ਜਿਹੜਾ ਲੇਪ ਕਰਵਾ ਦਿੱਤਾ, ਕਿਉਂਕਿ ਇਹਦੇ ਵਿੱਚੋਂ ਹਰ ਵਕਤ ਹੀ ਫਿਰ ਸੋਹਣੀ ਸੁੰਦਰ ਖੁਸ਼ਬੂ ਆਉਂਦੀ ਹੈ। ਬਹੁਤ ਸੁੰਦਰ ਤੇ ਦਰ ਬਨਵਾਏ। ਬਹੁਤ ਸੁੰਦਰ ਉਹਦੇ ਜਿਹੜੇ ਦਰ ਸੀ, ਦਰਵਾਜ਼ੇ, ਉਹ ਬਣਾਉਣਾ ਕੀਤੇ ਹਨ। ਭਾਂਤ ਅਨੇਕ ਵਿਛਾਉਣਾ ਛਾਏ। ਅਨੇਕ ਤਰ੍ਹਾਂ ਦੇ ਜਿਹੜੇ ਵਿਛਾਉਣੇ ਸੀ ਉਹ ਵਿਛਾਉਣਾ ਕੀਤੇ ਥੱਲੇ। ਸਰਬ ਗੁਲਾਬ ਕੀਨ ਛਿੜਕਾਵਾ। ਸਾਰਿਆਂ ਦੇ ਉੱਤੇ ਜਿਹੜਾ ਰੂਹ ਕਿਉੜਾ ਸੀ ਬੜਾ ਵਧੀਆ ਛਿੜਕਿਆ। ਬਹੁਤ ਸੁਗੰਧ ਜਾਂ ਮਹਿ ਮਹਿਕਾਵਾ। ਜਿਹਦੇ ਵਿੱਚ ਬਹੁਤ ਸੁੰਦਰ ਖੁਸ਼ਬੂ ਆ ਰਹੀ ਸੀ। ਇਹ ਇੱਕ ਦੱਸਣ ਦਾ ਹੀ ਕਥਾ ਦਾ ਮਤਲਬ ਹੁੰਦਾ ਕਿ ਕੀ ਗੁਰੂ ਘਰ ਬਣਾਉਣਾ, ਖੁਸ਼ਬੂ ਸੁੰਦਰ ਆਉਣੀ ਚਾਹੀਦੀ ਹੈ। ਮਹਾਰਾਜ ਦਾ ਪ੍ਰਕਾਸ਼, ਸੁੰਦਰ ਖੁਸ਼ਬੂ, ਅੱਛਾ ਵਸਤਰ ਵਿਛਾਉਣਾ, ਇਸ ਤਰ੍ਹਾਂ ਦੇ ਸੁੰਦਰ ਸਥਾਨ ਤਿਆਰ ਹੋਏ ਨੇ। ਤਾਂ ਮੈਂ ਇੱਕ ਪ੍ਰਿਅੰਕ ਡਸਾਇਓ। ਉਹਦੇ ਵਿੱਚ ਇੱਕ ਬੜਾ ਸੁੰਦਰ ਪਲੰਘ ਡਸਾਉਣਾ ਕੀਤਾ ਗੁਰਾਂ ਲਈ। ਉੱਪਰ ਰੁਚਰ ਵਿਛਾਉਣ ਵਿਛਾਇਓ। ਉਹਦੇ ਉੱਪਰ ਫਿਰ ਬੜਾ ਸੁੰਦਰ ਵਿਛਾਉਣਾ ਵਿਛਾ ਦਿੱਤਾ, ਵਿਛਾਈ ਕੀਤੀ ਹੈ। 8 ਪ੍ਰਕਾਰ ਕੀ ਰਚਨਾ ਕਰਕੇ। ਇਸ ਤਰੀਕੇ ਦੀ ਸੁੰਦਰ ਰਚਨਾ ਕਰਕੇ ਗਮਨਿਓ ਭੂਪ ਭਾਉ ਔਰ ਧਰ ਕੇ। ਰਾਜਾ ਮਨ ਦੇ ਅੰਦਰ ਭਾਵ ਕਰਕੇ, ਪ੍ਰੇਮ ਕਰਕੇ ਗਿਆ। ਜਾਵੇ ਆਵਾ ਉਪਵਨ ਕੇ ਮਾਹੀ। ਜਦੋਂ ਉਸ ਸੁੰਦਰ ਬਗੀਚੇ ਵਿੱਚ ਆਇਆ ਜੋ ਗੁਰੂ ਨਾਨਕ ਦੇਵ ਦੀ ਕਿਰਪਾ ਨਾਲ ਹਰਾ ਭਰਾ ਹੋ ਗਿਆ ਸੀ। ਸ੍ਰੀ ਨਾਨਕ ਤਹ ਦੇਖੇ ਨਾਹੀ। ਤੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਨਹੀਂ ਹਨ ਬਗੀਚੇ ਵਿੱਚ। ਸਤਿਗੁਰੂ ਜੀ ਕਿਧਰੇ ਚਲੇ ਗਏ ਜਾਣੋ। ਪਰਖਨ ਭਾਉ ਭੂਪ ਗਤ ਦਾਨਾ। ਹੁਣ ਰਾਜੇ ਦੇ ਪ੍ਰੇਮ ਨੂੰ ਗੁਰੂ ਨਾਨਕ ਦੇਵ ਜੀ ਨੇ ਵੀ ਪਰਖਣਾ ਸੀ ਕਿ ਰਾਜੇ ਦਾ ਕਿੰਨਾ ਕੁ ਪਿਆਰ ਹੈ। ਭਏ ਕਾਲ ਤੇ ਅੰਤਰ ਧਿਆਨਾ। ਗੁਰੂ ਨਾਨਕ ਦੇਵ ਜੀ ਉਸ ਵਕਤ ਅੰਤਰ ਧਿਆਨ ਹੁੰਦਾ ਗੁਪਤ ਹੋ ਗਏ। ਬਿਨਾ ਬਿਲੋਕੇ ਬਿਹ ਬਿਲ ਰਾਓ। ਰਾਜੇ ਨੇ ਦੇਖਿਆ ਜਦੋਂ ਗੁਰੂ ਨਾਨਕ ਦੇਵ ਜੀ ਦੇਖ ਹੀ ਨਹੀਂ ਰਹੇ, ਉਸ ਵਕਤ ਉਹ ਬਹੁਤਾ ਜ਼ਿਆਦਾ ਬੇਵਲ ਹੋ ਗਿਆ। ਧਰਨ ਗਿਰਿਓ ਤਨ ਸੁਧ ਨਹਿ ਕਾਉ। ਰਾਜਾ ਇੱਕਦਮ ਮਨ ਨੂੰ ਇੰਨਾ ਝਟਕਾ ਲੱਗਿਆ, ਬੇਹੋਸ਼ ਹੋ ਕੇ ਧਰਤੀ ਤੇ ਡਿੱਗਿਆ। ਲਗੀ ਮਿਰਤ ਕਾ ਅੰਗਨ ਮਾਹੀ। ਸੋ ਅੰਗਾਂ ਵਿੱਚ ਜਿਹੜੀ ਸੀ ਉਹ ਮਿੱਟੀ ਲੱਗ ਗਈ, ਮੁੱਖ ਤੇ ਮਿੱਟੀ ਹੋਰ ਅੰਗਾਂ ਨੂੰ। ਦੀਨ ਉਚਾਏ ਸੇਵਕਨ ਤਾਹੀ। ਉਸ ਵਕਤ ਸੇਵਕਾਂ ਨੇ ਰਾਜੇ ਨੂੰ ਚੁੱਕਿਆ। ਔਠ ਅੰਗ ਕਰ ਪੌਣ ਚੁਲਾਈ। ਉਹਦੇ ਅੰਗਾਂ ਨੂੰ ਪੂੰਝਿਆ, ਫਿਰ ਪੱਖਾ ਕੀਤਾ। ਚੇਤਨਤਾ ਭੂਪਤ ਤਨ ਆਈ। ਰਾਜੇ ਦੇ ਸਰੀਰ ਵਿੱਚ ਉਹ ਸੁੱਧ ਹੋ ਆਈ। ਬੋਲਿਓ ਬਾਣੀ ਹੋਏ ਸੋਕਾ। ਸਹਿਤ ਸੋਗਦੇ ਹੋ ਕੇ ਉਦਾਸੀ ਨਾਲ ਬਾਣੀ ਬਚਨ ਬੋਲੇ। ਕਿਤਕੇ ਸ੍ਰੀ ਨਾਨਕ ਸੁਖ ਓਕਾ। ਸੁਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਕਿੱਧਰ ਚਲੇ ਗਏ। ਜਿਨਕੇ ਦਰਸ਼ਨ ਤੀਨੋਂ ਤਾਪਾ। ਜਿਨ੍ਹਾਂ ਦੇ ਦਰਸ਼ਨ ਨਾਲ ਤਿੰਨੇ ਤਾਪ। ਤਨਕ ਬਲੋਕਤ ਹੋਵਤ ਖਾਪਾ। ਤਨਕ ਮਾਤਰ ਵੀ ਉਹਨਾਂ ਦੇ ਦਰਸ਼ਨ ਕਰਨ ਨਾਲ ਤਿੰਨੇ ਤਾਪ ਖਤਮ ਹੋ ਜਾਂਦੇ। ਉਹ ਗੁਰੂ ਨਾਨਕ ਦੇਵ ਜੀ ਕਿੱਧਰ ਚਲੇ ਗਏ। ਕਿਤਕ ਦਿਵਸ ਕੀ ਲਗੀ ਉਡੀਕਾ। ਕਿੰਨੇ ਕੁ ਦਿਨ ਦੀ ਉਡੀਕ ਲੱਗੀ ਹੋਈ ਸੀ। ਅਬ ਪ੍ਰਾਪਤ ਭਾ ਸੁਖ ਮਮ ਜੀਕਾ। ਕਹਿੰਦੇ ਹੁਣ ਮੈਨੂੰ ਮਸਾਂ ਹੀ ਸੁੱਖ ਮਿਲਿਆ ਸੀ ਉਹਨਾਂ ਦੇ ਆਉਣ ਦਾ। ਮੰਦ ਭਾਗ ਪਾ ਮੋਰ ਮਹਾਨਾ। ਇਹ ਤਾਂ ਮੇਰਾ ਬਹੁਤਾ ਬੜਾ ਹੀ ਮੰਦਾ ਭਾਗ ਹੈ। ਗੁਰੂ ਨਾਨਕ ਦੇਵ ਜੀ ਛੱਡ ਕੇ ਚਲੇ ਗਏ ਸਾਨੂੰ। ਭਏ ਸ਼ਬਦ ਹੀ ਅੰਤਰ ਧਿਆਨਾ। ਉਹ ਸ਼ਬਦ ਹੀ ਅੰਤਰ ਧਿਆਨਾ, ਇੱਕਦਮ ਹੀ ਛੇਤੀ ਅੰਤਰ ਧਿਆਨ ਹੋ ਗਏ। ਅਸ ਕਹਿ ਕਾਨਨ ਕੀ ਦਿਸ ਦੌਰਾ। ਇਉਂ ਕਹਿ ਕੇ ਜਿਵੇਂ ਰਾਜਾ ਬਾਵਲਾ ਹੋ ਗਿਆ ਤੇ ਜੰਗਲ ਵੱਲ ਦੌੜ
ਗਿਆ। ਪ੍ਰੇਮ ਪ੍ਰਬਲ ਨੇ ਕੀਨੋ ਬਉਰਾ, ਬਹੁਤ ਪ੍ਰਬਲ ਪ੍ਰੇਮ ਨੇ ਰਾਜੇ ਨੂੰ ਮਨ ਬੌਲਾ ਕਰ ਦਿੱਤਾ। ਆਰਤ ਹੋਏ ਪੁਕਾਰਤ ਭਾਰੀ, ਦੁਖੀ ਹੋ ਕੇ ਬੜਾ ਭਾਰੀ ਪੁਕਾਰ ਕਰਦਾ ਹੈ। ਪ੍ਰਾਨਨਾਥ ਮਿਲੀਏ ਇੱਕ ਵਾਰੀ, ਉੱਚੀ ਉੱਚੀ ਜੰਗਲਾਂ ਵਿੱਚ ਆਵਾਜ਼ ਮਾਰਦਾ, ਹੇ ਪ੍ਰਾਣਨਾਥ, ਹੇ ਗੁਰੂ ਨਾਨਕ ਦੇਵ ਜੀ, ਹੇ ਮਹਾਰਾਜ, ਇੱਕ ਵਾਰ ਦਰਸ਼ਨ ਦੇ ਦਿਓ ਜੀ। ਦੌਰ ਦੌਰ ਸੁਧ ਹੇਤ ਮੁਕੰਦਾ, ਸੋ ਦੌੜ ਦੌੜ ਕੇ ਇੱਧਰ ਉੱਧਰ ਦੇਖਦਾ ਮੁਕਤੀ ਦਾਤੇ ਨੂੰ, ਉਹਨਾਂ ਦੀ ਖਬਰ ਲੈਂਦਾ, ਕਿੱਧਰ ਗਏ ਗੁਰੂ ਨਾਨਕ ਜੀ। ਪੂਜਿਤ ਬਿਟਪ ਵਿਹੰਗਨ ਵਰਿੰਦਾ, ਜਾ ਕੇ ਪੁੱਛਦਾ ਹੈ ਦਰਖਤਾਂ ਨੂੰ, ਪੰਛੀਆਂ ਨੂੰ, ਸਾਰਿਆਂ ਨੂੰ ਪੁੱਛਦਾ, ਤੂੰ ਗੁਰੂ ਨਾਨਕ ਦੇਵ ਜੀ ਦੇਖੇ? ਤੂੰ ਦੇਖੇ ਕਿਤੇ ਗੁਰੂ ਨਾਨਕ ਦੇਵ ਜੀ? ਇਉਂ ਮਸਤਾਨਿਆਂ ਵਾਲੀ ਹਾਲਤ ਹੋ ਗਈ। ਗਿਰਵਰ ਸਰਵਰ ਹਵੈ ਕਰ ਤੀਰਾ, ਉਸ ਵਕਤ ਪਹਾੜਾਂ ਦੇ ਕੋਲੇ ਸਰੋਵਰਾਂ ਦੇ ਕਿਨਾਰੇ ਤੇ ਖੜ ਕੇ ਜਾ ਜਾ ਕੇ ਪੁੱਛਦਾ, ਤੁਮ ਦੇਖਿਓ ਕਿਤ ਗੁਨੀ ਗਹੀਰਾ, ਬਈ ਸਰੋਵਰ ਤੂੰ ਦੇਖਿਆ, ਇਹ ਪਹਾੜ ਤੂੰ ਦੇਖਿਆ, ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਹਨ? ਵਿਆਕੁਲ ਬਚਨ ਬੋਲਤ ਬਨ ਮਾਹੀ, ਇਸ ਤਰ੍ਹਾਂ ਦੇ ਜਿਹੜੇ ਬਹੁਤ ਭਾਰੀ ਵਿਆਕੁਲ ਹੋਇਆ ਹੋਇਆ ਬਚਨ ਜੰਗਲ ਵਿੱਚ ਬੋਲਦਾ ਹੈ। ਕੇ ਸਥਾਨ ਬਲੋਕੇ ਨਾਹੀ, ਕਿਸੇ ਵੀ ਸਥਾਨ ਤੇ ਗੁਰੂ ਨਾਨਕ ਦੇਵ ਜੀ ਨਹੀਂ ਦੇਖੇ। ਸਵੇਦ ਅੰਗ ਪੁਨ ਲੋਚਨ ਨੀਰਾ, ਔਰ ਸਾਰੇ ਪਿੰਡੇ ਦੇ ਉੱਤੇ, ਮੂੰਹ ਦੇ ਉੱਤੇ ਮੁੜਕਾ ਆ ਗਿਆ, ਅੱਖਾਂ 'ਚ ਜਲ ਜਾ ਰਿਹਾ ਹੈ। ਸਰਬ ਭੀਗ ਗਏ ਚੀਰ ਸਰੀਰਾ, ਸਰੀਰ ਦੇ ਉੱਤੇ ਜਿੰਨੇ ਬਸਤਰ ਸੀ ਉਹ ਸਾਰੇ ਹੀ ਭਿੱਜ ਗਏ। ਗਿਰਿਓ ਧਰਨ ਪਰ ਹਵੈ ਮੁਰਛਾਈ, ਬੇਹੋਸ਼ ਹੋ ਕੇ ਉਸ ਵਕਤ ਧਰਤੀ ਦੇ ਉੱਤੇ ਡਿੱਗ ਪਿਆ। ਸਭ ਪ੍ਰਗਟੇ ਸ੍ਰੀ ਗੁਰ ਜਗ ਸਾਈ, ਜਗਤ ਦੇ ਸਾਈਂ ਗੁਰੂ ਨਾਨਕ ਦੇਵ ਜੀ ਉਸ ਵਕਤ ਉਹਨੂੰ ਪਰਖ ਕੇ ਫਿਰ ਪ੍ਰਗਟ ਹੋ ਗਏ। ਮੰਦ ਮੰਦ ਕਰ ਪਵਨ ਚੁਲਾਵਾ, ਹੌਲੀ ਹੌਲੀ ਉਹਨੂੰ ਪਵਨ ਤੋਂ ਭਾਵ ਆਪਣੇ ਪਰਨੇ ਨਾਲ ਹਵਾ ਝੁਲਾ ਰਹੇ ਪੱਖੇ ਵਾਂਗੂ, ਪੌਛ ਬਦਨ ਕੋ ਨੀਰ ਚੁਵਾਵਾ, ਬਦਨ ਨੂੰ ਪੂੰਝਿਆ, ਮੁਖ ਨੂੰ ਪੂੰਝਿਆ, ਪਾਣੀ ਉਹਦੇ ਤੇ ਛਿੱਟੇ ਮਾਰੇ, ਮੂੰਹ 'ਚ ਪਾਣੀ ਪਾਇਆ। ਪੀਤਨ ਕੀ ਸਦ ਪੁਨ ਅਵਨੀਪਾ, ਰਾਜੇ ਨੂੰ ਫਿਰ ਉਸ ਵਕਤ ਹੋਸ਼ ਆ ਗਈ ਸਰੀਰ ਦੀ। ਪ੍ਰੀਤਮ ਦੇਖੇ ਖਰੇ ਸਮੀਪਾ, ਪ੍ਰੀਤਮ ਜੀ ਨੂੰ ਕੋਲ ਖੜਿਆਂ ਦੇਖਿਆ ਜਦੋਂ, ਪਾਇਨ ਪਰਿਓ ਉਤਾਇਲ ਕਰਕੈ, ਛੇਤੀ ਨਾਲ ਗੁਰੂ ਨਾਨਕ ਦੇਵ ਦੇ ਚਰਨਾਂ ਤੇ ਜਾ ਡਿੱਗਿਆ। ਮੰਗ ਆਨੰਦ ਰਹਿਓ ਘਰ ਭਰ ਕੈ, ਬਹੁਤ ਉਮਗ ਉਤਸ਼ਾਹ ਦੇ ਸਹਿਤ ਗਲ ਤਾਂ ਹੀ ਕਹਿੰਦੇ ਭਰ ਗਿਆ ਅੰਦਰੋਂ ਆਨੰਦ। ਧਰਮਸਾਲ ਮੈਂ ਸਿਰਜੀ ਸੁਆਮੀ, ਇਹ ਮਹਾਰਾਜ ਜੋ ਆਪਨੇ ਸਾਨੂੰ ਬਚਨ ਕਿਹਾ ਸੀ ਕਿ ਧਰਮਸ਼ਾਲਾ ਬਣਾਓ, ਮੈਂ ਉਹ ਸਿਰਜ ਕੇ ਬਣਾ ਕੇ ਸੁੰਦਰ ਧਰਮਸ਼ਾਲਾ ਫੇਰ ਤੁਹਾਡੇ ਕੋਲ ਆਇਆ ਹਾਂ ਜੀ। ਤੁਮ ਕਿਤ ਗਮਨੇ ਅੰਤਰ ਜਾਮੀ, ਇਹ ਅੰਤਰ ਦੇ ਜਾਣਨ ਵਾਲੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਤੁਸੀਂ ਕਿੱਧਰ ਚਲੇ ਗਏ ਸੀ? ਅਬ ਚੱਲ ਕਰੀਏ ਨਗਰ ਪਵਿੱਤਰਾ, ਹੁਣ ਆਪ ਜੀ ਕਿਰਪਾ ਕਰੋ, ਚੱਲ ਕੇ ਨਗਰ ਜਿਹੜਾ ਹੈ ਸਾਡਾ ਉਹ ਪਵਿੱਤਰ ਕਰੋ। ਵੈਸ ਰਾਜੀਏ ਭਵਨ ਬਚਿਤਰਾ, ਉਹ ਜਿਹੜੇ ਬਚਿੱਤਰ ਸੁੰਦਰ ਸੋਹਣੇ ਮੰਦਰ ਨੇ ਉਹਨਾਂ ਦੇ ਵਿੱਚ ਬੈਠ ਕੇ ਸਜੋ ਜੀ। ਬਿਨੈਸਨੀ ਸਰੋਨਨ ਸੁਨ ਬਾਨੀ, ਜਦੋਂ ਮਹਾਰਾਜ ਨੇ ਬੇਨਤੀ ਵਾਲੀ ਬਾਣੀ ਉਹਦੀ ਸੁਣੀ ਵੀ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ। ਨਿਰਪਤ ਸੰਗ ਗਵਨੀ ਗਤ ਦਾਨੀ, ਉਸ ਵਕਤ ਰਾਜੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਚਲੇ ਗਏ। ਧਰਮਸਾਲ ਮੈਂ ਰੁਚਰ ਪ੍ਰਿਯੰਕਾ, ਧਰਮਸ਼ਾਲਾ ਦੇ ਵਿੱਚ ਬੜਾ ਸੁੰਦਰ ਪਲੰਘ ਜਿੱਥੇ ਡਾਹਿਆ ਹੋਇਆ ਸੀ, ਤਹ ਬੈ ਸਾਈ ਮਦਨ ਮਯੰਕਾ, ਉੱਥੇ ਚੰਦਰਮਾ ਮੁਖ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਸ਼ੋਭਿਤ ਕੀਤਾ। ਸਗਰੇ ਨਗਰ ਵਢਾਏ ਉਠਾਹਾ, ਸਾਰੇ ਨਗਰ ਦੇ ਵਿੱਚ ਜਿਹੜਾ ਸੀ ਉਤਸ਼ਾਹ ਤੋਂ ਭਾਵ ਉਤਸ਼ਾਹ ਵੱਧ ਗਿਆ। ਦਰਸ਼ਨ ਹਿਤ ਨਰ ਨਾਰ ਉਮਾਹਾ, ਦਰਸ਼ਨਾਂ ਵਾਸਤੇ ਸੀ ਜਿਹੜੇ ਨਰ ਨਾਰ ਮਾਈ ਭਾਈ ਬੜੇ ਉਤਸ਼ਾਹ ਨਾਲ ਆਏ। ਪਾਇਨ ਨਿਕਟ ਉਪਾਇਨ ਧਰਹੀ, ਮਹਾਰਾਜ ਦੇ ਚਰਨਾਂ ਦੇ ਕੋਲ ਹੀ ਆਪੋ ਆਪਣੀ ਭੇਟਾ ਲਿਆ ਕੇ ਰੱਖਦੇ ਨੇ। ਹੱਥ ਜੋੜ ਕੇ ਬੰਦਨ ਕਰਹੀ, ਦੋਵੇਂ ਹੱਥ ਜੋੜ ਕਰਕੇ ਬੇਨਤੀਆਂ ਕਰਦੇ ਨੇ, ਮੱਥਾ ਟੇਕਦੇ ਨੇ। ਮੰਜਨ ਫੂਲਨ ਅੰਜਲ ਡਾਰ ਹੈ, ਬਹੁਤ ਹੀ ਉਸ ਵਕਤ ਲਿਆ ਕਰਕੇ ਚਿੱਟੇ ਰੰਗ ਦੇ ਸੁੰਦਰ ਸੁੰਦਰ ਫੁੱਲ ਬੁੱਕ ਭਰ ਭਰ ਕੇ ਲਿਆ ਕੇ ਚਰਨਾਂ ਤੇ ਪਾਉਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਛਿੜਕਦੇ ਨੇ। ਚਰਚਾ ਚੰਦਨ ਧੂਪ ਬਖਾਰ ਹੈ, ਚੰਦਨ ਛਿੜਕਦੇ ਨੇ ਲਿਆ ਕੇ ਤੇ ਧੂਪ ਦਿਖਾਉਂਦੇ ਹਨ। ਅਤ ਉਤਸਵ ਸੋ ਪੁਰ ਭਾ ਪੂਰਨ, ਸਾਰੇ ਸ਼ਹਿਰ ਦੇ ਵਿੱਚ ਮਾਨੋ ਗੁਰੂ ਨਾਨਕ ਦੇਵ ਜੀ ਦਾ ਇਹ ਆਉਣ ਦਾ ਜਾਣ ਕੇ ਬੜਾ ਉਤਸਵ ਮਨਾਇਆ ਗਿਆ, ਖੁਸ਼ੀਆਂ ਮਨਾਈਆਂ ਗਈਆਂ। ਕੀਰਤ ਪਸਰੀ ਪਾਵਨ ਰੂਰਨ, ਸਾਰੇ ਸ਼ਹਿਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਸੁੰਦਰ ਮਹਿਮਾ ਫੈਲ ਗਈ। ਚੰਦ ਕਲਾਲੀ ਰਾਨੀ ਸੰਗਾ, ਇਹ ਰਾਜੇ ਦੀ ਰਾਣੀ ਦਾ ਨਾਮ ਸੀਗਾ
ਚੰਦ ਕਲਾ, ਇਹ ਚੰਦ ਕਲਾ ਨੂੰ ਵੀ ਆਪਣੇ ਨਾਲ ਲੈ ਕੇ ਆਇਆ। ਆਵਾ ਭੂਵਤ ਹਿਰਦੇ ਉਮੰਗਾ, ਬਹੁਤ ਉਤਸ਼ਾਹ ਦੇ ਨਾਲ ਰਾਜਾ ਰਾਣੀ ਨੂੰ ਲੈ ਕੇ ਆਇਆ। ਪੂਜਾ ਕੀਨ ਖੋੜਸ ਪ੍ਰਕਾਰਾ, 16 ਪ੍ਰਕਾਰ ਦੇ ਨਾਲ ਸੁੰਦਰ ਜਿਹੜੀ ਪੂਜਾ ਉਸ ਵਕਤ ਕੀਤੀ ਲਿਆ ਕਰਕੇ। ਕੰਚਨ ਥਾਰ ਹਾਥ ਨਿਜ ਧਾਰਾ, ਉਸ ਵਕਤ ਸੋਨੇ ਦਾ ਥਾਲ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ। ਵਾਰ ਚੌਮੁਖੇ ਤਾਂ ਮਹਿ ਦੀਪਾ, ਉਹਦੇ ਵਿੱਚ ਚੌਮੁਖੀ ਦੀਵੇ ਜਿਹਦੇ ਚਾਰੇ ਪਾਸੇ ਬੱਤੀ ਬਲਦੀ ਹੁੰਦੀ ਹੈ, ਉਹ ਬਾਲ ਕੇ ਲਿਆਇਆ। ਕਰੀ ਆਰਤੀ ਪੁਨ ਅਵਨੀਪਾ, ਰਾਜੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਆਰਤੀ ਕੀਤੀ। ਜੈ ਜੈ ਧੁਨ ਧਰਮਸ਼ਾਲਾ ਪੂਰੀ, ਸਾਰੀ ਧਰਮਸ਼ਾਲਾ ਦੇ ਵਿੱਚ ਜੈ ਗੁਰੂ ਨਾਨਕ, ਜੈ ਗੁਰੂ ਨਾਨਕ, ਜੈ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਚਾਰੇ ਪਾਸਿਓਂ ਉੱਚੀ ਆਵਾਜ਼ ਆ ਰਹੀ ਸੀ। ਹੋਏ ਦੀਨ ਬਿਨਤੀ ਕਹਿ ਹੁਰੂਰੀ, ਬੇਨਤੀ ਕਰਦੇ ਨੇ ਬੜੀ ਸੁੰਦਰ, ਬਹੁਤ ਹੀ ਦੀਨ ਹੋ ਕੇ ਗਰੀਬੀ ਨਾਲ। ਪੋਪਰਾ ਮੁਝੇ ਸਨਾਥ ਕਰੀਜੈ, ਇਹ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਸਨਾਥ ਕਰ ਲਓ, ਸਹਿਤ ਮਾਲਕ ਦੇ ਭਾਵ ਗੁਰੂ ਵਾਲਾ ਬਣਾ ਲਓ। ਚਰਨ ਸਰਨ ਕੋ ਪਰਨਾ ਦੀਜੈ, ਮੈਂ ਤੁਹਾਡੇ ਚਰਨਾਂ ਦੇ ਵਿੱਚ ਸ਼ਰਨਾਂ ਵਿੱਚ ਆਇਆ ਹਾਂ, ਆਪ ਕਿਰਪਾ ਕਰਕੇ ਮੈਨੂੰ ਪਰਨਾ ਹੁੰਦਾ ਆਸਰਾ ਬਖਸ਼ੋ। ਕਰੋ ਆਪਨੋ ਬਰ ਉਪਦੇਸ਼ੋ, ਮੈਨੂੰ ਹੁਣ ਆਪਣਾ ਕਿਰਪਾ ਕਰਕੇ ਜਿਹੜਾ ਸੁੰਦਰ ਉਪਦੇਸ਼ ਹੈ, ਜਿਹਦੇ ਨਾਲ ਮਨੁੱਖਾ ਜਨਮ ਸਫਲਾ ਹੋ ਜੇ, ਬੰਦਾ ਤਰ ਜਾਂਦਾ, ਉਹ ਉਪਦੇਸ਼ ਬਖਸ਼ੋ। ਜੇਤੇ ਮਿਟ ਹੈ ਜਗਤ ਕਲੇਛੋ, ਜਿਹਦੇ ਕਰਕੇ ਜੱਗ ਦੇ ਸਾਰੇ ਕਲੇਸ਼ ਨੇ ਜਿਹੜੇ ਇਹ ਮਿਟ ਜਾਣ। ਸਰਬ ਦੇਸ਼ ਕੋ ਕਰੋ ਕਿਰਤਾਰਥ, ਸਾਡੇ ਦੇਸ਼ ਨੂੰ ਵੀ ਕਿਰਤਾਰਥ ਕਰੋ, ਸਾਡੇ ਦੇਸ਼ ਉੱਤੇ ਕਿਰਪਾ ਕਰੋ। ਸੋ ਇਸ ਤਰ੍ਹਾਂ ਪੂਰਨ ਬ੍ਰਹਮ ਗਿਆਨੀ ਹੋਣ, ਮਹਾਂਪੁਰਖ ਹੋਣ, ਜਾਂ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਜਿਵੇਂ ਬੇਨਤੀ ਕਰਦਾ, ਜਾਂ ਮਹਾਤਮਾ ਦੇ ਅੱਗੇ ਬੇਨਤੀ ਕਰਨੀ ਚਾਹੀਦੀ, ਤਰੀਕਾ ਦੱਸਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਆ ਕਿ ਸਾਡੇ ਦੇਸ਼ ਵਿੱਚ ਸ਼ਾਂਤੀ ਹੋਵੇ, ਸਾਡੇ ਦੇਸ਼ ਵਿੱਚ ਲੋਕੀ ਇਤਫਾਕ ਨਾਲ ਰਹਿਣ, ਪ੍ਰੇਮ ਨਾਲ ਰਹਿਣ। ਉਹ ਇਸ ਤਰ੍ਹਾਂ ਜੇ ਪਾਠ ਪੂਜਾ ਕਰਕੇ ਜੇ ਬੇਨਤੀਆਂ ਕਰੀਏ ਅਕਾਲ ਪੁਰਖ ਦੇ ਚਰਨਾਂ 'ਚ, ਇਹ ਰਾਜਾ ਬਹੁਤ ਸਿਆਣਾ, ਇਹਨੇ ਆਪ ਵੀ ਧਰਮ ਨੂੰ ਧਾਰਿਆ ਅਤੇ ਫਿਰ ਇਹ ਵੀ ਮੰਗਦਾ ਕਿ ਮੇਰੇ ਦੇਸ਼ ਦੀ ਤਰੱਕੀ ਹੋਵੇ, ਸਾਡੇ ਦੇਸ਼ ਵਿੱਚ ਸ਼ਾਂਤੀ ਹੋਵੇ, ਸਾਡੇ ਦੇਸ਼ ਦੇ ਲੋਕ ਧਾਰਮਿਕ ਹੋਣ, ਮਾੜੇ ਕੰਮਾਂ ਤੋਂ ਬਚਣ। ਇਸ ਤਰ੍ਹਾਂ ਕਥਾ ਵਿੱਚੋਂ ਜਿਹੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ, ਇਸ ਤਰ੍ਹਾਂ ਹੀ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰੇ। ਤੂੰ ਬਚਨਨ ਮਹਿ ਚਤੁਰ ਪਦਾਰਥ, ਇਸ ਕਰਕੇ ਆਪ ਜੀ ਸਾਡੇ ਉੱਤੇ ਕਿਰਪਾ ਕਰੋ, ਜੋ ਸਾਨੂੰ ਆਪ ਦੇ ਬਚਨਾਂ ਨਾਲ ਜਿਹੜੇ ਨਾ ਚਾਰੇ ਪਦਾਰਥ ਮਿਲ ਜਾਂਦੇ ਹਨ। ਮਨ ਕੋ ਰੋਕਨ ਨਿਰਮਲ ਕਰਨੋ, ਸੋ ਇਸ ਪ੍ਰਕਾਰ ਬੇਨਤੀ ਸੁਣ ਕੇ ਉਹਨਾਂ ਦੀ ਦਿਆਲ ਸਤਿਗੁਰੂ ਮਹਾਰਾਜ ਨੇ ਆਪਣਾ ਬਿਰਦ ਸੰਭਾਲਦਿਆਂ ਬੋਲੇ ਕਿ ਸਾਰਿਆਂ ਨਾਲੋਂ ਪਹਿਲਾਂ ਜਿਹੜੀ ਸੰਗਤ ਇਹ ਕੰਮ ਕਰੇ, ਮਨ ਕੋ ਰੋਕਨ ਨਿਰਮਲ ਕਰਨੋ। ਪਹਿਲਾਂ ਚਾਹੀਦਾ ਕਿ ਮਨ ਨੂੰ ਆਪਣੇ ਨੂੰ ਬਾਹਰ ਜਾਂਦੇ ਨੂੰ ਰੋਕ ਕੇ ਇਹਨੂੰ ਨਿਰਮਲ ਕਰਨਾ। ਇਹ ਸਿੱਖੀ ਦਾ ਉਪਦੇਸ਼ ਹੈ। ਗੁਰੂ ਨਾਨਕ ਸਾਹਿਬ ਆਪ ਕਹਿ ਰਹੇ ਨੇ ਕਿ ਮਨ ਉੱਤੇ ਕੰਟਰੋਲ ਕਰੋ। ਜਦ ਤੱਕ ਮਨ ਨੂੰ ਕਾਬੂ ਨਹੀਂ ਕਰਦੇ, ਉਦੋਂ ਤੱਕ ਕੋਈ ਗੱਲ ਨਹੀਂ ਬਣਦੀ। ਮਨ ਨੂੰ ਰੋਕਣ ਦਾ ਅਭਿਆਸ ਬਹਿ ਕੇ ਕਰੀਦਾ, ਹੌਲੀ ਹੌਲੀ ਅਭਿਆਸ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਇੱਕ ਦਿਨ ਮਨ ਟਿਕ ਜਾਂਦਾ। ਬਸ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਜਦੋਂ ਮਨ ਫਿਰ ਜਿੰਨੇ ਦੇਰ ਬਾਹਰ ਭਟਕਦਾ, ਉਨੀ ਚਿਰ ਮੈਲਾ ਰਹਿੰਦਾ। ਜਦੋਂ ਜਦੋਂ ਮਨ ਸਾਡਾ ਰੁਕਣਾ ਸ਼ੁਰੂ ਹੋ ਜਾਂਦਾ ਹੈ, ਉਦੋਂ ਉਦੋਂ ਮਨ ਨੂੰ ਮੈਲ ਘਟਦੀ ਜਾਂਦੀ ਤੇ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ ਮਨ। ਉਦੋਂ ਮਨ ਦੀ ਮੈਲ ਉਤਰ ਜਾਂਦੀ ਹੈ। ਯਹੀ ਅਭਾਵ ਕਲੇਸ਼ਨ ਹਰਨੋ, ਇਹ ਜਿਹੜਾ ਉਪਾਅ ਹੈ ਨਾ ਰਾਜਾ, ਕਲੇਸ਼ ਦੂਰ ਕਰਦਾ। ਪਰਜਾ ਸਾਰੀ ਜੇ 1 ਘੰਟਾ ਤੇਰੀ ਬੈਠ ਕੇ ਸਿਮਰਨ ਕਰੇ, 2 ਘੰਟੇ ਕਰੇ, ਕੋਈ 3 ਘੰਟੇ ਕਰੇ, ਕੋਈ ਮਨ ਨੂੰ ਰੋਕੇ ਸਿਮਰਨ ਕਰੇ, ਭਗਤੀ ਕਰੇ, ਬੰਦੇ ਦੇ ਮਨ ਦੇ ਕਲੇਸ਼ ਘਟ ਜਾਂਦੇ। ਸਿਮਰਨ ਨਾਲ, ਇਕਾਗਰਤਾ ਨਾਲ ਨਿਰਮਲਤਾ ਹੋ ਜਾਂਦੀ ਹੈ। ਜਦੋਂ ਕਲੇਸ਼ ਪੈਦਾ ਹੁੰਦਾ ਘਰ ਦੇ ਵਿੱਚ, ਤਾਂ ਉਹ ਪਹਿਲਾਂ ਮਨਾਂ ਵਿੱਚ ਕਲੇਸ਼ ਪੈਦਾ ਹੁੰਦਾ। ਪਹਿਲਾਂ ਉਹਦਾ ਧੂੰਆਂ ਜਿਹਾ ਨਿਕਲਦਾ ਕਲੇਸ਼ ਦਾ, ਜਿਵੇਂ ਅੱਗ ਦੇ ਵਿੱਚੋਂ ਕਿਤੇ ਅੱਗ ਲੱਗਣੀ ਹੁੰਦੀ, ਪਹਿਲਾਂ ਧੂੰਆਂ ਜਿਹਾ ਨਿਕਲਿਆ, ਹੌਲੀ ਹੌਲੀ ਉਹ ਅੱਗ ਵੱਧ ਜਾਂਦੀ। ਇਸ ਤਰ੍ਹਾਂ ਚਾਹੀਦਾ ਕਿ ਪਹਿਲਾਂ ਸਾਰੇ ਲੋਕ ਸਿਮਰਨ ਕਰਨ ਲੱਗ ਜਾਣ, ਮਨ ਦੀ ਇਕਾਗਰਤਾ ਕਰਨ। ਵਿਦਿਆ, ਸਮਤਾ, ਅਭਿਨਿਵੇਸ਼, ਰਾਗ ਤੇ ਦਵੈਸ਼, ਇਹ 5 ਕਲੇਸ਼ ਨੇ।
ਇਹ 5 ਕਲੇਸ਼ ਜਦੋਂ ਬੰਦੇ ਦੇ ਮਨ ਚੋਂ ਹੀ ਨਿਕਲ ਗਏ ਤਾਂ ਆਪਸੀ ਪਹਿਲਾਂ ਪਤੀ ਪਤਨੀ ਦਾ ਝਗੜਾ ਇੱਥੋਂ ਖੜਾ ਹੁੰਦਾ, ਭਰਾਵਾਂ ਭਰਾਵਾਂ ਦਾ ਝਗੜਾ ਇੱਥੋਂ ਖੜਾ ਹੁੰਦਾ, ਪਰਿਵਾਰਾਂ ਦੇ ਝਗੜੇ ਇੱਥੋਂ ਖੜੇ ਹੁੰਦੇ ਨੇ, ਫਿਰ ਗੁਆਂਢੀਆਂ ਦੇ ਝਗੜੇ ਇੱਥੋਂ ਖੜੇ ਹੁੰਦੇ ਨੇ, ਫਿਰ ਮੁਹੱਲਿਆਂ ਦੇ ਝਗੜੇ, ਫਿਰ ਪਿੰਡਾਂ ਦੇ ਝਗੜੇ, ਸ਼ਹਿਰਾਂ ਦੇ ਝਗੜੇ, ਹੌਲੀ ਹੌਲੀ ਸਟੇਟਾਂ ਦੇ ਝਗੜੇ, ਦੇਸ਼ਾਂ ਦੇ ਝਗੜੇ, ਵਿਸ਼ਵ ਦਾ ਝਗੜਾ, ਥੱਲਿਓਂ ਲੈ ਕੇ ਝਗੜਾ ਚੱਲਿਆ। ਜੰਗਲ ਵਿੱਚ ਕੋਈ ਬੰਦਾ ਇੱਕ ਤੀਲੀ ਸਿਰ ਦੇ ਨਾ ਮਾੜੀ ਜੀ, ਸਾਰਾ ਜੰਗਲ ਸੜ ਕੇ ਸਵਾਹ ਹੋ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਵੱਡੀ ਇੱਕ ਨੀਤੀ ਦੇ ਰਹੇ ਸਾਰੇ ਦੇਸ਼ਾਂ ਨੂੰ, ਬਈ ਜਿਹੜਾ ਪਹਿਲਾਂ ਇਕਾਗਰਤਾ ਨਾ ਮਨ ਦੀ, ਇਹ ਸਾਰਿਆਂ ਲਈ ਬੜੀ ਜ਼ਰੂਰੀ ਹੈ। ਜੇ ਸਾਰੇ ਦੇਸ਼ਾਂ ਵਿੱਚ ਸਾਰੇ ਬੰਦੇ ਸਿਮਰਨ ਕਰਨ ਲੱਗ ਜਾਣ, ਘੰਟਾ ਰੋਜ਼ ਮਨ ਦੀ ਇਕਾਗਰਤਾ ਕਰਨ, ਟਿਕਾਓ ਕਰਨ, ਸਿਮਰਨ ਕਰਨ, ਮਨ ਨੂੰ ਨਿਰਮਲ ਕਰਨ, ਆਪਣੇ ਆਪ ਹੀ ਸਾਰੇ ਥਾਂ ਟਿਕਾ ਹੋ ਜਾਵੇ। ਹਰੇਕ ਬੰਦੇ ਦਾ ਮਨ ਭਟਕਿਆ ਹੋਇਆ, ਅਸ਼ਾਂਤ ਹੈ, ਦੂਜੇ ਨੂੰ ਇੱਕਦਮ ਵੱਢ ਖਾਣੇ ਵਾਂਗੂ ਪੈਣਾ, ਝਗੜਨਾ, ਬਿਨਾਂ ਗੱਲ ਤੋਂ ਹੀ ਗੁੱਸਾ ਆਉਣਾ, ਲੜਾਈ ਨੂੰ ਜੀ ਕਰਨਾ, ਕਿਉਂਕਿ ਉਹ ਕਿਸੇ ਪਾਸੇ ਉਹਨਾਂ ਨੂੰ ਠੋਸ ਪ੍ਰੋਗਰਾਮ ਕਿਸੇ ਨੇ ਦਿੱਤਾ ਹੀ ਨਹੀਂ, ਠੋਸ ਪ੍ਰੋਗਰਾਮ ਕਿਸੇ ਕੋਲ ਹੈ ਹੀ ਨਹੀਂ। ਮਨ ਦੀ ਇਕਾਗਰਤਾ ਰੂਪੀ ਜਿਹੜੀ ਚੀਜ਼ ਸੀ ਇਹਨੂੰ ਬਿਲਕੁਲ ਤੁੱਛ ਸਮਝ ਲਿਆ ਅਤੇ ਖਾਣੇ ਪੀਣੇ ਪਹਿਰਨੇ ਭੋਗਣੇ ਨੂੰ ਵੱਡਾ ਸਮਝ ਲਿਆ। ਇਸੇ ਪਿੱਛੇ ਹੀ ਫਿਰ ਜਰ ਜੋਰੂ ਜ਼ਮੀਨ ਪਿੱਛੇ ਲੜਾਈਆਂ ਹੋਈਆਂ। ਜੇ ਮਨ ਟਿਕਿਆ ਹੋਵੇ, ਬੰਦਾ ਤਿਆਗੀ ਵਿਰਾਗੀ ਹੋ ਜੇ ਤਾਂ ਉਹਦੇ ਨਾਲ ਹੀ ਤਰੱਕੀ ਹੁੰਦੀ। ਅਸਲ ਵਿੱਚ ਤਿਆਗ ਵਿੱਚ ਤਰੱਕੀ ਹੈ, ਵਿਰਾਗ ਵਿੱਚ ਤਰੱਕੀ ਹੈ, ਭਜਨ ਸਿਮਰਨ ਵਿੱਚ ਤਰੱਕੀ ਹੈ। ਜਦੋਂ ਤੱਕ ਬੰਦੇ ਦੀ ਪਕੜ ਹੈ ਚੀਜ਼ਾਂ ਨਾਲ ਕਿਸੇ ਵੀ ਥਾਂ ਤੇ, ਉਦੋਂ ਤੱਕ ਉਹਦੀ ਤਰੱਕੀ ਨਹੀਂ। ਪਕੜ ਵਾਲੇ ਥਾਂ ਤੇ ਹਮੇਸ਼ਾ ਝਗੜੇ ਤੇ ਲੜਾਈਆਂ ਹੁੰਦੇ ਨੇ। ਤਾਂ ਕੀ ਜਾਣੋ ਹੈ ਵਿਦ ਦੇਉ। ਇਸ ਤਰ੍ਹਾਂ ਦੇ ਜਾਣੋ, ਇਹ 2 ਤਰੀਕੇ ਹਨ ਮਨ ਨੂੰ ਟਿਕਾਉਣ ਦੇ। ਵੇਦ ਸੰਤ ਪੁਨ ਭਾਖਤ ਸੋਊ। ਵੇਦਾਂ ਸ਼ਾਸਤਰਾਂ ਵਿੱਚ ਤੇ ਸੰਤ ਮਹਾਤਮਾ ਨੇ ਇਸ ਤਰ੍ਹਾਂ ਕਿਹਾ, ਜੋ ਹੋਵੇ ਤੁਝ ਪਾਸ ਸੁਖਾਰੋ। ਇਹ ਜਿਹੜਾ ਤੁਹਾਡੇ ਕੋਲੋਂ ਸੌਖਾ ਹੋ ਜੇ ਉਹੀ ਤਰੀਕਾ ਵਰਤ ਲਓ ਭਾਈ। ਸੋ ਕਰੀਏ ਨੀਕੇ ਨਿਰਧਾਰੋ। ਉਹੀ ਨਿਸ਼ਚੇ ਕਰਕੇ ਤੁਸੀਂ ਜਿਹੜਾ ਹੈ ਇਹਨੂੰ ਕਮਾ ਲਓ। ਸੁਣ ਸਿਵ ਨਾਭ ਬੰਦ ਦਵੈ ਹਾਥਾ। ਸੁਣ ਕੇ ਸ਼ਿਵਨਾਭ ਰਾਜੇ ਨੇ ਦੋਵੇਂ ਹੱਥ ਜੋੜੇ, ਚਰਨ ਕਮਲ ਪਰ ਧਰ ਕਰ ਮਾਥਾ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਤੇ ਮੱਥਾ ਧਰ ਕੇ, ਜੇ ਦਵੈ ਵਿਦ ਕੇ ਕਹੇ ਉਪਾਈ। ਮਹਾਰਾਜ ਜਿਹੜੇ 2 ਤਰੀਕੇ ਆਪ ਨੇ ਦੱਸੇ ਹਨ, ਕਰ ਵਿਥਾਰ ਸੋ ਦਿਓ ਸੁਨਾਈ। ਇਹ ਕਿਰਪਾ ਕਰਕੇ ਵਿਸਥਾਰ ਨਾਲ ਮੈਨੂੰ ਸੁਣਾ ਦਿਓ ਜੀ। ਹੋ ਰਾਜਨ ਜੋ ਦਵੈ ਪ੍ਰਕਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਰਾਜਨ, ਇਹ ਜਿਹੜਾ ਹੈ ਨਾ 2 ਪ੍ਰਕਾਰ ਦੇ ਤੈਨੂੰ ਦੱਸੇ ਨੇ ਕਮਾਉਣ ਦੇ ਤਰੀਕੇ, ਸੋ ਉਚਰਿਤ ਹਾਂ ਕਰ ਵਿਸਥਾਰਾ। ਉਹ ਮੈਂ ਵਿਸਥਾਰ ਕਰਕੇ ਤੈਨੂੰ ਉਚਾਰਨ ਕਰਕੇ ਦੱਸਦਾ ਹਾਂ। ਕਸ਼ਟ ਜੋਗ ਇੱਕ ਭਗਤ ਜੋਗ ਸੁਨ। ਇੱਕ ਤਾਂ ਹੁੰਦਾ ਕਸ਼ਟ ਜੋਗ, ਜਿਹਨੂੰ ਹਠ ਜੋਗ ਵੀ ਕਹਿੰਦੇ ਨੇ। ਇੱਕ ਹੁੰਦਾ ਭਗਤ ਜੋਗ। ਕਸ਼ਟ ਜੋਗ ਤੋਂ ਮੁਰਾਦ ਹੈ ਹਠ ਯੋਗ ਦੀ ਆ। ਗੁਰੂ ਨਾਨਕ ਦੇਵ ਜੀ ਨੇ ਆਪ ਉਸ ਵਕਤ ਪਰਤਾਵੇ ਮਾਤਰ ਲਈ ਹਠ ਯੋਗ ਕਰਕੇ ਵੇਖ ਕੇ ਇਹਦੀ ਪ੍ਰੌੜਤਾ ਨਹੀਂ ਕੀਤੀ। ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ਬਿਰ ਸਤਿਗੁਰ ਕਿਛ ਸੋਝੀ ਨਾਹੀ ਭਰਮੇ ਭੂਲਾ ਬੂੜ ਮਰੈ। ਇਹ ਗੁਰੂ ਨਾਨਕ ਦੇਵ ਜੀ ਦਾ ਹੀ ਬਚਨ ਹੈ ਕਿ ਨਿਉਲੀ ਕਰਮ ਕਰਨੇ ਜਿਹੜੇ ਨੇ ਸਰੀਰ ਲਈ ਤਾਂ ਚੰਗਾ ਨਿਉਲੀ ਕਰਮ। ਹੁਣ ਜੇ ਕਹੀਏ ਮਨ ਦੀ ਇਕਾਗਰਤਾ ਤੇ ਇਹ ਅਸਰ ਪਾਉਂਦਾ, ਕਿਉਂਕਿ ਨਿਵਲੀ ਕਰਮ ਕਰਕੇ ਬੰਦਾ ਜਿਹੜਾ ਅੰਦਰੋਂ ਪਾਣੀ ਪੀ ਕੇ ਬਾਹਰ ਨੂੰ ਕੱਢ ਦੇਣਾ, ਪੱਟੀਆਂ ਜੀਆਂ ਨਾਲ ਅੰਦਰ ਸਫਾਈ ਕਰਨੀ, ਭੁੰਗਮ ਨਾੜੀ ਨੂੰ ਸਿੱਧੀ ਕਰਨਾ, ਰੇਚਕ ਪੂਰਕ ਕੁੰਭਕ ਹੁੰਦਾ ਹੈ। ਇਧਰੋਂ ਸਵਾਸ ਚੜਾ ਲਏ, ਉੱਪਰ ਖੜਾ ਲਏ, ਫਿਰ ਥੱਲੇ ਲਾ ਲਏ, ਫਿਰ ਸੱਜੇ ਨੱਕ 'ਚ ਚੜਾ ਲਏ, ਫਿਰ ਕੁੰਭਕ ਹੁੰਦਾ ਮੱਥੇ 'ਚ ਟਿਕਾ ਲਏ, ਫਿਰ ਲਾ ਲਏ। ਇਹ ਕਿਰਿਆ ਹੁੰਦੀ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ, ਬਿਨ ਸਤਿਗੁਰ ਕਿਛ ਸੋਝੀ ਨਾਹੀ ਭਰਮੇ ਭੂਲਾ ਬੂੜ ਮਰੈ। ਸਤਿਗੁਰ ਤੋਂ ਬਿਨਾਂ ਨਹੀਂ ਸੋਝੀ ਪੈਂਦੀ। ਭਰਮ 'ਚ ਪੈ ਕੇ ਡੁੱਬ ਡੁੱਬ ਕੇ ਬੰਦਾ ਮਰਦਾ। ਅੰਧਾ ਭਰਿਆ ਭਰ ਭਰ ਧੋਵੈ ਅੰਤਰ ਕੀ ਮਲ ਕਦੇ ਨਾ ਲਹੈ। ਇਹ ਬੰਦਾ ਜਿਹੜਾ ਅੰਨਾ ਭਰਿਆ ਹੋਇਆ ਭਰ ਭਰ ਕੇ ਧੋਈ ਜਾਂਦਾ, ਭਾਂਡੇ ਪਾ ਪਾ ਕੇ ਉੱਤੇ ਪਿੰਡੇ ਤੇ ਕੰਨ ਧੋ ਲਏ, ਨੱਕ ਧੋ ਲਿਆ ਚੰਗੀ ਤਰ੍ਹਾਂ, ਸਾਹ ਨਲੀ ਸਾਫ਼ ਕਰ ਲਈ, ਅੰਦਰ ਪੇਟ ਸਾਫ਼ ਕਰ ਲਿਆ, ਯੋਗਾ ਅਭਿਆਸ ਕਰਕੇ ਸਰੀਰ ਤਾਂ ਬੜਾ ਵਧੀਆ ਬਣ ਗਿਆ। ਪਰ ਯੋਗਾ ਅਭਿਆਸ ਤੇ ਜਿਹੜਾ ਮੈਲ ਅੰਦਰ ਮਨ ਦੇ ਅੰਦਰ ਆ, ਜਿਹੜੀ ਪਾਪਾਂ ਵਿਕਾਰਾਂ ਦੀ ਮੈਲ ਆਈ, ਈਰਖਾ ਤ੍ਰਿਸ਼ਨਾ ਦੀ ਮੈਲ ਹੈ, ਮਲ
ਵਿਖੇਪ, ਆਵਰਨ ਦੀ ਮੈਲ ਹੈ ਜਿਹੜੀ, ਇਹ ਦੂਰ ਨਹੀਂ ਹੁੰਦੀ। ਸੋ ਸਤਿਗੁਰੂ ਕਹਿੰਦੇ ਨਾਮ ਬਿਨਾ ਫੋਕਟ ਸਭ ਕਰਮਾ, ਜਿਉਂ ਬਾਜੀਗਰ ਭਰਮ ਭੁੱਲੈ। ਜਿਵੇਂ ਬਾਜੀਗਰ ਜਿਹੜਾ ਹੁੰਦਾ ਉਹ ਭਰਮ 'ਚ ਪੈ ਕੇ ਭੁੱਲਿਆ ਹੁੰਦਾ, ਉਹ ਬੜੇ ਬੜੇ ਤਮਾਸ਼ੇ ਕਰੀ ਜਾਂਦਾ, ਖੇਡਾਂ ਕਰੀ ਜਾਂਦਾ, ਪਰ ਉਹਦਾ ਕੋਈ ਇੰਨਾ ਲਾਭ ਨਹੀਂ ਹੁੰਦਾ। ਸੋ ਇਹ ਇਸ ਤਰੀਕੇ ਨਾਲ ਕਹਿੰਦੇ ਇਹ ਵਿੱਦਿਆ ਦਾ ਪੂਰਾ ਉਸਤਾਦ ਵੀ ਨਹੀਂ ਮਿਲਦਾ। ਇਹਦੇ ਸਾਧਨਾਂ ਵਿੱਚ ਸਰੀਰ 'ਤੇ ਇਹੋ ਜਿਹੇ ਅਸਰ ਪੈਂਦੇ ਕਿ ਅਕਸਰ ਲੋਕ ਰੋਗੀ ਹੋ ਜਾਂਦੇ, ਵੇਖਣ ਵਿੱਚ ਆਇਆ। ਸਤਿਗੁਰਾਂ ਨੇ ਇਸ ਕਰਕੇ ਸਹਿਜ ਯੋਗ ਸਿਖਾਇਆ, ਜਿਹਨੂੰ ਪ੍ਰੇਮ ਯੋਗ, ਭਗਤ ਯੋਗ ਕਹਿੰਦੇ ਨੇ। ਮਹਾਰਾਜ ਨੇ ਜਿਵੇਂ ਬਾਣੀ ਅੰਦਰ ਵੀ ਲਿਖਿਆ, ਸਵਈਏ ਮਹੱਲੇ ਪੰਜਵੇਂ ਕੇ 'ਚ, ਭਗਤ ਜੋਗ ਕਉ ਜੈਤ ਵਾਰ ਹਰ ਜਨਕ ਉਪਾਇਓ। ਫਿਰ ਸਤਿਗੁਰੂ ਜੀ ਨੇ ਨਾਮ ਨਾਲ ਚਿੱਤ ਦਾ ਜੀਓ ਪੈਣਾ ਤੇ ਸਾਈਂ ਦੇ ਪ੍ਰੇਮ ਵਿੱਚ ਲੱਗ ਪੈਣਾ ਸਿਖਾਇਆ, ਜੋ ਗ੍ਰਸਤੀ ਲੋਕ ਵੀ ਕਰ ਸਕਦੇ ਆ ਤੇ ਜੀਵਨ ਦਾ ਆਤਮ ਰਸ ਮਾਣ ਸਕਦੇ ਨੇ। ਕਵੀ ਸੰਤੋਖ ਸਿੰਘ ਜੀ ਨੇ ਇਸੇ ਅਧਿਆਏ ਦੇ ਅਖੀਰ ਅੰਕ 91 ਤੇ ਇਹ ਗੱਲ ਦੱਸੀ ਕਿ ਭਗਤ ਜੋਗ ਇਹ ਜਾਣੀਏ, ਕਲਮ ਹੈ ਪੰਥ ਸੁਖੇਨ, ਕਸ਼ਟ ਜੋਗ ਦੁਸਤਰ ਅਹੈ, ਹੋਏ ਨਾ ਜੇਨੰ ਕੇਨ। ਇਹ ਜਿਸ ਕਿਸੇ ਤੋਂ ਹੁੰਦਾ ਨਹੀਂ ਹੈ, ਪਰ ਭਗਤ ਜੋਗ ਹਰੇਕ ਤੋਂ ਹੋ ਸਕਦਾ। ਇਨ੍ਹਾਂ ਦੋਨੋਂ ਤੇ ਹਵੈ ਨਿਰਮਲ ਤਨ। ਇਹਨਾਂ ਦੋਨਾਂ ਦੇ ਨਾਲ ਜਿਹੜਾ ਤਨ ਸਰੀਰ ਹੁੰਦਾ ਉਹ ਨਿਰਮਲ ਹੋ ਜਾਂਦਾ ਹੈ। ਪ੍ਰਥਮ ਕਸ਼ਟ ਜੋ ਜੋਗ ਬਖਾਨਾ। ਪਹਿਲਾਂ ਜਿਹੜਾ ਤੈਨੂੰ ਰਾਜਨ ਦੱਸਿਆ ਨਾ ਕਸ਼ਟ ਜੋਗ, ਜਿਹੜਾ ਕਥਨ ਕੀਤਾ ਹਠ ਜੋਗ, ਅਸ਼ਟ ਅੰਗ ਤਾਕੇ ਸੁਨ ਕਾਨਾ। ਇਸ ਯੋਗ ਦੇ 8 ਅੰਗ ਹਨ, ਇਹ ਧਿਆਨ ਨਾਲ ਸੁਣ। ਯਮ ਅਰ ਨੇਮ ਇਕੰਤਾ ਦੇਸੋ। ਯਮ ਇੱਕ ਅਤੇ ਨੇਮ ਰੱਖਣਾ, ਏਕਾਂਤ ਦੇਸ਼ ਵਿੱਚ ਰਹਿਣਾ, 3 ਚੀਜ਼ਾਂ। ਆਸਨ ਪ੍ਰਾਣਾਯਾਮ ਸਦੇਸੋ। ਸੋ ਆਸਨ ਲਾਉਣਾ, ਪ੍ਰਾਣਾਯਾਮ ਕਰਨਾ, ਇਹ ਢੰਗ ਦੇ ਨਾਲ ਇਹਨਾਂ ਚੀਜ਼ਾਂ ਨੂੰ ਵਰਤਣਾ। ਧਿਆਨ ਧਾਰਨਾ ਅਸ਼ਟ ਸਮਾਧ ਪਾਏ। ਫਿਰ ਧਿਆਨ ਹੁੰਦਾ, ਧਾਰਨਾ ਹੁੰਦੀ ਹੈ, ਫਿਰ ਅਸ਼ਟ, ਤੇ 8ਵਾਂ ਕੀ ਆ, ਉਹ ਸਮਾਧੀ ਲਾਉਣੀ। ਪਾਏ ਪਰਮਪਦ ਇਨਕੋ ਸਾਧ। ਇਸ ਤਰੀਕੇ ਨਾਲ ਕਹਿੰਦੇ ਮੁਕਤੀ ਦਾ ਪਦ ਜਿਹੜਾ ਇਹਨੂੰ ਪ੍ਰਾਪਤ ਕਰਦਾ ਸਾਧਨਾ ਕਰਕੇ ਇਹਨਾਂ ਦੀ। ਪ੍ਰਥਮੇ ਯਮ 10 ਪ੍ਰਕਾਰਾ। ਹੁਣ ਪਹਿਲਾਂ ਦੱਸਿਆ ਸੀ ਜਿਹੜਾ ਯਮ ਇੱਕ, ਨੇਮ, ਫਿਰ ਇਕਾਂਤ ਦੇਸ਼, ਆਸਨ, ਪ੍ਰਾਣਾਯਾਮ, ਧਿਆਨ ਧਾਰਨਾ ਤੇ ਸਮਾਧੀ, ਇਹ ਹੋ ਗਏ 8। ਇਹਦੇ ਵਿੱਚ ਹੁਣ ਯਮ ਜਿਹੜਾ ਪਹਿਲਾਂ ਦੱਸਿਆ ਸੀ, ਉਹ ਯਮ ਦੇ ਵਿੱਚ ਹੀ ਅੱਗੇ 10 ਅੰਗ ਫੇਰ ਨੇ, ਉਹਨਾਂ ਦੇ 10 ਅੱਗੇ ਤਰੀਕੇ ਹਨ, ਉਹ ਪਹਿਲਾਂ ਸੁਣ ਲਓ। ਯਮ ਕਿਹਨੂੰ ਕਹਿੰਦੇ ਹਨ? ਇਹ 10 ਪ੍ਰਕਾਰ ਦਾ ਲੱਛਣ ਹੈ। ਲੱਛਣ ਤਿਨ ਕੋ ਕਰੋ ਵਿਥਾਰਾ। ਉਹਦੇ ਲੱਛਣ ਅਸੀਂ ਤੈਨੂੰ ਵਿਸਥਾਰ ਸਹਿਤ ਦੱਸਦੇ ਹਾਂ ਭਾਈ। ਦੋਹਰਾਉ ਏਕ ਅਹਿੰਸਾ ਜਾਨੀਐ, ਮਨ ਵਿੱਚ ਕਾਇਆ 3। ਹੁਣ ਅੱਗੇ ਤੈਨੂੰ ਦੱਸਦੇ ਹਾਂ ਕਿ ਯਮ ਦੇ ਵਿੱਚ ਹਿੰਦੀ ਸਾਰਨ ਚੀਜ਼ ਜਿਹੜੀ ਅਹਿੰਸਾ, ਹਿੰਸਾ ਫੇਰ ਅੱਗੇ 3 ਤਰ੍ਹਾਂ ਦੀ ਹੈ। ਪਹਿਲਾਂ ਯਮ 10 ਪ੍ਰਕਾਰ ਦਾ, ਉਹਦੇ ਚੋਂ 1 ਪ੍ਰਕਾਰ ਪਹਿਲੀ ਚੀਜ਼ ਅਹਿੰਸਾ, ਤੇ ਅਹਿੰਸਾ ਹੁੰਦੀ ਹੈ 3 ਤਰ੍ਹਾਂ ਦੀ। ਇੱਕ ਮਨ ਕਰਕੇ ਕਰਨੀ ਹੈ, ਮਨ ਕਰਕੇ ਹੋ ਜਾਂਦੀ ਇਨਸਾਨ ਤੋਂ, ਇੱਕ ਬਚਨਾਂ ਨਾਲ, ਜ਼ੁਬਾਨ ਨਾਲ ਹੋ ਜਾਂਦੀ, ਇੱਕ ਸਰੀਰ ਕਰਕੇ ਗਲਤੀ ਕਰਨੀ। ਇਹ 3 ਪ੍ਰਕਾਰ ਦੀ ਹਿੰਸਾ ਤੋਂ ਬਚ ਕੇ ਰਹੇ। ਪਰ ਕੋ ਬੁਰਾ ਜੇ ਚਿਤਵਨਾ, ਮਨ ਕੀ ਹਿੰਸਾ 3। 1 ਨੰਬਰ ਤੇ ਪਹਿਲਾਂ ਆਉਂਦਾ ਜਿਹੜਾ ਪਰਾਏ ਬੰਦੇ ਦਾ ਬੁਰਾ ਸੋਚਣਾ, ਕਿਸੇ ਦਾ ਵੀ ਮਾੜਾ ਸੋਚਣਾ ਹੈ, ਇਹ ਮਨ ਦੀ ਹਿੰਸਾ ਹੈ। ਬਾਹਰੋਂ ਦੇਖੋ ਜ਼ੁਬਾਨ ਨਾਲ ਭਾਵੇਂ ਮਿੱਠਾ ਬੋਲੇ, ਸਰੀਰ ਕਰਕੇ ਕਿਸੇ ਦਾ ਨੁਕਸਾਨ ਨਾ ਕਰੇ, ਪਰ ਮਨ ਕਰਕੇ ਸੋਚੀ ਜਾਵੇ ਬੰਦੇ ਦਾ ਨੁਕਸਾਨ, ਇਹ ਵੱਡੀ ਗਲਤੀ ਹੈ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਚੌਪਈ ਫਿੱਕਾ ਬੋਲ ਦਿਖਾਏ ਹਨਾਵੈ। ਫਿਰ ਇੱਕ ਲੋਕ ਕੀ ਕਰਦੇ ਨੇ, ਬੋਲੀ ਨਾਲ ਹਿੰਸਾ ਕਰਦੇ ਨੇ, ਬੋਲ ਕੇ, ਫਿੱਕਾ ਬੋਲ ਬੋਲ ਕੇ, ਮਾੜਾ ਬੋਲ ਬੋਲ ਕੇ, ਅਗਲੇ ਨੂੰ ਬੁਰੇ ਬੋਲ ਬੋਲ ਕੇ ਉਹਦਾ ਫਿਰ ਦਿਲ ਨਾ ਢਾਵੇ, ਇਹ ਵੀ ਹਿੰਸਾ ਹੋ ਜਾਂਦੀ ਮੂੰਹ ਨਾਲ। ਹਿੰਸਾ ਬਚਨਨ ਕੀ ਕਹਿਲਾਵੈ। ਇਹ ਬਚਨਾਂ ਦੀ ਹਿੰਸਾ ਹੁੰਦੀ ਵੀ ਆਪਣੀ ਜ਼ੁਬਾਨ ਤੇ ਕੰਟਰੋਲ ਰੱਖੇ। ਤੀਜੀ ਮਾਰਨ ਜੀਵਨ ਕੇਰੀ। ਹੁਣ ਤੀਜੀ ਹਿੰਸਾ ਸਰੀਰ ਨਾਲ ਹੁੰਦੀ ਹੈ, ਬੰਦਾ ਹੀ ਮਾਰ ਦੇਣਾ। ਤਿਆਗੈ ਇਨਕੋ ਹਵੈ ਬਿਨ ਦੇਰੀ। ਬਿਨਾਂ ਦੇਰੀ ਤੋਂ ਹੀ ਇਹ ਗੱਲ ਤਿਆਗ ਦੇਵੇ ਕਿ ਐਵੇਂ ਖਾਮ ਖਾ ਬੰਦਾ ਜਿਹੜਾ ਮਾਰਨਾ ਹੈ,
ਬੰਦਾ ਮਾਰਨਾ ਸਾਰਿਆਂ ਨਾਲੋਂ ਮਾੜਾ। ਪ੍ਰਮਾਤਮਾ ਨੇ ਇੰਨੀ ਨਰ ਨਰਾਇਣੀ ਦੇਹੀ ਬਣਾਈ ਹੈ, ਹਰ ਇੱਕ ਬੰਦੇ ਨੂੰ ਜਿਉਣ ਦਾ ਅਧਿਕਾਰ ਹੁੰਦਾ। ਪ੍ਰਮਾਤਮਾ ਨੇ ਅਧਿਕਾਰ ਦਿੱਤਾ, ਪੈਦਾ ਵੀ ਕੀਤਾ, ਪਾਲਣਾ ਵੀ ਉਹੀ ਕਰਦਾ। ਪਰ ਜਦੋਂ ਅਸੀਂ ਇੰਨੀ ਕੀਮਤੀ ਦੇਹੀ ਕਿਸੇ ਦੀ ਖਤਮ ਕਰ ਦਿੰਦੇ ਹਾਂ, ਉਹ ਸਾਰਿਆਂ ਨਾਲੋਂ ਵੱਡਾ ਗੁਨਾਹ ਲੱਗਦਾ ਹੈ। ਦੁਤੀਏ ਸੱਚ ਉਚਰਨ ਤੈਨ ਨਿਰਵਹਿ ਹੈ। ਫਿਰ ਸੱਚ ਨੂੰ ਉਚਾਰਨ ਦਾ ਨਿਰਭਾ ਭਾਵ ਨਿਰਭੈ ਨਿਭਾਵੇ ਪਰਨ। ਕਬਹੁ ਕੂੜ ਨ ਕਿਹ ਵਿਦ ਕਹੈ। ਕਿਸੇ ਨੂੰ ਕਦੇ ਵੀ ਕੂੜ ਬੋਲ ਨਾ ਬੋਲੇ, ਝੂਠੇ ਬੋਲ। ਤੀਜੇ ਹੈ ਦਵੈ ਭਾਂਤ ਸਤੇਈ। ਸੋ ਤੀਜੀ ਜਿਹੜੀ ਹੈ ਦੋ ਤਰ੍ਹਾਂ ਦੀ ਚੋਰੀ ਹੁੰਦੀ ਹੈ। ਉਹ ਤੈਨੂੰ ਦੱਸਦੇ ਵੀ ਚੋਰੀ ਨਹੀਂ ਦੋ ਪ੍ਰਕਾਰ ਦੀ ਕਰਨੀ। ਇੱਕ ਤਨ ਕੀ ਇੱਕ ਮਨ ਕੀ ਸਈ। ਇੱਕ ਤਨ ਨਾਲ ਚੋਰੀ ਹੁੰਦੀ ਹੈ, ਇੱਕ ਮਨ ਦੀ ਚੋਰੀ ਹੁੰਦੀ ਹੈ। ਪਰ ਕੇ ਵਸਤ ਛੁਪਾਵਨ ਕਰਨੀ। ਪਰਾਏ ਬੰਦੇ ਦੀ ਚੀਜ਼ ਛੁਪਾ ਲੈਣੀ। ਇਹੋ ਸਤੇਈ ਤਨ ਕੀ ਵਰਨੀ। ਇਹ ਚੋਰੀ ਹੈ ਸਰੀਰ ਕਰਕੇ ਕਰਨੀ। ਕਰਹਿ ਪਾਪ ਪੁਨ ਰਾਖ ਦੁਰਾਏ। ਫਿਰ ਬੰਦਾ ਆਪਣੇ ਮਨ ਦੇ ਅੰਦਰ ਆਪਣੇ ਪਾਪਾਂ ਨੂੰ ਛੁਪਾ ਕੇ ਰੱਖੇ, ਤੇ ਹੋਰ ਪੁੰਨ ਆਦਿਕ ਵੀ ਚੰਗੇ ਹੁੰਦੇ ਪੁੰਨ ਛੁਪਾ ਕੇ ਰੱਖ ਲੈਣੇ। ਪਰ ਪਾਪਾਂ ਦਾ ਇੱਥੇ ਮੇਨ ਆਊਗਾ ਕਿ ਪਾਪ ਜਿਹੜੇ ਨੇ ਹੁਣ ਗਲਤੀ ਕਰਦੇ, ਕਈ ਕੁਰਹਿਤ ਕਰਕੇ ਪੰਜਾਂ ਪਿਆਰਿਆਂ ਨੂੰ ਕਹਿਣਗੇ ਆਹ ਗਲਤੀ ਜੀ ਹੋ ਗਈ ਮਾੜੀ ਜੀ, ਦੱਸਣੀ ਹੈ ਨਾ। ਮਸਾਂ ਹੀ ਕਢਾਈ ਦੀ ਉਹਨਾਂ ਦੇ ਮੂੰਹ ਚੋਂ ਗਲਤੀ ਤਾਂ ਦੱਸ ਕੀ, ਫੇਰ ਹੀ ਅਮਰ ਛਕਾਵਾਂਗੇ। ਕਿਉਂ ਬਹੁਤ ਸਾਰੀਆਂ ਕੁਰਹਿਤਾਂ ਗਲਤੀਆਂ ਕਰਕੇ ਇਨਸਾਨ ਆਪਣੇ ਅੰਦਰ ਹੀ ਦੱਬ ਲੈਂਦਾ ਗੱਲਾਂ। ਉਹ ਜਿਹੜੀਆਂ ਗੱਲਾਂ ਰੱਖਣੀਆਂ ਅੰਦਰ ਛੁਪਾ ਛੁਪਾ ਕੇ, ਸੋ ਉਹ ਪਾਪ ਫਿਰ ਮੁੜ ਕੇ ਹੌਲੀ ਹੌਲੀ ਉਗੜੇ ਆਉਂਦੇ ਨੇ। ਤੇ ਉਹੀ ਪਾਪ ਬੀਜ ਰੂਪ ਹੁੰਦੇ ਨੇ। ਜਦੋਂ ਆਪਾਂ ਅੰਦਰ ਬੀਜ ਲੈਂਦੇ ਹਾਂ, ਫਿਰ ਉਹਦਾ ਦਰਖਤ ਬਣ ਜਾਂਦਾ, ਫਿਰ ਉਹਦੇ ਫਲ ਵੀ ਕੁਫਾਲੀ ਲੱਗਦਾ ਉਹਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਪ ਜਿਹੜਾ ਹੈ ਉਹ ਛੁਪਾਵਾਂਗੇ ਜਿੰਨਾ ਉਨੀ ਗਲਤ ਗੱਲ ਹੈ। ਆਪਣੇ ਗੁਰੂ ਕੋਲ ਆਪਣੀ ਗੱਲ ਦੱਸੇ ਮਹਾਰਾਜ, ਸਾਨੂੰ ਇਹ ਚੀਜ਼ਾਂ ਪਰੇਸ਼ਾਨ ਕਰਦੀਆਂ ਨੇ, ਵਿਸ਼ੇ ਵਿਕਾਰ ਜਾਂ ਮੈਂ ਗਲਤੀਆਂ ਕੀਤੀਆਂ ਨੇ, ਆਪਣੇ ਉਸਤਾਦ ਕੋਲ ਦੱਸੇ ਜਾਂ ਪੂਰਨ ਬ੍ਰਹਮ ਗਿਆਨੀ ਕੋਲ ਜ਼ਿਕਰ ਕਰੇ ਜਾਂ ਪੰਜਾਂ ਪਿਆਰਿਆਂ ਕੋਲ ਦੱਸੇ। ਫਿਰ ਉਹ ਚੀਜ਼ ਦੀ ਨਿਵਰਤੀ ਕਰ ਦਿੰਦੇ, ਅਰਦਾਸ ਹੋ ਜਾਂਦੀ ਹੈ। ਪਰ ਜੇ ਬੰਦਾ ਆਪਣੇ ਗੁਨਾਹ ਨੂੰ ਅੰਦਰ ਹੀ ਰੱਖ ਕੇ ਮਰ ਜਾਵੇ, ਉਹ ਫਿਰ ਧਰਮਰਾਜ ਕੋਲ ਜਾ ਕੇ ਫਿਰ ਲੇਖਾ ਦੇਣਾ ਪੈਂਦਾ। ਇਸ ਕਰਕੇ ਆਪਣੇ ਗੁਨਾਹ ਨੂੰ ਜਿਹੜਾ ਛੁਪਾਉਣਾ ਹੈ, ਇਹ ਵੀ ਚੋਰ ਹੈ। ਇਹ ਮਨ ਕੀ ਚੋਰੀ ਕਹਿਲਾਏ। ਇਹ ਮਨ ਦੀ ਚੋਰੀ ਹੁੰਦੀ, ਬੰਦਾ ਮਨ ਕਰਕੇ ਚੋਰ ਹੁੰਦਾ। ਇੰਦਵੈ ਤਜਨ ਤ੍ਰਿਆ ਜਮ ਜਾਨਹਾ। ਇਹਨਾਂ ਦੋਨਾਂ ਨੂੰ ਛੱਡਣਾ ਤ੍ਰਿਤੀਆ ਯਮ ਜਾਨੋ, ਇਹ ਤੀਸਰਾ ਯਮ ਹੈ। ਭੂਲ ਨ ਕਹੋ ਨਿਰਪਤਾ ਮਨ ਠਾਨਹਾ। ਭੁੱਲ ਕੇ ਵੀ ਰਾਜ ਨੇ ਇਹਨਾਂ ਗੱਲਾਂ ਨੂੰ ਮਨ ਦੇ ਅੰਦਰ ਨਾ ਲਿਆਓ। ਚੌਥੇ ਬ੍ਰਹਮਚਰਜ ਸੁਖ ਸਰ। ਫਿਰ ਹੁਣ ਚੌਥਾ ਯਮ ਹੈ ਸ੍ਰੇਸ਼ਟ ਸੁਖਾਂ ਦਾ ਦਾਤਾ, ਬ੍ਰਹਮਚਰਜ ਧਾਰ ਕੇ ਰੱਖਣਾ। ਜੀਤਨ ਕਾਮ ਅਸ਼ਟ ਪ੍ਰਕਾਰੂ। 8 ਤਰ੍ਹਾਂ ਦੇ ਨਾਲ ਕਾਮ ਨੂੰ ਜਿੱਤਣਾ ਹੁੰਦਾ ਹੈ। ਬਿਰਤ ਮੈਂ ਤ੍ਰੈ ਕੀ ਬਾਤੈ ਕਰਨੀ। ਪਹਿਲੀ ਗੱਲ ਤਾਂ ਹੁੰਦੀ ਆ ਬਗਾਨੀਆਂ ਇਸਤਰੀਆਂ ਦੀ ਐਵੇਂ ਗੱਲ ਕਰੀ ਜਾਣੀ, ਇਹ ਗੁਰਸਿੱਖ ਦੇ ਫਰਜ਼ ਨਹੀਂ ਹਨ। ਦੂਜੇ ਸੁਨ ਮਨ ਮਹਿ ਧਰਨੀ। ਦੂਜੀ ਗੱਲ ਫਿਰ ਉਹਦੀਆਂ ਗੱਲਾਂ ਸੁਣ ਸੁਣ ਕੇ ਮਨ ਦੇ ਵਿੱਚ ਧਾਰਨੀਆਂ ਜਾਂ ਬਗਾਨੀਆਂ ਇਸਤਰੀਆਂ ਨਾਲ ਗੱਲ ਕਰਨੀ, ਮਨ 'ਚ ਧਾਰਨੀਆਂ। ਕਿਉਂਕਿ ਸਤਿਗੁਰੂ ਜਾਣਦੇ ਨੇ ਇਹਨੇ ਸਾਡੇ ਕੋਲ ਕਈ ਕੁਛ ਭੇਜਿਆ, ਤੋ ਰਾਜੇ ਦੇ ਕਰੈਕਟਰ ਨੂੰ ਵੀ ਉੱਚਾ ਚੱਕ ਰਹੇ ਹਨ। ਤੀਜਾ ਤੀਆ ਇਕਾਂਤ ਮਿਲ ਬੈਸਨ। ਤੇ ਤੀਸਰਾ ਹੁੰਦਾ ਇਸਤਰੀ ਨੂੰ ਕਿਸੇ ਨੂੰ ਇਕਾਂਤ ਵਿੱਚ ਮਿਲ ਕੇ ਬਹਿਣਾ। ਚੌਥੇ ਹੋਵਤ ਅੰਗ ਸਪਰਸਨ। ਚੌਥੇ ਹੁੰਦਾ ਉਹਦੇ ਅੰਗਾਂ ਨੂੰ ਸਪਰਸ਼ ਕਰਨਾ। ਪੰਚਵੇਂ ਹਿਤ ਕਰ ਦੇਖਿਆ ਤੈ ਕੋ। ਪੰਜਵਾਂ ਹੁੰਦਾ ਬਹੁਤਾ ਹੀ ਹਿਤ ਕਰਕੇ ਬਾਰ-ਬਾਰ ਉਹਦੇ ਰੂਪ ਨੂੰ ਦੇਖਣਾ। ਛਠੇ ਅਲੰਘਨ ਕਰਾਹੀ ਸੋ ਫਿਰ ਔਲਾ ਛੇਵਾਂ ਹੁੰਦਾ ਕਿ ਉਸ ਵਕਤ ਆਪਣੇ ਅੰਗਾਂ ਨਾਲ ਛੁਹਾਉਣਾ ਉਹਨੂੰ। ਸ਼ਬਦ ਚਿਤ ਬਨੋ ਮਨ ਮਹਿ ਨਾਰੀ। ਸੱਤਵਾਂ ਹੁੰਦਾ ਮਨ ਦੇ ਅੰਦਰ ਉਹਦੀ ਚਿਤਵਣੀ ਕਰੀ ਜਾਣੀ, ਰੱਬ ਦਾ ਨਾਮ ਛੱਡ ਦੇਣਾ, ਐਵੇਂ ਉਹਨੂੰ ਚਿਤ ਵੀ ਜਾਣਾ। ਅਸ਼ਟਮ ਭੋਗ ਕਰਨ ਵਿਦ ਸਾਰੀ। ਫਿਰ ਅਸ਼ਟਵਾਂ ਹੁੰਦਾ ਕਿ ਮੂੰਹ ਕਾਲਾ ਕਰ ਲੈਣਾ ਸਾਰੇ ਤਰੀਕੇ ਨਾਲ। ਇਹ 8 ਤਰ੍ਹਾਂ ਦਾ ਚੌਥਾ ਹਿੱਸਾ ਯਮ ਦਾ। ਇਨ ਸਭ ਹਿਨ ਕੋ ਤਿਆਗੇ ਜੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਤਿਆਗ ਦੇਵੇ, ਚੌਥੀ ਕੁਰਹਿਤ ਆ ਜਾਂਦੀ ਆ ਜਦੋਂ ਹੁੱਕਾ ਹਜਾਮਤ ਹਲਾਲੋ ਤੇ ਹਰਾਮ। ਹਰਾਮ ਹੈ ਇਹ। ਇਸ ਕਰਕੇ ਮਹਾਰਾਜ ਕਹਿੰਦੇ ਇਹ ਹਰਾਮ ਪੁਣਾ ਨਹੀਂ ਕਰਨਾ। ਬ੍ਰਹਮਚਰਜ ਧਾਰਤ ਹੈ ਤੇ। ਉਹ ਬ੍ਰਹਮਚਰਜ ਨੂੰ ਧਾਰ ਲੈਂਦੇ ਨੇ ਬਈ, ਉਹ ਗੁਰਮੁਖ ਪਿਆਰੇ ਬਣ ਜਾਂਦੇ ਨੇ। ਬ੍ਰਹਮਚਰਜ ਧਾਰਨ ਜੇ ਗੁਰਸਿੱਖ ਨੂੰ ਕਰਵਾਇਆ ਇਸੇ ਕਰਕੇ, ਜਿਵੇਂ ਅੱਜ ਵੱਡੇ ਵੱਡੇ ਰੋਗ ਚਿੰਬੜ ਗਏ ਨੇ,
ਇਸੇ ਕਰਕੇ ਇਹਨਾਂ ਚੀਜ਼ਾਂ ਨੂੰ ਰੋਕਿਆ ਸੀ ਮਹਾਰਾਜ ਨੇ। ਪੰਚਮ ਯਮ ਹੈ ਧੀਰਜ ਕਰਨੀ। ਪੰਜਵਾਂ ਜਿਹੜਾ ਯਮ ਹੈ ਉਹ ਹੈਗਾ ਬੰਦੇ ਨੇ ਆਪਣੇ ਮਨ ਦੇ ਅੰਦਰ ਧਰਤੀ ਵਾਂਗੂ ਧੀਰਜ ਰੱਖਣੀ। ਦੁਖ ਸੁਖ ਸਦਾ ਸਹਿ ਸਮ ਧਰਨੀ। ਜਿਵੇਂ ਧਰਤੀ ਸਹਾਰਦੀ, ਕੋਈ ਪੱਟੀ ਜਾਂਦਾ, ਕੋਈ ਲਿਪੀ ਜਾਂਦਾ, ਕੋਈ ਕੁਛ ਕਰਦਾ, ਇਸ ਤਰ੍ਹਾਂ ਬੰਦੇ ਨੂੰ ਚਾਹੀਦਾ ਦੁੱਖ ਵਿੱਚ ਧੀਰਜ ਕਰੇ, ਕਾਹਲਾ ਨਾ ਪਵੇ। ਸੁੱਖ ਆ ਜੇ ਤਾਂ ਵੀ ਧੀਰਜ ਕਰੇ। ਕਈ ਨਾ ਤਾਂ ਦੁੱਖ ਸਹਾਰਦੇ ਨੇ ਨਾ ਸੁੱਖ। ਸੁੱਖ ਜਦੋਂ ਆ ਜਾਂਦਾ, ਦੁੱਖ ਆ ਜੇ ਤਾਂ ਉੱਚੀ ਉੱਚੀ ਚੀਕਾਂ ਮਾਰ ਕੇ ਰੋਂਦੇ। ਜੇ ਮਾੜਾ ਸੁੱਖ ਆ ਜੇ ਫਿਰ ਉਹੀ ਭੰਗੜੇ ਪਾ ਪਾ ਕੇ ਬੁਰਾ ਹਾਲ ਕਰ ਲੈਂਦੇ ਨੇ। ਆ ਪਿੰਡਾਂ ਵਿੱਚ ਕਣਕ ਕੁਣਕ ਵੇਚਦੇ ਹੁੰਦੇ ਜ਼ਿਮੀਂਦਾਰ, ਰੁਪਈਆ 10 ਲੱਖ 5 ਲੱਖ ਹੱਥ 'ਚ ਆ ਗਿਆ, ਮਾਰ ਪਿੰਡ ਵਿੱਚ ਪੀ ਕੇ ਸ਼ਰਾਬਾਂ ਖਾਊ ਪਾਉਣੇ, ਬੱਕਰੇ ਬੁਲਾਉਣੇ, ਤੇ ਬਾਅਦ ਵਿੱਚ ਜਦੋਂ ਉਹ ਸਾਰੇ ਪੈਸੇ ਖਤਮ ਫਿਰ ਰੋਣਾ, ਫਿਰ ਕਰਜ਼ਾਈ ਹੋ ਕੇ ਫਾਹੇ ਲੈਣੇ। ਉਹਨਾਂ ਨੇ ਗੁਰਮਤ ਨੂੰ ਗ੍ਰਹਿਣ ਹੀ ਨਹੀਂ ਕੀਤਾ। ਜੇ ਗੁਰਮਤ ਨੂੰ ਗ੍ਰਹਿਣ ਕਰਦੇ, ਬਾਣੀ ਪੜ੍ਹਦੇ, ਫਿਰ ਗੁਰੂ ਸਾਹਿਬ ਉਹਨਾਂ ਦੇ ਸਹਾਈ ਹੁੰਦੇ। ਉਹਨਾਂ ਨੇ ਗੁਰੂ ਸਾਹਿਬ ਨੂੰ ਛੱਡ ਹੀ ਦਿੱਤਾ। ਉਹਨਾਂ ਨੇ ਤਾਂ ਆਸਰਾ ਸਿਰਫ ਪੈਸੇ ਦਾ ਲਿਆ। ਆਪਦ ਸੰਪਦ ਆਤਪ ਸੀਤਾ। ਇਹ ਹੁਣ ਜਿਹੜੀਆਂ ਸਾਰੀਆਂ ਚੀਜ਼ਾਂ ਦੱਸਦੇ ਆ, ਦੁੱਖ ਵਿੱਚ, ਖੁਸ਼ਹਾਲੀ ਵਿੱਚ, ਧੁੱਪ ਵਿੱਚ, ਪਾਲੇ ਵਿੱਚ, ਵਿਆਕੁਲ ਨਾ ਹੋਏ ਡੁਲਾਵੇ ਚੀਤਾ। ਵਿਆਕਲ ਨਾ ਹੋਵੇ ਬੰਦਾ ਕਦੇ ਵੀ, ਕਿਉਂਕਿ ਦੁੱਖ ਤਾਂ ਆਉਣਾ ਹੀ ਆਉਣਾ ਜ਼ਿੰਦਗੀ 'ਚ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਾ ਜਾਏ ਮਨੁੱਖ। ਫਿਰ ਖੁਸ਼ਹਾਲੀ ਆ ਜਾਂਦੀ, ਉਹਦੇ ਵਿੱਚ ਹੀ ਆਪਣਾ ਥੋੜਾ ਜਿਹਾ ਕੰਟਰੋਲ ਰੱਖੇ ਆਪਣੇ ਆਪ ਤੇ। ਫਿਰ ਦੂਜੇ ਨੂੰ ਹੀ ਸਮਝਣਾ ਵੀ ਇਹ ਤਾਂ ਐਵੇਂ ਹੀ ਆ, ਇਹਨੂੰ ਤਾਂ ਕਿਸੇ ਗੱਲ ਦਾ ਗਿਆਨ ਹੀ ਨਹੀਂ। ਫਿਰ ਧੁੱਪ ਲੱਗ ਜੇ ਕਿਤੇ ਮਾੜੀ ਜੀ, ਉੱਥੇ ਹੀ ਰੌਲਾ ਪਾਉਣ ਲੱਗ ਜਾਂਦਾ। ਕਿਤੇ ਠੰਡ ਲੱਗਣ ਲੱਗ ਜੇ, ਉੱਥੇ ਰੌਲਾ ਪਾਉਣ ਲੱਗ ਜਾਂਦਾ। ਉਹ 'ਚ ਵਿਆਕਲ ਹੋ ਜਾਂਦਾ। ਭਗਤ ਲੋਕ ਐਸਾ ਨਹੀਂ ਕਰਦੇ। ਅਸ਼ਟਮ ਜਮ ਹੈ ਖਿਮਾ ਸੁਹਾਈ। ਸੋ ਛੇਵਾਂ ਤੈਨੂੰ ਜਮ ਦੱਸਦੇ ਹਾਂ ਕਿ ਖਿਮਾ ਕਰ ਦੇਣੀ। ਕਿਸੇ ਨੇ ਗਲਤੀ ਕਰਤੀ, ਸਾਰਿਆਂ ਨਾਲੋਂ ਵੱਡੀ ਚੀਜ਼ ਦੂਜੇ ਦੀ ਵਧੀਕੀ ਸਹਿ ਜਾਣੀ। ਕੋਈ ਗੱਲ ਨਹੀਂ, ਜੇ ਹੁਣ ਗਲਤੀ ਕਰਤੀ ਤਾਂ ਕੀ ਹੈ, ਇਹ ਗੱਲਾਂ ਸੋਭਾ ਵਾਲੀਆਂ ਹੁੰਦੀਆਂ, ਇਹ ਗੁਰਮੁਖਾਂ ਅੰਦਰ ਦੇ ਲੱਛਣ ਹੁੰਦੇ ਨੇ। ਕੋਈ ਗੱਲ ਨਹੀਂ, ਜੇ ਗਲਤੀ ਹੋਈ ਭਾਈ ਸਾਤੋਂ ਵੀ ਹੋ ਜਾਂਦੀ ਹੈ, ਕੋਈ ਗੱਲ ਨਹੀਂ, ਤਾਂ ਇੱਥੋਂ ਗਲਤੀ ਹੋ ਗਈ ਤਾਂ ਕੀ ਗੱਲ ਹੈ। ਸੋ ਇਸ ਤਰ੍ਹਾਂ ਆਪਾਂ ਇਹ ਨਹੀਂ ਦੇਖਦੇ ਵੀ ਆਪਾਂ ਵੀ ਗਲਤੀਆਂ ਦੇ ਭਰੇ ਆ, ਆਪਣੇ 'ਚ ਕਿਹੜਾ ਔਗਣ ਨਹੀਂ। ਦੂਜੇ ਦਾ ਔਗਣ ਦੇਖ ਕੇ ਉਹ ਡੰਡੇ ਚੱਕ ਕੇ ਉਹਦੇ ਮਗਰ ਪੈਂਦੇ ਨੇ, ਆਪ ਭਾਵੇਂ ਉਦੋਂ ਵੀ ਭੈੜੇ ਹੋਣ। ਇਸ ਕਰਕੇ ਜਿਹੜੀ ਸਿੱਖੀ ਦੇ ਅਸੂਲ ਮਹਾਰਾਜ ਦੱਸ ਰਹੇ ਨੇ ਆਪਾਂ ਨੂੰ, ਇਹਨਾਂ ਅਸੂਲਾਂ ਮਗਰ ਚੱਲਣਾ ਹਮੇਸ਼ਾ। ਦੂਜੇ ਨੇ ਜੇ ਔਗਣ ਕਰਤਾ, ਉਹਨੂੰ ਢੱਕ ਲਓ, ਪਰਦਾ ਪਾ ਦਿਓ। ਜਿਵੇਂ ਪਹਿਲਾਂ ਵੀ ਦੱਸਿਆ, ਕਿਸੇ ਜੰਗਲ ਵਿੱਚੋਂ ਤੁਰੇ ਜਾਂਦੇ ਬੰਦੇ ਨੇ ਸਾਧੂ ਨੂੰ ਪੁੱਛਿਆ, ਜੰਗਲਾਂ 'ਚ ਮਿਲਿਆ ਕੋਈ, ਕਹਿੰਦੇ ਜੀ ਰੱਬ ਵਰਗਾ ਬੰਦਾ ਕਿਹੜਾ ਹੁੰਦਾ ਹੈ, ਰੱਬ ਕੈਸਾ? ਕਹਿੰਦੇ ਰੱਬ ਦੇਖ, ਦੂਜੇ ਦੇ ਔਗਣ ਦੇਖ ਤਾਂ ਪਰਦਾ ਪਾ ਦਿੰਦਾ। ਪਰਮਾਤਮਾ ਵਰਗਾ ਹੀ ਬੰਦੇ ਨੂੰ ਬਣਨਾ ਚਾਹੀਦਾ। ਦੂਜੇ ਦੇ ਔਗਣ ਦੇਖ ਕੇ ਪਰਦਾ ਪਾਓ, ਕੱਲ ਨੂੰ ਆਪਣੇ ਤੋਂ ਔਗਣ ਹੋ ਗਿਆ, ਦੂਜਾ ਵੀ ਪਰਦਾ ਪਾ ਦੂ। ਇੱਜ਼ਤ ਢਕਣੀ ਸਿੱਖੋ, ਇਹ ਵੱਡੀ ਚੀਜ਼। ਅੱਜ ਦੇ ਯੁੱਗ ਵਿੱਚ ਲੋਕ ਇੱਜ਼ਤ ਨਹੀਂ ਢਕਦੇ, ਉਲਟਾ ਏਡਾ ਬਹੁਤ ਜ਼ਿਆਦਾ ਫਿਰ ਗਲਤ ਕੰਮ ਕਰਦੇ ਨੇ, ਜਿਹਦੇ ਨਾਲ ਉਹ ਜਿਹੜਾ ਬੰਦਾ, ਉਹਦੀ ਤਾਂ ਬਦਨਾਮੀ ਤਾਂ ਪਰੇ ਮਰੀ ਕਿਤੇ, ਤਾਂ ਉਹ ਬਦਨਾਮੀ ਤਾਂ ਸਿੱਖ ਦੀ ਹੋਈ, ਸਿੱਖੀ ਦੀ ਹੋ ਗਈ, ਗੁਰੂ ਦੀ ਬਦਨਾਮੀ ਹੋ ਗਈ, ਸਿੱਖ ਧਰਮ ਦੀ ਬਦਨਾਮੀ ਹੋ ਗਈ। ਇਸ ਕਰਕੇ ਉਹਨੂੰ ਅੰਦਰ ਬਹਿ ਕੇ ਸਮਝਾਓ। ਦੋ ਹੋਰ ਬਥੇਰੇ ਤਰੀਕੇ ਨੇ ਸਮਝਾਉਣ ਦੇ, ਹੋਰ ਤਰੀਕੇ ਨਾਲ ਪਾਸੇ ਕਰ ਦਿਓ। ਮਨ ਮੈਂ ਸ਼ੋਭ ਨ ਕਬਹੁ ਉਠਾਈ। ਸੋ ਇਹ ਮਨ ਦੇ ਅੰਦਰ ਕਦੇ ਵੀ ਸ਼ੋਭ ਨਹੀਂ ਕਰਨਾ, ਰੰਜਗੀ ਨਹੀਂ ਕਰਨੀ, ਨਾਰਾਜ਼ਗੀ ਨਹੀਂ ਕਰਨੀ। ਭਲਾ ਕਿ ਬੁਰਾ ਬਖਾਨੈ ਕੋਏ। ਹੁਣ ਜਿਵੇਂ ਕੋਈ ਆਪਾਂ ਨੂੰ ਭਲਾ ਕਹਿ ਦਿੰਦਾ, ਕਦੇ ਕੋਈ ਬੁਰਾ ਵੀ ਕਹਿ ਸਕਦਾ। ਸਹਿਨਸ਼ੀਲ ਮਨ ਸਭ ਤੇ ਹੋਏ। ਇਸ ਕਰਕੇ ਮਨ ਦੇ ਅੰਦਰ ਸਹਿਨਸ਼ੀਲਤਾ ਹੋਵੇ, ਐਨ ਟਿਕਾਓ, ਠੰਡਾ ਸੁਭਾਅ। ਉਹ ਇੱਕ ਵੱਖਰੀ ਗੱਲ ਹੈ। ਵੀਰ ਰਸ ਆਉਣਾ ਤਾਂ ਜੰਗ 'ਚ ਵੱਖਰੀ ਗੱਲ ਹੈ, ਪਰ ਐਵੇਂ ਸਮਾਜਿਕ ਤੌਰ ਤੇ ਘਰ ਦੇ ਵਿੱਚ ਆਪਣੇ ਰਹਿੰਦਿਆਂ ਹੋਇਆਂ, ਸਮਾਜਿਕ ਤੌਰ ਤੇ ਦੇਸ਼ ਦੇ ਵਿੱਚ, ਉਹ ਇਹ ਸਾਰੀ ਦੁਨੀਆ ਵਿੱਚ, ਸਮਾਜ ਵਿੱਚ ਸ਼ਾਂਤ ਸੁਭਾਅ ਰੱਖੇ। ਸਪਤਮ ਦੁਖੀ ਨਾ ਦੇਖੀ ਕਾਹੀ। ਫਿਰ ਇੱਕ ਸੱਤਵਾਂ ਹੁੰਦਾ ਕਿ ਦੁਖੀ ਜਿਹੜਾ ਕਿਸੇ ਨੂੰ ਦੇਖ ਕੇ ਨਾ ਥੋੜੀ ਉਹਦੀ ਫਿਰ ਮਦਦ ਕਰੇ। ਇਹ ਨਾ ਕਿ ਬੰਦਾ ਦੁਖੀ ਹੈ ਤੇ ਉਹਦੀ ਆਪਾਂ ਮਦਦ ਹੀ ਨਾ ਕਰੀਏ। ਦਇਆ ਕਰੇ ਸਭ ਸੋ ਨਿਰਵਾਹੀ। ਸਾਰਿਆਂ ਨਾਲ ਦਇਆ ਨਿਭਾਉਣੀ ਕਰੇ, ਹਰੇਕ ਬੰਦੇ ਨਾਲ ਦਇਆ ਕਰਨੀ ਸਿੱਖਣੀ ਹੈ। ਅਸ਼ਟਮ ਕੋਮਲ ਹਿਰਦਾ ਰੱਖੈ। ਅੱਠਵਾਂ ਯਮ ਹੈ ਹਿਰਦੇ ਨੂੰ ਕੋਮਲਤਾ 'ਚ ਰੱਖੇ। ਬਿਲਕੁਲ ਕੋਮਲ ਸੁਭਾਅ ਹੋਵੇ, ਦਿਆਲਤਾ ਵਾਲਾ ਕੋਮਲ ਸੁਭਾਅ ਹੁੰਦਾ। ਜਿਵੇਂ ਕਿਸੇ ਦਾ ਦੁੱਖ ਦੇਖ ਕੇ ਜਰ ਨਾ ਸਕਣਾ, ਉਹਦੀ ਮਦਦ ਕਰਨੀ। ਸ਼ੁਭ ਉਪਦੇਸ਼ ਸਭਨਾ ਸੋ ਭਾਖੈ। ਫਿਰ ਸਾਰਿਆਂ ਨੂੰ ਸ਼ੁਭ ਉਪਦੇਸ਼ ਕਰਦਾ ਹੋਵੇ। ਗੁਰਸਿੱਖ ਬਣਨਾ ਜੇ ਤੂੰ, ਇਹ ਨਹੀਂ ਕਿ ਉਪਦੇਸ਼ ਗਲਤ ਕਰੇ,
ਸਾਰਿਆਂ ਨੂੰ ਸ਼ੁਭ ਸ਼ੁਭ ਬੋਲੇ। ਨੌਮੋ ਜਮ ਮਿਰਜਾਦ ਆਹਾਰਾ। ਨੌਵਾਂ ਯਮ ਜਿਹੜਾ ਹੁੰਦਾ ਭੋਜਨ ਮਰਿਆਦਾ ਵਾਲਾ ਖਾਵੇ। ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਨਿਰਜਕ ਸੰਭਾਏ। ਉਹ ਜਿਹੜਾ ਖਾਣਾ ਪੀਣਾ ਪਵਿੱਤਰਤਾ ਵਾਲਾ ਹੁੰਦਾ ਉਹਨਾਂ ਦਾ। ਇਸ ਕਰਕੇ ਉਹ ਜਿਹੜਾ ਭੋਜਨ ਹੈ ਉਹ ਇਸ ਢੰਗ ਦਾ ਹੋਵੇ ਕਿ ਮਰਿਆਦਾ ਵਾਲਾ ਭੋਜਨ ਹੋਵੇ। ਜੇ ਮਰਿਆਦਾ ਵਿੱਚ ਹੁੰਦਾ ਤਾਂ ਲੰਗਰਾਂ ਵਿੱਚ ਵੀ ਵਰਤਦਾ ਇਹ। ਭਲਾ ਬੁਰਾ ਲਖ ਕਰੈ ਵਿਚਾਰਾ। ਭਲਾ ਤੇ ਬੁਰਾ ਜਾਣ ਕੇ ਉਹਦੀ ਵਿਚਾਰ ਕਰੇ ਵੀ ਇਹ ਚੀਜ਼ ਭਲਾ ਹੈ ਬੁਰਾ ਹੈ। ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਆ। ਆਨੰਦ ਸਾਹਿਬ 'ਚ ਲਿਖਿਆ ਇਹ। ਖਾਵਨ ਕੋ ਆਹਾਰ ਹੈ ਜੇਤੋ। ਖਾਣ ਦਾ ਜਿੰਨਾ ਵੀ ਆਹਾਰ ਆਪਾਂ ਰੋਜ਼ ਖਾਂਦੇ ਹਾਂ ਚੌਥੇ ਭਾਗ ਖਾਏ ਕਮ ਤੇਤੋ। ਉਹਦੇ ਵਿੱਚੋਂ ਚੌਥਾ ਹਿੱਸਾ ਘੱਟ ਖਾਣਾ ਹੈ। ਹਮੇਸ਼ਾ ਕੋਸ਼ਿਸ਼ ਕਰਨੀ 2 ਰੋਟੀਆਂ ਜਗ੍ਹਾ 1.5 ਤੇ ਇਸੇ ਪ੍ਰਕਾਰ ਘਟਾ ਕੇ ਭੋਜਨ ਖਾਣਾ ਹੀ। ਜਾਂ ਐਵੇਂ ਤੂਸ ਕੇ ਖਾ ਲੈਣਾ ਬਹੁਤਾ ਖਾ ਲੈਣਾ ਉਹ ਵੀ ਦਿੱਤ ਖਾਧਾ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਦਸਮੋ ਜਮ ਸੋ ਸੋਚ ਲਖੀਜੈ। 10ਵਾਂ ਯਮ ਆ ਜਾਂਦਾ ਕਿ ਜਿਹੜੀ ਸੋਚ ਹੁੰਦੀ ਪਵਿੱਤਰਤਾ ਰੱਖਣੀ। ਇਹ ਪਵਿੱਤਰਤਾ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਜਲ ਮਿਰਤ ਕਾ ਇਸਨਾਨ ਕਰੀਜੈ। ਪਾਣੀ ਦੇ ਨਾਲ ਤੇ ਸਾਬਣ ਦੇ ਨਾਲ ਇਸ਼ਨਾਨ ਪਹਿਲਾਂ ਮਿੱਟੀ ਮਲ ਕੇ ਨਹਾਉਂਦੇ ਹੁੰਦੇ ਸੀ। ਪੁਰਾਣਿਆਂ ਟਾਈਮਾਂ 'ਚ ਮਿੱਟੀ ਮਲਦੇ ਚੀਕਣੀ ਮਿੱਟੀ ਨਾਲ ਪਿੰਡੇ ਨੂੰ ਮਲਦੇ। ਅੱਜ ਕੱਲ੍ਹ ਵੀ ਕਰਦੇ ਆ ਲੋਕੀ। ਉਹ ਜਿਹੜੀ ਮਿੱਟੀ ਜੀ ਲਾਉਂਦੇ ਆ ਮੁਲਤਾਨੀ ਮਿੱਟੀ ਮੂੰਹ ਨੂੰ ਸਾਫ਼ ਕਰਨ ਲਈ। ਹੋਰ ਪੁਰਾਣੇ ਲੋਕ ਚੀਕਣੀ ਮਿੱਟੀ ਨਾਲ ਹੀ ਨਹਾਉਂਦੇ ਹੁੰਦੇ। ਪਿੰਡੇ ਤੇ ਮਲ ਕੇ ਮਿੱਟੀ ਫਿਰ ਉਹ ਪਾਣੀ ਨਾਲ ਨਹਾਉਣਾ। ਛੱਪਣਾ ਜੀ ਨਹਾਉਂਦੇ। ਸੂਇਆਂ 'ਚ ਨਹਾਉਣਾ ਖੂਹ ਤੇ ਨਹਾਉਣਾ। ਤੇ ਇਸ ਤਰ੍ਹਾਂ ਹੁਣ ਸਾਬਣ ਆ ਗਏ ਦੇ ਸਾਬੂਨ ਲਈਆ ਉਹ ਧੋਏ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ਼ਨਾਨ ਕਰੇ ਦਾਤਣ ਕੁਰਲਾ ਕਰੇ ਔਰ ਫਿਰ ਪਵਿੱਤਰਤਾ ਰੱਖੇ। ਇਹ ਢੰਗ ਨਾਲ ਆਪਣੇ ਸਰੀਰ ਨੂੰ ਵੀ ਸੰਭਾਲ ਕੇ ਰੱਖਣਾ। ਰਾਗ ਦਵੈ ਕੀ ਮਲ ਉਰ ਮਾਹੀ। ਰਾਗ ਕਿਸੇ ਨਾਲ ਅਕਾਰਨ ਪ੍ਰੇਮ ਕਰਨਾ ਕਿਸੇ ਨਾਲ ਅਕਾਰਨ ਈਰਖਾ ਕਰਨੀ। ਇਹ ਮੈਲ ਹੈ ਮਨ ਦੇ ਅੰਦਰ ਇਹ ਦੂਰ ਕਰੇ ਜੀ। ਤਜ ਕਰ ਠੋਚ ਕਰਤਾ ਹੈ ਤਾਹੀ। ਹੁਣ ਜਿਹੜਾ ਬੰਦਾ ਇਸ ਤਰੀਕੇ ਨਾਲ ਕਰਦਾ ਕਿ ਪਵਿੱਤਰਤਾ ਜਦੋਂ ਛੱਡ ਕੇ ਕਰਦਾ ਹੈ ਉਹਨੂੰ ਜਮ ਦਸ ਇਸੇ ਪ੍ਰਕਾਰ ਅਲਾਏ। ਹੁਣ ਤਜ ਕਰ ਸੋਚ ਕਰਤ ਹੈ ਤਾਹੀ। ਇਹ ਸੋਚ ਨੂੰ ਛੱਡ ਕੇ ਫਿਰ ਤਾਈਓ ਕਰਦਾ ਰਾਗ ਦਵੈ ਕਰਦਾ। ਇਹਨਾਂ ਚੀਜ਼ਾਂ ਦੇ ਤਾਂ ਹੀ ਨਾ ਕਰੇ। ਮਾੜੀਆਂ ਚੀਜ਼ਾਂ ਪਾਪ ਪਵਿੱਤਰਤਾ ਕਰੇ। ਪਵਿੱਤਰਤਾ ਹਮੇਸ਼ਾ ਰੱਖੇ। ਚੀਜ਼ਾਂ ਦਾ ਢੰਗ ਸਿਰ ਧੋ ਕੇ ਖਾਣਾ ਔਰ ਹੱਥ ਧੋ ਕੇ। ਕਈ ਹੱਥਾਂ ਹੁੱਥਾਂ ਨੂੰ ਹੀ ਧੋਂਦੇ ਨਹੀਂ ਚੰਗੀ ਤਰ੍ਹਾਂ। ਉਹਨਾਂ ਨੂੰ ਚਾਹੀਦਾ ਕਿ ਹੱਥਾਂ ਨੂੰ ਧੋਣਾ 2-3 ਵਾਰ ਹੱਥ ਸਾਫ਼ ਕਰਨੇ ਕੜੇ ਸਮੇਤ। ਕੜੇ ਨੂੰ ਵੀ ਧੋਣਾ ਆਪਣੇ ਨਾਲ ਸਾਬਣ ਨਾਲ। ਔਰ ਕਿਰਪਾਨ ਆਪਣੀ ਜੇ ਜੂਠੇ ਹੱਥ ਲਾਗੇ ਮਾਂਜ ਕੇ ਰੱਖਣੀ। ਗਾਤਰਾ ਵੀ ਧੋ ਕੇ ਰੱਖਣਾ। ਗਾਤਰੇ ਬਦਲਦੇ ਹੋ 4-5 ਰੱਖੋ। ਕਿਰਪਾਨ ਜਿਹੜੀ ਹੈ ਉਹ ਕਿਰਿਆ ਆਦਿਕ ਨੂੰ ਹੋਰ ਰੱਖੇ। ਫਿਰ ਪਵਿੱਤਰ ਕਿਰਪਾਨ ਜਿਹੜੀ ਵੱਖਰੀ ਰੱਖੇ ਦਰਬਾਰ ਸਾਹਿਬ ਪਾਉਣੀ ਹੈ। ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਸਿੱਖਣੀਆਂ ਪੈਂਦੀਆਂ ਨੇ। ਬਸਤਰ ਪਵਿੱਤਰਤਾ ਵਾਲੇ ਪਾਉਣੇ। ਬਹੁਤ ਸਾਰੀਆਂ ਚੀਜ਼ਾਂ ਸਿਖਾ ਰਹੇ ਨੇ। ਦਾਸਬ ਨੇਮ ਸੁਨੋ ਮਨ ਲਾਏ। ਹੁਣ ਅੱਗੇ ਤੈਨੂੰ ਪਹਿਲਾਂ ਕਹਿੰਦੇ ਦੱਸਿਆ ਪਈ ਰਾਜਨ ਯਮ ਤਾਂ ਤੈਨੂੰ ਦੱਸਦੇ 10 ਪ੍ਰਕਾਰ ਦੇ। ਹੁਣ ਨੇਮ ਹੁੰਦੇ 10। ਇਹ 10 ਪ੍ਰਕਾਰ ਦੇ ਅੱਗੇ ਤੈਨੂੰ ਨੇਮ ਦੱਸਦੇ ਆ ਕਿਹੜੇ ਹੁੰਦੇ ਨੇ। ਪ੍ਰਥਮੇ ਤਪਸੋ 3 ਪ੍ਰਕਾਰਾ। ਪਹਿਲਾ ਹੁੰਦਾ ਤਪ। ਤਪ ਹੁੰਦਾ 3 ਪ੍ਰਕਾਰ ਦਾ। ਉਹ ਪਹਿਲਾਂ ਸੁਣ ਲੈ। ਰਾਜ ਤਮ ਬਹੁਰ ਸ਼ਾਂਤ ਕੀ ਸਾਰਾ। ਇੱਕ ਤਪ ਹੁੰਦਾ ਰਜੋ ਗੁਣੀ ਇੱਕ ਤਮੋ ਗੁਣੀ ਇੱਕ ਸ਼ਾਂਤ ਕੀ ਗੁਣੀ ਹੁੰਦਾ ਤਪ। ਸ਼ੁੱਧਾ ਅਗਨ ਜਲ ਸੋ ਤਨ ਧਾਵਾ। ਹੁਣ ਇੱਕ ਹੁੰਦੇ ਨੇ ਜਿਹੜਾ ਭੁੱਖ ਰੱਖਣੀ ਆ। ਅੱਗ ਦੀ ਧੂਣੀ ਲਾ ਕੇ ਜੇਠ ਹਾੜ ਦੇ ਮਹੀਨੇ 4 ਧੂਣੀਆਂ ਲਾ ਕੇ ਵਿਚਕਾਰ ਬਹਿਣਾ। ਇੱਕ ਹੁੰਦਾ ਫਿਰ ਪਾਣੀ ਦੇ ਵਿੱਚ ਖੜਨਾ 12-12 ਸਾਲ ਪਾਣੀ 'ਚ ਹੀ ਖੜੇ ਰਹਿਣਾ। ਇਸ ਤਰ੍ਹਾਂ ਸਰੀਰ ਨੂੰ ਕਸ਼ਟ ਦੇਣਾ। ਇਹ ਤਾਮਸੀ ਫਲ ਦਾ ਗਾਵਾ। ਇਹ ਤਾਮਸੀ ਹੈ। ਇਹ ਫਲ ਦੇਣ ਵਾਲਾ ਕਿਹਾ ਜਾਂਦਾ ਹੈ। ਹਿਰਦੇ ਗਿਆਨ ਇਸ ਤੇ ਨਹਿ ਹੋਏ। ਪਰ ਇਹਦੇ 'ਚ ਮਨ 'ਚ ਗਿਆਨ ਨਹੀਂ ਹੁੰਦਾ। ਇਹ ਸਿਰਫ ਇਹ ਹੈ ਕਿ ਭੁੱਖ ਰੱਖੀ ਅੱਗ 'ਚ ਚਾਰੇ ਪਾਸੇ ਅੱਗ ਬਾਲ ਕੇ ਬੈਠਾ ਪਾਣੀ ਦੇ ਵਿੱਚ ਖੜਾ ਰਿਹਾ। ਇਹਦੇ ਨਾਲ ਮਾੜਾ ਮੋਟਾ ਰਿੱਧੀ ਸਿੱਧੀ ਕੋਈ ਇਕਾਗਰਤਾ ਜੀ ਹੋ ਕੇ ਪ੍ਰਾਪਤੀ ਕੁਛ ਨਾ ਕੁਛ ਲੈ ਡਿੱਗਦਾ। ਜ਼ਬਾਨ 'ਚ ਸੱਤਾ ਜੀ ਆ ਗਈ ਮਾੜੀ ਜੀ। ਇਹ ਤਪ ਕਹਿੰਦੇ ਨੇ। ਤਪ ਦਾ ਹੰਕਾਰ ਵੀ ਹੁੰਦਾ। ਤਪ ਨਾਲ ਰਾਜ ਵੀ ਮਿਲ ਜਾਂਦਾ। ਪਰ ਮਨ ਦੇ ਜਿਹੜੇ ਗਿਆਨ ਹੈ ਉਹ ਨਹੀਂ ਹੁੰਦਾ। ਦੇਤ ਫਲਨ ਜੇ ਕਰ ਹੈ ਕੋਏ। ਸੋ ਫਲਾਂ ਨੂੰ ਦਿੰਦਾ ਜੇ ਕੋਈ ਕਰਦਾ ਹੈ। ਰੋਕ ਕਰਮ ਰਖੀਕ ਜੋ ਕਰਨੀ। ਹੁਣ ਅੱਗੇ ਸੁਣੋ ਕਹਿੰਦੇ ਰੋਕ ਕੇ ਆਪਣੀਆਂ ਇੰਦਰੀਆਂ ਨੂੰ
ਫਿਰ ਕੁਕਰਮ ਜੋ ਕਰਨੀ, ਰੋਕ ਕੁਕਰਮ ਰਖੀਕ ਜੋ ਕਰਨੀ। ਮੰਦੇ ਕੰਮਾਂ ਦੀ ਜੇ ਰੋਕ ਕੇ ਰੱਖਣਾ ਇੰਦਰੀਆਂ ਨੂੰ ਇਹਨਾਂ ਵੱਲੋਂ। ਰਾਜਸ ਇਹ ਹੈ ਸੋ ਕਰਮਨ ਧਰਨੀ। ਇੰਦਰੀਆਂ ਨੂੰ ਮਾੜੇ ਪਾਸਿਓਂ, ਅੱਖਾਂ ਨੂੰ, ਕੰਨਾਂ ਨੂੰ, ਨੱਕ ਨੂੰ, ਮੂੰਹ ਨੂੰ, ਜ਼ੁਬਾਨ ਨੂੰ, ਹੱਥਾਂ ਪੈਰਾਂ ਸਾਰਿਆਂ ਨੂੰ, ਵਿਕਾਰਾਂ ਵੱਲੋਂ ਮਨ ਨੂੰ ਰੋਕ ਕੇ ਰੱਖੇ, ਇਹ ਰਾਜਸੀ ਤਪ ਹੁੰਦਾ ਹੈ। ਦੋਹਰਾ ਬਹੁਰ ਸੰਤ ਕੀ ਤਪ ਹੈ, ਬਿਰਤ ਟਿਕਾਵਨ ਕੀਨ। ਹੁਣ ਇਹ ਰਾਜਸੀ ਜਿਹੜਾ ਪਿੱਛੇ ਦੱਸਿਆ, ਇਹ ਸ਼੍ਰੇਸ਼ਟ ਕੰਮਾਂ ਦਾ ਧਾਰਨਾ। ਅੱਗੇ ਹੁਣ ਦੱਸਦੇ ਸ਼ਾਂਤ ਕੀ ਤਪ ਕੀ ਹੁੰਦਾ। ਸ਼ਾਂਤ ਕੀ ਤਪ ਹੁੰਦਾ ਇਹ ਜਿਹੜਾ ਬਿਰਤੀ ਨੂੰ ਟਿਕਾਉਣਾ ਆਪਣਾ। ਪਹਿਲਾਂ ਤਾਂ ਅਸੀਂ ਸਰੀਰ ਨੂੰ ਕਸ਼ਟ ਦੇਣਾ, ਫਿਰ ਤਮੋ ਗੁਣ। ਰਜੋ ਗੁਣ ਹੁੰਦਾ ਜਿਹੜੇ ਇੰਦਰੀਆਂ ਕੱਲੀਆਂ ਨੂੰ ਰੋਕ ਲਿਆ ਪਰ ਮਨ ਨਹੀਂ ਟਿਕਾਇਆ। ਉਹ ਠੀਕ ਹੈ, ਜੀਵਨ ਵਾਲਾ ਬੰਦਾ, ਪਰ ਮਨ ਨਹੀਂ ਇਕਾਗਰ ਹੈ। ਬਹੁਰ ਸ਼ਾਂਤ ਕੀ ਤਪ ਇਹ ਹੈ, ਬਿਰਤ ਟਿਕਾਵਨ ਕੀਨ। ਫੇਰ ਹੁੰਦਾ ਕਿ ਬਿਰਤੀ ਨੂੰ ਟਿਕਾ ਲੈਣਾ ਆਪਣੀ, ਇਹ ਸ਼ਾਂਤ ਕੀ ਤਪ ਹੈ। ਨੇਮ ਸੰਤੋਖ ਦੂਜੋ ਲਖੋਂ, ਦਵੈ ਪ੍ਰਕਾਰ ਸੋ ਚੀਨ। ਹੁਣ ਜਾਣੋ ਅੱਗੇ ਇੱਕ ਨੇਮ ਹੈ ਸੰਤੋਖ, ਦੂਜੋ ਲਖੋ, ਦੂਜਾ ਜਾਣਨਾ ਕਰੋ। ਇਹ ਵੀ ਦੋ ਪ੍ਰਕਾਰ ਦਾ ਹੁੰਦਾ ਹੈ। ਜੋ ਪਈ ਹੱਥ ਪਦਾਰਥ ਆਵਤ ਨਹੀਂ। ਕਹਿੰਦੇ ਹੱਥ ਵਿੱਚ ਬੰਦੇ ਦੇ ਪਦਾਰਥ ਤਾਂ ਨਹੀਂ ਆਉਂਦਾ, ਬੜੇ ਯਤਨ ਜੇ ਕਰਦਾ, ਇਹ ਸੰਤੋਖ ਹੈ ਦੂਜਾ ਨੇਮ। ਹੁਣ ਸੰਤੋਖੇ ਅਸ ਮੁਖ ਪ੍ਰਾਹੀ। ਫਿਰ ਪਦਾਰਥ ਤਾਂ ਕਿਤੋਂ ਮਿਲਣਾ ਨਾ, ਕੋਲ ਕੁਛ ਵੀ ਨਾ ਹੋਣਾ। ਲੋਕਾਂ ਨੂੰ ਕਹਿਣਾ ਅਸੀਂ ਤਾਂ ਸੰਤੋਖੀ ਹੁੰਦੇ ਆ ਜੀ, ਅਸੀਂ ਤਾਂ ਕੋਈ ਚੀਜ਼ ਲੈਂਦੇ, ਮਿਲਦਾ ਤਾਂ ਊਂ ਨਹੀਂ, ਸੰਤੋਖੀ ਕਹਾਉਣ ਲੱਗ ਜਾਂਦੇ ਨੇ। ਤੇ ਹਿਰਦੈ ਹਰਖ ਨਹਿ ਹੋਏ। ਉਹਦੇ ਨਾਲ ਮਨ ਦੇ ਅੰਦਰ ਖੁਸ਼ੀ ਨਹੀਂ ਹੁੰਦੀ। ਨਿਜ ਕੀਰਤ ਕੋ ਚਾਹਤ ਸੋਏ। ਉਹ ਆਪਣੀ ਸਿਰਫ ਵਡਿਆਈ ਚਾਹੁੰਦਾ ਹੁੰਦਾ, ਐਵੇਂ ਫੜ ਕੇ ਜੇ ਮਾਰੀ ਜਾਣੇ। ਸਾਨੂੰ ਤਾਂ ਉੱਥੇ ਆ ਮਿਲਦਾ ਸੀ ਜੇ, ਅਸੀਂ ਤਾਂ ਲਿਆ ਹੀ ਨਹੀਂਗਾ, ਅਸੀਂ ਤਾਂ ਬਹੁਤ ਤਿਆਗੀ ਹੁੰਦੇ ਆ, ਮੈਂ ਤਾਂ ਬਹੁਤ ਸੰਤੋਖੀ ਹਾਂ। ਦੂਜੇ ਜਥਾ ਲਾਭ ਸੰਤੋਖੂ। ਅਸਲ ਵਿੱਚ ਉਹ ਸੰਤੋਖ ਹੁੰਦਾ ਜਥਾ ਲਾਭ ਤਥਾ ਸੰਤੁਸ਼ਟ, ਜਿੰਨਾ ਕੁ ਮਿਲਿਆ ਉਹ ਚ ਸੰਤੋਖ ਰੱਖ ਲੈਣਾ। ਧਾਰਤ ਹੈ ਜੋਗੀ ਬਿਨ ਦੋਖੂ। ਬਿਨਾਂ ਕਿਸੇ ਦੋਸ਼ ਦੇ ਜੋਗੀ ਲੋਕ ਇਹਨੂੰ ਧਾਰਨਾ ਕਰਦੇ ਹਨ, ਇਹ ਜਿਹੜਾ ਸੰਤੋਖ ਹੁੰਦਾ ਹੈ। ਵਸਤ ਨ ਪ੍ਰਾਪਤ ਤੋ ਹਰ ਖਾਈ। ਜੋ ਉਹਨਾਂ ਨੂੰ ਜਦੋਂ ਕੋਈ ਵਸਤੂ ਪ੍ਰਾਪਤ ਵੀ ਨਹੀਂ ਹੁੰਦੀ ਤਾਂ ਵੀ ਉਹ ਖੁਸ਼ ਹੀ ਰਹਿੰਦੇ, ਕੋਈ ਗੱਲ ਨਹੀਂ। ਮਨ ਦਾ ਸੰਤੋਖ ਵੱਡਾ ਹੁੰਦਾ। ਜੇ ਪ੍ਰਾਪਤ ਹੋਇ ਤਾਂ ਸੁਖ ਪਾਈ। ਜੇ ਮਿਲ ਗਿਆ ਛਕ ਲਿਆ, ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ। ਰੱਬ ਰੱਬ ਕਹਿ ਕੇ, ਜਿਵੇਂ ਭਾਈ ਕਮਲੀਆ ਜੀ ਜਾਂਦੇ ਹੁੰਦੇ ਸੀ ਮੰਗਣ ਵਾਸਤੇ, ਉਹਨਾਂ ਨੇ ਜਦ ਜਾਣਾ, ਜਾ ਕਰਕੇ ਘਰ ਦੇ ਅੱਗੇ ਭਾਈ ਗੋਦੜੀਆ ਵੀ ਐਂ ਕਰਦੇ ਸੀ। ਇੱਕੋ ਘਰ ਮੂਹਰੇ ਪਿੰਡ 'ਚ ਖੜ ਕੇ ਕਹਿਣਾ ਸਤਨਾਮ ਵਾਹਿਗੁਰੂ। 2 ਮਿੰਟ ਦੇਖਿਆ ਨਹੀਂ ਆਇਆ ਪ੍ਰਸ਼ਾਦਾ ਕੋਈ ਲੈ ਕੇ ਅੰਦਰੋਂ, ਉਹਨੇ ਕਹਿਣਾ ਅੱਜ ਹਮੀ ਹੁਕਮ ਨਹੀਂ ਹੈ ਮਹਾਰਾਜ ਦਾ। ਵਾਪਸ ਜਾ ਕੇ ਫੇਰ ਪਾਠ ਕਰਨ ਲੱਗ ਜਾਣਾ। ਉਹ 25-25 ਪਾਠ ਦੋਵੇਂ ਜਾਣੇ ਜਪਜੀ ਸਾਹਿਬ ਦੇ ਕਰਨ ਵਾਲੇ ਪ੍ਰੇਮੀ, ਇਹ ਬਹੁਤਾ ਨਹੀਂ ਸੀ ਮੰਗਦੇ ਰੋਟੀ, ਇੱਕ ਘਰ ਤੋਂ ਮੰਗਣੀ। ਫਿਰ ਪਿੰਡ ਵਾਲਿਆਂ ਨੂੰ ਪਤਾ ਹੀ ਬਾਬੇ ਨੇ ਮੁੜ ਜਾਣਾ। ਸਤਨਾਮ ਵਾਹਿਗੁਰੂ ਕਹਿੰਦੇ ਲੋਕੀ ਦੌੜੇ ਆਉਂਦੇ ਸੀ ਰੋਟੀ ਲੈ ਕੇ, ਵੀ ਗੁਰਮੁਖਾਂ ਨੇ ਵਾਪਸ ਮੁੜ ਜਾਣਾ ਹੈ, ਮਹਾਂਪੁਰਖ ਹੈ, ਬਾਣੀ ਪੜ੍ਹਨ ਵਾਲਾ ਹੈ। ਇਹ ਹੁੰਦਾ ਸੰਤੋਖ। ਦੋਹਰਾ ਵਾਹਿਗੁਰੂ ਕੀ ਰਜਾਏ ਪੈ, ਹਰਖੈ ਮਨ ਸੁਖ ਪਾਏ। ਉਹ ਵਾਹਿਗੁਰੂ ਜੀ ਦੀ ਰਜਾ ਵਿੱਚ ਹੀ ਖੁਸ਼ ਰਹਿੰਦਾ, ਮਨ ਦੇ ਅੰਦਰ ਬੜਾ ਹੀ ਸੁਖ ਪ੍ਰਾਪਤ ਕਰਦਾ। ਵਾਹਿਗੁਰੂ ਕਰ ਜਾਪ ਲਿਹੋ ਰੱਖੈ ਜੇ ਮਨ ਸੁਖ ਪਾਏ। ਬਸ ਉਹ ਕਹਿੰਦੇ ਵਾਹਿਗੁਰੂ ਦੀ ਰਜਾ ਹੈ, ਜੋ ਦੇਤਾ ਅਸੀਂ ਛਕ ਲਿਆ, ਵਾਹਿਗੁਰੂ ਕਹਿ ਕੇ ਛਕ ਲੈਣਾ। ਤੀਸਰ ਆਸਤਿਕ ਬੁੱਧ ਹੈ, ਗੁਰਬਤ ਦ੍ਰਿੜ ਨਿਸ਼ਚੈ। ਤੀਸਰੀ ਬੁੱਧੀ ਹੁੰਦੀ ਆਸਤਿਕਤਾ ਵਾਲੀ ਬੁੱਧੀ, ਕਿ ਗੁਰੂ ਦੇ ਬਚਨਾਂ ਦੇ ਉੱਤੇ ਪੱਕਾ ਨਿਸ਼ਚਾ ਹੋਣਾ, ਉਹ ਮਨ ਨੇ ਡੋਲਣਾ ਨਾ। ਚੌਪਈ ਚੌਥਾ ਦਾਨ ਦੇਣ ਕੋ ਦਾਤਾ। ਚੌਥੇ ਹੁੰਦੇ ਦਾਨ ਦੇਣ ਦਾ ਦਾਤਾ ਹੁੰਦਾ, ਦਾਨ ਕਰਨ ਵਾਲਾ। ਸਮਰਜ ਸਤਗੁਣ ਤਹਿ ਤ੍ਰੈ ਭਾਂਤਾ। ਹੁਣ ਦਾਨ ਵੀ 3 ਤਰ੍ਹਾਂ ਦਾ ਹੁੰਦਾ ਹੈ, ਇੱਕ ਤਮੋ ਗੁਣੀ, ਰਜੋ ਗੁਣੀ, ਸਤੋ ਗੁਣੀ। ਕਲਹਿ ਕ੍ਰੋਧ ਸੋ ਬਿਨ ਸੁਭ ਕਾਲਾ। ਗੁੱਸੇ 'ਚ ਆ ਕੇ ਬਿਨਾਂ ਸ਼ੁਭ ਸਮੇਂ ਤੋਂ ਐਵੇਂ ਹੀ ਦਾਨ ਕਰਨਾ, ਜਿਹੜਾ ਸੋ ਮੰਗਤਾ ਖੜਾ ਮੰਗੀ ਜਾਂਦਾ, ਭਗਾ ਕੇ ਸਿਰ 'ਚ ਮਾਰੀ ਰੋਟੀ ਉਹਦੇ, ਜਾਂ 10-5 ਪੈਸੇ ਭਗਾ ਕੇ ਮਾਰੇ, ਚੱਕ ਫੜ ਬਾਬਾ ਦਫਾ ਹੋ, ਨਾਲੇ ਖਿੱਚ ਕੇ ਪੈਣਾ ਅਗਲੇ ਨੂੰ, ਉਹ ਕਾਹਦਾ ਦਾਨ ਮੰਨਿਆ। ਦੇਤ ਤਾਮਸੀ ਰੀਤ ਵਿਸਾਲਾ। ਇਹ ਤਾਮਸੀ ਰੀਤੀ ਹੁੰਦੀ ਹੈ, ਇਹੋ ਜਿਹਾ ਦਾਨ ਦੇ ਨਾਲ ਤਾਂ ਉਹੀ ਚੰਗਾ ਹੈ। ਨਿਜ ਜਸ ਹੇਤ ਦੇਤ ਜੋ ਦਾਨਾ। ਇੱਕ ਬੰਦੇ ਉਹ ਹੁੰਦੇ ਨੇ ਜਦੋਂ ਉਦੋਂ ਦਾਨ ਕਰਦੇ ਨੇ ਜਦੋਂ ਸਾਰੇ ਜਾਣੇ ਦੇਖਦੇ ਹੋਣ, ਅੱਗੇ ਪਿੱਛੇ ਨਹੀਂ ਕਰਨਾ। ਜਦੋਂ ਸਾਰੇ ਜਾਣੇ ਬੈਠੇ ਹੋਣ, ਭਰੀ ਸੰਗਤ ਵਿੱਚ 5 ਕਿਲੋ ਆਟਾ ਲਿਆਇਆ, ਫਿਰ ਦਾਲ ਲਿਆਇਆ, ਸਾਰੇ ਦੇ ਦਿਓ, ਬਈ ਬੜਾ ਦੁੱਧ ਚੱਕ ਕੇ ਲਿਆਇਆ, ਉਹ ਦਾਨ ਹੁੰਦਾ ਵਡਿਆਈ ਲਈ। ਦਾਨ ਹੁੰਦਾ ਇਸ ਤਰ੍ਹਾਂ ਦਾ ਦਿਖਾਵੇ ਦਾ ਦਾਨ, ਜਿਹੜਾ
ਇਹ ਸਾਰੇ ਰਾਜਸੀ ਦਾਨ ਹੁੰਦੇ ਨੇ। ਅਹਿ ਰਾਜਸੀ ਫਲ ਲਗ ਜਾਣਾ। ਇਹਦਾ ਥੋੜਾ ਜਿਹਾ ਫਲ ਮਿਲ ਜਾਂਦਾ ਹੈ, ਕਿਉਂਕਿ ਉਹਨੇ ਹਉਮੈ ਵਿੱਚ ਆ ਕੇ ਆਪਣੇ ਦਿਖਾਵੇ ਲਈ ਦਾਨ ਕੀਤਾ। ਹਰੇਕ ਇਸ ਤਰ੍ਹਾਂ ਸਾਵਧਾਨ ਰਹਿਣਾ ਕਿ ਦਾਨ ਕਰਨ ਵੇਲੇ ਸੋਚ ਲੈਣਾ ਕਿ ਤਾਮਸੀ ਨਾ ਹੋਵੇ, ਰਾਜਸੀ ਨਾ ਹੋਵੇ। ਕਰ ਕੈ ਬਿਨੈ ਦੇਨਰ ਦੇਖੀ। ਇਸ ਤਰ੍ਹਾਂ ਬੇਨਤੀ ਭਾਵ ਅਧਿਕਾਰੀ ਪੁਰਖ ਨੂੰ ਦੇਖ ਕਰਕੇ ਦਾਨ ਦੇਣਾ। ਇਹੋ ਸੰਤ ਕੀ ਫਲਤ ਬਸੇਖੀ। ਇਹ ਬਹੁਤਾ ਫਲਦਾ ਹੈ ਕਿ ਮੌਕਾ ਦੇਖ ਕੇ ਦਾਨ ਕਰਨਾ ਔਰ ਦੇਖਣਾ ਕਿ ਬੰਦਾ ਯੋਗ ਹੈ ਦਾਨ ਦੇ। ਕਈ ਉਹੀ ਦੇਈ ਜਾਂਦੇ ਦਾਨ, ਭਾਵੇਂ ਪੈਸਾ ਜਿਹੜਾ ਦੇਣਾ ਉਹ ਸ਼ਰਾਬੀ ਕਬਾਬੀ ਨਸ਼ਈ ਬੰਦੇ ਨੂੰ ਪੈਸਾ ਨਾ ਦੇਵੇ, ਕਿਉਂਕਿ ਉਹਨੇ ਤੇ ਫਿਰ ਨਸ਼ਾ ਹੀ ਕਰ ਲੈਣਾ ਉਹਦਾ। ਇਹਦੇ ਉਹਨੂੰ ਰੋਟੀ ਦੇਵੇ ਤਾਂ ਹੋਰ ਕੋਈ ਖਾਣ ਵਾਲੀ ਚੀਜ਼, ਜੇ ਨਹੀਂ ਕੱਪੜਾ ਤਾਂ ਕੱਪੜਾ ਦੇਣਾ। ਇਹ ਵੀ ਗਾਹਾਂ ਪੀਰ ਹੁੰਦੇ ਜਿਹੜੇ ਨਸ਼ਿਆਂ ਵਾਲੇ, ਹੰਸਾਲੀ ਵਾਲੇ ਮਹਾਂਪੁਰਖਾਂ ਕੋਲ ਕਈ ਆਏ ਤਾਂ ਉਹ ਕਹਿੰਦੇ ਬਾਬਾ ਜੀ ਕੰਬਲ ਲੈਣਾ, ਇੱਕ ਕਹਿੰਦਾ ਕੰਬਲ ਲੈਣਾ। ਸਾਧੂ ਜੀ ਆ ਗਿਆ, ਉਹ ਇੱਕ ਕਹਿੰਦਾ ਮੈਂ ਛਤਰੀ ਲੈਣੀ ਹੈ, ਨਵੀਂ ਛਤਰੀ ਲੈਤੀ। ਉਹ ਜਦ ਪਰੇ ਇੱਕ ਪੈਂਦਾ ਆਲਾ ਸਿੰਘ ਦੀ ਬਡਾਲੀ, ਉੱਥੋਂ ਦੁਕਾਨਦਾਰ ਨੂੰ ਵੇਚ ਕੇ, ਦੋਵੇਂ ਚੀਜ਼ਾਂ ਵੇਚ ਕੇ ਗਾਂ ਵਿੱਚ ਨਸ਼ਾ ਕਰ ਲਿਆ ਉਹਦਾ। ਇਹ ਕਈ ਲੋਕ ਐਂ ਸ਼ੈਤਾਨ ਹੁੰਦੇ ਨੇ। ਚੀਜ਼ ਵੀ ਬੜੇ ਧਿਆਨ ਨਾਲ ਦੇਣੀ ਪੈਂਦੀ ਹੈ, ਨਾਲੇ ਤਾਂ ਦਾਨ ਲੈ ਲੈਣਾ ਫਿਰ ਵੇਚ ਦੇਣਾ, ਫਿਰ ਦਾਨ ਲੈ ਲੈਣਾ ਫਿਰ ਵੇਚ ਦੇਣਾ। ਉਹਨਾਂ ਨੇ ਇਹ ਤਰੀਕੇ ਬਣਾਏ ਹੁੰਦੇ ਨੇ। ਦੋਹਰਾ ਵਾਹਿਗੁਰੂ ਕੋ ਜਾਣ ਕੈ ਸਵੈ ਪਦਾਰਥ ਦੇ। ਵਾਹਿਗੁਰੂ ਦਾ ਸਾਰਾ ਕੁਝ ਦਿੱਤਾ ਹੋਇਆ, ਸਾਰੇ ਪਦਾਰਥ ਮੈਨੂੰ ਰੱਬ ਨੇ ਦਿੱਤੇ ਨੇ। ਮੈਂ ਕੋਈ ਦਾਨ ਨਹੀਂ ਕਰਦਾ, ਅਸੀਂ ਤਾਂ ਵੰਡ ਕੇ ਛਕਦੇ ਹਾਂ। ਗੁਰਸਿੱਖ ਦਾ ਕੰਮ ਨਹੀਂ ਹੈ ਦਾਨ ਕਰਨੇ, ਆਪਾਂ ਤਾਂ ਵੰਡ ਛਕਣ ਵਾਲੇ ਹਾਂ ਰਾਜਨ। ਜੇ ਰੱਬ ਨੇ ਕਿਸੇ ਨੂੰ ਬਹੁਤਾ ਦਿੱਤਾ, 10 ਨੂੰ ਖਵਾਵੇ, 50 ਨੂੰ ਖਵਾਵੇ, 100 ਨੂੰ ਖਵਾਵੇ। ਇਹ ਇੱਕ ਰੋਟੀ ਆ ਅੱਧੀ ਅੱਧੀ 2 ਜਾਣੇ ਕਰਕੇ ਖਾਓ, ਵੰਡ ਛਕੋ। ਕਿਉਂ? ਕਈ ਲੋਕ ਤਾਂ ਕਹਿੰਦੇ ਨੇ ਕਿ ਸਾਡੇ ਜੀ ਵਿੱਚ ਹੈਗਾ ਕਿ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ। ਜਿਵੇਂ 2 ਜਾਣੇ ਬੱਸ 'ਚ ਬੈਠੇ ਸੀ, ਕਹਿੰਦਾ ਹਾਂ ਜੀ, ਕਹਿੰਦਾ ਅਸੀਂ, ਕਹਿੰਦਾ ਸਾਡੇ ਤਾਂ ਐਂ ਆ ਵੀ ਸਾਡੇ ਦੇ ਵਿੱਚ ਪਾਰਟੀ 'ਚ ਅਸੂਲ ਹੈ ਵੀ ਸਾਰਿਆਂ ਨੂੰ ਬਰਾਬਰ ਰੱਖਣਾ, ਤੇ ਕਹਿੰਦਾ ਤੂੰ ਸਾਡੀ ਪਾਰਟੀ 'ਚ ਰਲ ਜਾ। ਬੰਦਾ ਕਹਿੰਦਾ ਅੱਛਾ ਜੀ, ਬਰਾਬਰ ਰੱਖਦੀ ਤੁਹਾਡੀ ਪਾਰਟੀ? ਕਹਿੰਦੇ ਹਾਂ ਜੀ। ਕਹਿੰਦੇ ਤੁਹਾਡੀ ਜੇਬ 'ਚ ਕਿੰਨੇ ਰੁਪਈਏ? ਕਹਿੰਦਾ 20 ਰੁਪਈਏ। ਕਹਿੰਦਾ ਜੀ ਮੇਰੇ ਕੋਲ ਤਾਂ ਫਿਰ ਕੁਛ ਵੀ ਨਹੀਂ, ਪਹਿਲਾਂ ਤਾਂ ਆਪਾਂ 10-10 ਕਰੀਏ ਦੋਵਾਂ ਜਾਣੇ ਆਪਸ 'ਚ। ਕਹਿੰਦਾ ਇਉਂ ਨਹੀਂ। ਕਹਿੰਦਾ ਫੇਰ ਕਿਵੇਂ? ਉਹ ਫੇਰ ਮੈਂ ਤੈਨੂੰ ਸਮਝਾਉਂ, ਫੇਰ ਆਈ। ਉੱਥੇ 10 ਰੁਪਏ ਉਹਨੂੰ ਦਿੱਤੇ ਨਹੀਂ, ਫੇਰ ਕਾਹਦੀ ਗੱਲ ਹੈ? ਮਹਾਰਾਜ ਕਹਿੰਦੇ ਨੇ ਦਾਨ ਕਰਨਾ ਨਹੀਂ, ਆਪਾਂ ਉਹ ਪੰਡਤਾਂ ਵਾਂਗੂ ਦਾਨ ਪੁੰਨ ਵਾਲੇ ਪਾਸੇ ਪੈਣਾ ਹੀ ਨਹੀਂ। ਆਪਾਂ ਤਾਂ ਸਿਰਫ ਵਾਹਿਗੁਰੂ ਦਾ ਜਾਣ ਕੇ ਵੰਡ ਛਕਣਾ ਹੈ। ਤਨਕ ਨ ਆਪਣਾ ਮਾਨਈ ਤਾਹੇ ਅਖੈ ਫਲ ਲੈ। ਤਨਕ ਮਾਤਰ ਵੀ ਆਪਣਾ ਨਾ ਮੰਨੇ, ਉਹ ਅਵਿਨਾਸੀ ਜੋ ਕਦੇ ਨਾਸ ਨਾ ਹੋਵੇ, ਉਹਦਾ ਫਿਰ ਫਲ ਉਹ ਮਿਲਦਾ। ਇਹ ਸਭ ਵਾਹਿਗੁਰੂ ਦਾ ਹੀ ਆ ਭਾਈ। ਮੇਰੇ ਕੋਲ ਵੀ ਲੈ, ਤੂੰ ਵੀ ਲੈ ਲੈ ਭਾਈ। ਚੌਪਈ ਦਰਬ ਕਿਨੋ ਵਿਦਿਆ ਕੋ ਦਾਨਾ। ਜਾਂ ਤਾਂ ਪੈਸੇ ਦਾ ਜਿਹੜਾ ਦਾਨ ਜਾਂ ਫਿਰ ਵਿਦਿਆ ਦਾ ਦਾਨ ਹੈ। ਦੇਤ ਸ਼ਾਂਤ ਕੀ ਹਵੈ ਨਿਰਮਾਨਾ। ਇਹ ਨਿਰਮਾਣ ਹੋ ਕੇ ਦੇਵੇ, ਸ਼ਾਂਤੀ ਦਿੰਦਾ ਹੈ। ਏਕੋ ਫਲ ਹਵੈ ਅਮਿਤ ਵਿਸਾਲਾ। ਇਹਦਾ ਜਿਹੜਾ ਫਲ ਹੈ ਨਾ ਉਹ ਬਹੁਤ ਜ਼ਿਆਦੇ ਹੁੰਦਾ ਹੈ। ਵੇਦ ਸੰਤ ਭਾਗਤ ਇਸ ਢਾਲਾ। ਵੇਦ ਤੇ ਸੰਤ ਮਹਾਤਮਾ ਇਸ ਤਰੀਕੇ ਨਾਲ ਕਹਿੰਦੇ ਹਨ। ਪੰਚਮ ਪੂਜਾ ਮਨ ਕਰ ਕਰਨੀ। ਪੰਜਵਾਂ ਹੁੰਦਾ ਪੂਜਾ ਕਰਨੀ ਹੈ, ਨੇਮ। ਪੰਜਵਾਂ ਨੇਮ ਹੈ ਪੂਜਾ ਕਰਨੀ ਹੈ। ਪੂਜਾ ਕੀਚਾ ਨਾਮ ਧਿਆਈ ਹੈ। ਪੂਜਾ ਜਿਹੜੀ ਕਰਨੀ ਹੁੰਦੀ ਹੈ ਮਨ ਕਰਕੇ ਕਰਨੀ। ਹੱਥਾਂ ਨਾਲ ਤਾਂ ਹੋ ਗਏ 4 ਕੁ ਫੁੱਲ ਚੜਾ ਤੇ ਮਾੜਾ ਮੋਟਾ ਹੱਥਾਂ ਨਾਲ ਜਿੰਨਾ ਵੀ ਕਰਦੇ ਆ, ਪਰ ਮਨ ਨਾਲ ਨਹੀਂ ਕਰਦੇ ਆਪਾਂ। ਪੂਜਾ ਕਰਨੀ ਹੈ ਨਾਮ ਨੂੰ ਧਿਆਉਣਾ, ਮਨ ਕਰਕੇ ਇਹਦੀ ਭਗਤੀ ਕਰਨੀ ਹੈ। ਮਾਨਸ ਸਵੇਰੇ ਵੀ ਕਥਾ ਵਿੱਚ ਇਹ ਆਇਆ ਸੀ। ਹਿਰਦੇ ਭਾਵਨੀ ਗੁਰਮਹਿ ਧਰਨੀ। ਮਨ ਦੇ ਅੰਦਰ ਹਿਰਦੇ 'ਚ ਭਾਵਨਾ ਗੁਰੂ ਦੇ ਉੱਤੇ ਰੱਖੇ, ਬਸ ਇਹ ਮਨ ਕਰਕੇ ਪੂਜਾ ਹੁੰਦੀ ਹੈ। ਸਫਲੀ ਪੂਜਾ ਹੋਵਤ ਤਾਂ ਕਿ। ਉਹਦੀ ਪੂਜਾ ਸਫਲੀ ਹੁੰਦੀ ਹੈ ਜਿਹੜਾ ਆਪਣੇ ਗੁਰੂ ਨੂੰ ਵੱਡਾ ਰੱਖੇ ਮੰਨ ਕੇ। ਸਦਾ ਭਾਵਨੀ ਸੋ ਮਤ ਜਾਂਕੀ। ਸਦਾ ਭਾਵਨੀ ਦੇ ਵਿੱਚ ਜਿਹਦੀ ਮਤ ਭਿੱਜੀ ਰਹੇ, ਹਮੇਸ਼ਾ ਭਾਵਨਾ ਵਿੱਚ ਰਹੇ ਹਮੇਸ਼ਾ। ਦੋਹਰਾ ਛਠਵ ਨੇਵ ਨਿਜ ਗੁਰ ਸ਼ਬਦ ਤਾਂ ਕਿ ਜੇ ਅਨੁਸਾਰ। 6ਵਾਂ ਨੇਮ ਹੁੰਦਾ ਜਿਹੜਾ ਆਪਣੇ ਗੁਰੂ ਦਾ ਹੁੰਦਾ ਉਪਦੇਸ਼, ਉਹਦੇ ਅਨੁਸਾਰ ਬੰਦਾ ਆਪਣੀ ਮਤ ਨੂੰ ਢਾਲ ਕੇ ਚੱਲੇ। ਤਿਨਹੀ ਕੋ ਪੜ ਹੈ ਸੁਨੈ ਤਿਨ ਕੋ ਕਰਹਿ ਵਿਚਾਰ। ਆਪਣੇ ਗੁਰੂ ਦੀ ਬਾਣੀ ਨੂੰ ਹੀ ਪੜ੍ਹੇ, ਗੁਰੂ ਉਪਦੇਸ਼ ਨੂੰ ਹੀ ਪੜ੍ਹੇ ਭਾਈ, ਉਹਦੇ ਉੱਤੇ ਹੀ ਵਿਚਾਰ ਕਰੇ, ਇੱਧਰ ਉੱਧਰ ਨਾ ਭਟਕੇ। ਜੋ ਪਈ ਗੁਰੂ ਸਿਧਾਂਤ ਬਿਨਾ ਜੋ ਆਨਾ। ਗੁਰੂ ਦੇ ਸਿਧਾਂਤ ਤੋਂ ਬਿਨਾ ਹੋਰ ਜਿਹੜੀ ਕੋਈ ਹੋਰ ਗੱਲ ਹੈ, ਤਿਨ ਕੇ ਬਚਨ ਸੁਨੇ ਨਹਿ ਕਾਨਾ। ਉਹ ਆਮ ਬੰਦੇ ਨੂੰ ਉਹਨਾਂ ਦੀਆਂ ਆਮ ਗੱਲਾਂ ਬਾਹਰਲੀਆਂ ਨਹੀਂ ਸੁਣਨੀਆਂ ਚਾਹੀਦੀਆਂ। ਫਿਰ ਕਈ ਆ ਕੇ ਕਹਿਣਗੇ ਜੀ ਫਲਾਣੇ ਥਾਂ ਤਾਂ ਆਹ ਲਿਖਿਆ ਹੋਇਆ, ਉੱਥੇ ਤਾਂ ਐਂ ਲਿਖਿਆ ਭਜਨ ਕਰਨਾ, ਫਲਾਣੇ ਥਾਂ ਤਾਂ ਆਹ ਲਿਖਿਆ, ਫਲਾਣੇ ਥਾਂ ਆਹ ਲਿਖਿਆ।
ਐ ਤਾਂ ਤੁਸੀਂ 100 ਥਾਂ ਕਿਤਾਬਾਂ ਪੜ੍ਹ ਲਓ, ਉਹ 'ਚ ਅਲੱਗ-ਅਲੱਗ ਲਿਖਿਆ। ਜਿਹੜਾ ਕੁਝ ਗੁਰੂ ਗ੍ਰੰਥ ਸਾਹਿਬ ਲਿਖਿਆ ਆਪਾਂ ਤਾਂ ਉੱਥੇ ਹੀ ਖੜਨਾ ਬਸ। ਆਪਾਂ ਦੂਜੇ ਨੂੰ ਕਿਉਂ ਦੇਖਣਾ? ਉਹ ਹਰੇਕ ਸਕੂਲ ਦੇ, ਕਾਲਜ ਦੇ ਅਲੱਗ-ਅਲੱਗ ਕਾਨੂੰਨ ਹੁੰਦੇ ਨੇ। ਹੁਣ ਜੇ ਆਪਾਂ ਸਾਰੇ ਥਾਈਂ ਲੱਤਾਂ ਪਸਾਰ ਕੇ ਬਹਿ ਜਾਈਏ ਫੇਰ ਆਪਾਂ ਧਰਮ ਨਹੀਂ ਕਮਾ ਸਕਦੇ। ਬਸ ਆਪਣੇ ਮਾਲਕ ਦੇ ਮਗਰ ਹੀ ਲੱਗਣਾ ਹੈ। ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਬਣ ਜਾ ਰਿਹਾ। ਇਸ ਕਰਕੇ ਉਹ ਜਿਹੜਾ ਆਪਣੇ ਮਾਲਕ ਨੂੰ ਨਹੀਂ ਛੱਡਣਾ, ਦੂਜੇ ਦਾ ਪੜ੍ਹਨਾ ਨਹੀਂ ਕੁਛ। ਜਦੋਂ ਪੜ੍ਹ ਲੈਂਦੇ ਹੋ ਫਿਰ ਹੋਰ ਕੋਈ ਗੱਲ ਲਿਖੀ ਹੁੰਦੀ ਹੈ, ਫਿਰ ਜਿਗਿਆਸੂ ਸ਼ੰਕਾ 'ਚ ਪੈ ਜਾਂਦਾ, ਫਿਰ ਸ਼ੰਕਾ ਨਿਵਰਤ ਨਹੀਂ ਹੁੰਦੀ। ਇਸ ਕਰਕੇ ਇੱਕੋ ਗੁਰੂ ਕੀ ਬਾਣੀ ਨੂੰ ਪੜ੍ਹੀ ਜਾਵੇ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਸ ਇੱਕ ਗੁਰੂ ਕੀ ਬਾਣੀ ਪੜ੍ਹੀ ਜਾਵੇ, ਬਾਣੀ 'ਚੋਂ ਹੀ ਭਰੋਸਾ ਕਰਕੇ ਗੁਰਸਿੱਖ ਸਭ ਕੁਝ ਲੈ ਲੈਂਦਾ। ਸਪਤਮ ਪੜ੍ਹੈ ਸੁਣੈ ਜਿਹ ਰੀਤੀ। ਸੱਤਵੀਂ ਗੱਲ ਇਹ ਨੇਮ ਦੀ ਕਿ ਪੜ੍ਹੇ ਤਰੀਕੇ ਨਾਲ, ਜਿਸ ਤਰੀਕੇ ਨਾਲ ਫਿਰ ਸੁਣੇ ਢੰਗ ਦੇ ਨਾਲ ਪੜ੍ਹਦਾ ਹੈ, ਫਿਰ ਕੰਨਾਂ ਨਾਲ ਸੁਣੈ। ਵਰਤੈ ਤਿਹ ਅਨੁਸਾਰ ਸਭ ਪ੍ਰੀਤੀ। ਫਿਰ ਸਹਿਤ ਪ੍ਰੀਤੀ ਦੇ ਉਹਦੇ ਅਨੁਸਾਰ ਵਰਤਣਾ ਵੀ ਹੈ। ਇਹ ਨਹੀਂ ਕਿ ਪੜ੍ਹ ਲਿਆ ਤੇ ਸੁਣ ਲਿਆ, ਮੁੜ ਕੇ ਉਹ ਦੇਖਿਆ ਹੀ ਨਹੀਂ ਕੀ ਲਿਖਿਆ, ਮਨ ਮਰਜ਼ੀਆਂ ਨਹੀਂ ਕਰਨੀਆਂ। ਬਿਨਾ ਦੰਭ ਗੁਰ ਸ਼ਬਦ ਕਮਾਵਣ। ਫਿਰ ਬਿਨਾਂ ਪਖੰਡ ਤੋਂ ਗੁਰੂ ਦੇ ਉਪਦੇਸ਼ ਨੂੰ ਕਮਾਵੇ, ਸ਼ਬਦ ਦਾ ਅਭਿਆਸ ਕਰੇ, ਪਖੰਡਬਾਜ਼ੀ ਨਾ ਕਰੇ ਜ਼ਿਆਦਾ। ਕਰਹਿ ਸਦਾ ਹਵੈ ਤਨ ਸਪ੍ਰੀਤੀ ਤਨ ਮਨ ਪਾਵਨ। ਤਨ ਮਨ ਸਦਾ ਫਿਰ ਪਾਵਨ ਪਵਿੱਤਰ ਹੁੰਦਾ ਜੇ ਪ੍ਰੀਤ ਦੇ ਨਾਲ, ਪਿਆਰ ਨਾਲ, ਬਿਨਾਂ ਪਖੰਡ ਤੋਂ ਸ਼ਬਦ ਦੀ ਕਮਾਈ ਕਰੇ। ਅਸ਼ਟਮ ਬਿਰਤ ਸ਼ਾਂਤ ਕੀ ਰਾਖੈ। ਅੱਠਵੀਂ ਚੀਜ਼ ਹੈ ਨੇਮ। ਅੱਠਵਾਂ ਨੇਮ ਹੈ ਆਪਣੀ ਬਿਰਤੀ ਸ਼ਾਂਤ ਕੀ ਭਾਵ 'ਚ ਰੱਖੇ। ਨਿਵ ਚਲਣਾ ਮਧੁਰੀ ਮੁਖ ਭਾਖੇ। ਨਿਮ ਕੇ ਚੱਲੇ ਅਤੇ ਮਧੁਰੀ ਮੁਖ ਭਾਖੇ, ਮੂੰਹ 'ਚੋਂ ਮਿੱਠੀ ਬੋਲੀ ਬੋਲੇ, ਮਿਠਾਸ ਭਰਿਆ ਬਚਨ ਕਰੇ ਭਾਈ। ਨਾਭੋ ਨੇਮ ਪਾਠ ਜੋ ਕਰਨਾ। ਨੌਵਾਂ ਨੇਮ ਦੱਸਦੇ ਆ ਜਿਹੜਾ ਪਾਠ ਕਰਨਾ ਦੇਹ ਮਹਿ ਅਪਰਨ ਬਚਨ ਉਚਰਨਾ। ਇਹ ਨਹੀਂ ਪਾਠ ਕਰਦਿਆਂ ਹੋਰ ਗੱਲਾਂ ਵਿੱਚ ਕਰੀ ਜਾਵੇ, ਪਾਠ ਕਰਦਿਆਂ ਵਿੱਚ ਨਾ ਬੋਲੇ। ਬਾਣੀ ਦਾ ਸਤਿਕਾਰ ਇਹੀ ਹੁੰਦਾ। ਪਾਠ ਕਰਦਿਆਂ ਨੀਵਾਂ ਨਾ ਬੈਠੇ, ਦੂਜਾ ਮੰਜੇ ਤੇ ਆਪ ਥੱਲੇ ਬਹਿ ਗਿਆ। ਪਾਠ ਕਰਦਿਆਂ ਰੁਮਾਲਾ ਥੱਲੇ ਰੱਖੇ। ਪਾਠ ਕਰਦਿਆਂ ਗਲ 'ਚ ਪਰਨਾ ਪਾਵੇ। ਹੱਥ ਪੈਰ ਧੋ ਕੇ ਬੈਠੇ, ਇਸ਼ਨਾਨ ਕਰਕੇ ਬੈਠੇ। ਫਿਰ ਵਿੱਚ ਵਿੱਚ ਇੱਕ ਇੱਕ ਪੌੜੀ ਛੱਡ ਕੇ ਗੱਲਾਂ ਨਹੀਂ ਕਰਨੀਆਂ। ਬਿਨਾਂ ਬੋਲਿਆਂ ਹੀ ਨਿਤਨੇਮ ਹੋ ਜੇ, ਬਿਨਾਂ ਬੋਲਿਆਂ ਜਿੰਨੀ ਬਾਣੀ ਪੜ੍ਹੇ ਉਹ ਚੰਗੀ ਹੁੰਦੀ ਹੈ। ਦਸਵੇਂ ਹੋਮ ਅਗਨ ਜੋ ਕਰਹੀ। ਸੋ ਦਸਵੇਂ ਵਿੱਚ ਜਿਹੜਾ ਅੱਗ ਦੇ ਵਿੱਚ ਹੋਮ ਆਦਿਕ ਕਰਦਾ ਹੈ, ਸੁਰ ਪ੍ਰਸੰਨ ਹਿਤ ਮਨਸਾ ਧਰਹੀ। ਉਹ ਦੇਵ ਆਦਿਕ ਨੂੰ ਖੁਸ਼ ਕਰਦਾ। ਪਰ ਗੁਰਸਿੱਖ ਦੇ ਅਸੂਲਾਂ ਮੁਤਾਬਕ ਇੱਥੇ ਹੁਣ ਆ ਜਾਣਾ ਹੈ, ਜਿਹੜਾ ਹੈ ਆਪਣਾ ਦੇਗ ਆਦਿਕ ਬਣਾਉਣੀ ਆ। ਗੁਰਸਿੱਖ ਦੇ ਘਰੇ ਦੇਗ ਬਣੇ, ਦੇਗ ਬਣਨ ਦੇ ਨਾਲ ਹੀ ਸਾਰੀ ਖੁਸ਼ੀ ਮਿਲਦੀ ਹੈ। ਗੁਰਸਿੱਖ ਦੇਗ ਬਣਾ ਕੇ ਪ੍ਰਸੰਨਤਾ ਲੈਂਦਾ। ਗੁਰਸਿੱਖ ਲੰਗਰ ਬਣਾਵੇ, ਉਹੀ ਪ੍ਰਸੰਨਤਾ ਹੁੰਦੀ ਹੈ। ਇਹੀ ਹੋਮ ਹੈ ਜਿਹੜਾ ਭੁੱਖੇ ਦੇ ਮੂੰਹ 'ਚ ਰੋਟੀ ਪਾ ਦੇਣੀ, ਇਹੀ ਵੱਡਾ ਹੋਮ ਹੁੰਦਾ ਹੈ। ਸਿੱਖ ਸੁਦਾ ਤੁਰ ਕੇ ਮੁਖ ਪਾਵਨ। ਭੁੱਖੇ ਸਿੱਖ ਦੇ ਮੁਖ ਵਿੱਚ ਰੋਟੀ ਪਾਵੇ ਜਦੋਂ। ਬ੍ਰਹਮ ਹੋਮ ਇਹ ਭਲੋ ਸੁਹਾਵਨ। ਬਸ ਕਹਿੰਦੇ ਇਹੀ ਬ੍ਰਹਮ ਹੋਮ ਹੈ, ਸਾਰਿਆਂ ਨਾਲੋਂ ਵੱਡਾ ਇਹੀ ਬ੍ਰਹਮ ਭੋਜ ਹੈ ਕਿ ਪੰਜ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ। ਕਵੀ ਦੱਸਦੇ ਨੇ ਕਿ ਪਰਮੇਸ਼ਰ ਦੇ ਰਸਤੇ ਤੇ ਤੁਰਨ ਵਾਲੇ ਭੁੱਖੇ ਸਿੱਖ ਨੂੰ ਜੋ ਭੋਜਨ ਖਿਲਾਉਣਾ ਹੈ, ਇਹ ਦੇਵਤਿਆਂ ਨੂੰ ਪ੍ਰਸੰਨ ਕਰਨ ਨਿਮਿਤ ਅੱਗ ਵਿੱਚ ਹੋਮ ਕਰਨ ਨਾਲੋਂ ਜ਼ਿਆਦਾ ਵਧੀਆ। ਦਾਨ ਦਿਓ ਇਨਹੀ ਕੋ ਭਲੋ ਔਰ ਕੋ ਦਾਨ ਨਾ ਲਾਗਤ ਨੀਕੋ। ਮਹਾਰਾਜ ਕਹਿੰਦੇ ਦਾਨ ਕਰਨਾ ਤਾਂ ਗੁਰਸਿੱਖਾਂ ਨੂੰ ਕਰੇ, ਇਸ ਤਰ੍ਹਾਂ ਬਾਣੀ ਪੜ੍ਹਨ ਵਾਲਿਆਂ ਦੀ ਸੇਵਾ ਕਰੇ ਭਾਈ। ਵਾਹਿਗੁਰੂ ਕੋ ਕਰਹਿ ਉਚਾਰਾ। ਫਿਰ ਜਦੋਂ ਪ੍ਰਸ਼ਾਦਾ ਆਦਿਕ ਛਕਣਾ ਉਸ ਵਕਤ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਛਕੇ। ਤਾਂ ਪਾਸੇ ਮੁਖ ਪਾਏ ਆਹਾਰਾ। ਉਦੋਂ ਬਾਅਦ ਮੂੰਹ 'ਚ ਰੋਟੀ ਦੀ ਬੁਰਕੀ ਪਾਉਣੀ ਆ। ਇਹ ਨਹੀਂ ਗੱਲਾਂ ਕਰਦੇ ਕਰਦੇ ਰੋਟੀ ਤੋੜੀ ਤੇ ਸ਼ੁਰੂ ਵੀ ਕਰ ਲਈ, ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਸ਼ੁਰੂ ਕਰ ਲਈ ਰੋਟੀ। ਕਈ ਤਾਂ ਇਹੀ ਦੇਖੀਦਾ ਪ੍ਰਸ਼ਾਦਾ ਹਲੇ ਰੱਖਿਆ ਨਹੀਂ, ਸ਼ਲੋਕ ਪੜ੍ਹਿਆ ਨਹੀਂ, ਜਕਾਰਾ ਛੱਡਿਆ ਨਹੀਂ, ਕੋਈ ਸਤਨਾਮ ਵਾਹਿਗੁਰੂ ਨਹੀਂ, ਦੜਾ ਦੜ ਖਾਣਾ ਸ਼ੁਰੂ ਕਰ ਦਿੱਤਾ। ਇਹ ਗੁਰਸਿੱਖ ਦੇ ਕਾਨੂੰਨ ਨਹੀਂ ਹਨ ਵੀ ਇੱਕਦਮ ਰੋਟੀ ਖਾਣੀ ਸ਼ੁਰੂ ਕਰ ਦੇਵੇ। ਉਹ ਮਨਮੁਖਤਾ ਵਾਲੀ ਗੱਲ ਹੈ। ਪਹਿਲਾਂ ਆਪਣੇ ਗੁਰੂ ਨੂੰ ਧਿਆਵੇ, ਅੱਖਾਂ ਬੰਦ ਕਰੇ, ਧਿਆਨ ਧਰੇ ਗੁਰੂ ਗ੍ਰੰਥ ਸਾਹਿਬ ਦਾ। ਹੇ ਮਹਾਰਾਜ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਸੱਚੇ ਪਾਤਸ਼ਾਹ ਤੇਰਾ ਦਿੱਤਾ ਖਾ ਰਹੇ ਆ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤੇ ਠਾਕੁਰ ਕੋ ਰੱਖ ਮਨ ਮਾਹੇ। ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ। ਜਿਨੀ ਗੁਰੂ ਮਨਾਇਆ ਰਜ ਰਜ ਸਹੀ ਖਾਏ। ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹੰਮੇਵ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿੰਜਨ ਮਿਸਟਾਏ। ਇਹੀਆਂ ਜਿਹੀਆਂ ਪੰਕਤੀਆਂ ਹਮੇਸ਼ਾ ਯਾਦ ਕਰੇ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ, ਸਾਬਾਸ ਨਾਨਕ ਹੁਕਮ ਨ ਚੱਲਈ, ਨਾਲ ਖਸਮ ਚੱਲੈ ਅਰਦਾਸ। ਬਦਨ ਦੇਵਤਾ ਭਾਵਕ ਕਹੀਏ। ਤੋ ਇਸ ਤਰ੍ਹਾਂ ਹੁਣ ਅੱਗੇ ਉਹਦਾ ਵਿਸਥਾਰ ਕਰਦੇ ਨੇ। ਨਾਮ ਵਾਲੇ ਸ਼ੁੱਧਾ ਤੁਰ ਦੇ ਮੂੰਹ ਵਿੱਚ ਅਗਨੀ ਦੇਵਤਾ ਕਹੋ। ਅੱਗ ਨੂੰ ਦੇਵਤਿਆਂ ਦਾ ਮੂੰਹ ਕਹਿੰਦੇ ਨੇ। ਇਸ ਕਰਕੇ ਜਿਹੜਾ ਇਹੀ ਸਾਰਿਆਂ ਨਾਲੋਂ ਵੱਡਾ, ਕਿਉਂਕਿ ਹਲੇ ਰਾਜਾ ਜਿਸ ਮੱਤ ਵਿੱਚ ਉਹਦੇ ਵਿੱਚੋਂ ਕੱਢ ਕੇ ਉਹਨੂੰ ਸਿੱਖੀ ਵਾਲੇ ਪਾਸੇ ਲਾਉਣ ਕਰਕੇ ਉਹਨੂੰ ਇਹ ਚੀਜ਼ਾਂ ਦੱਸਣੀਆਂ ਨੇ। ਤਾਂ ਸਤਿਗੁਰੂ ਕਈ ਚੀਜ਼ਾਂ ਐਸੀਆਂ ਵਿੱਚ ਦੱਸ ਰਹੇ ਨੇ ਕਿ ਜਿਹੜਾ ਤੁਸੀਂ ਉਹ ਹੋਮ ਆਦਿਕ ਕਰਦੇ ਹੋ, ਉਹਦੇ ਨਾਲ ਗਰੀਬ ਨੂੰ ਰੋਟੀ ਖਵਾਵੇ। ਅੱਗ 'ਚ ਘਿਓ ਪਾਉਣ ਨਾਲ ਤੈਨੂੰ ਕੀ ਲਾਭ ਹੈ? ਉਹੀ ਕਿਸੇ ਗਰੀਬ ਦੇ ਮੂੰਹ 'ਚ ਪਾ। ਤਾਂ ਸਤਿਗੁਰੂ ਮਹਾਰਾਜ ਸਮਝਾ ਰਹੇ ਨੇ, ਸਰਬ ਸੁਰਨ ਕੀ ਜਿਹਵਾ ਲਹੀਏ। ਕਿਉਂਕਿ ਜਿਹੜਾ ਹੈ ਨਾ, ਅੱਗ ਸਾਰੇ ਦੇਵਤਿਆਂ ਦੀ ਜੀਭ ਸਮਝਣਾ ਕਰੋ। ਇਉਂ ਅੱਗ ਵਿੱਚ ਜਿਵੇਂ ਪਾਉਣੇ ਆ, ਇਉਂ ਗਰੀਬ ਦੇ ਮੂੰਹ 'ਚ ਹੀ ਪਾਓ। ਬ੍ਰਹਮ ਪ੍ਰਸੰਨ ਸੰਗ ਸੁਰ ਸਾਰੇ। ਹੁਣ ਜਦੋਂ ਬੰਦੇ ਦੇ ਅੰਦਰ ਹੀ ਤਾਂ ਪ੍ਰਮਾਤਮਾ ਬੈਠਾ, ਉਹਨੂੰ ਤਾਂ ਭੁੱਖ ਲੱਗੀ ਹੋਈ ਹੈ, ਤੇ ਤੁਸੀਂ ਅੱਗ 'ਚ ਘਿਓ ਪਾਈ ਜਾਂਦੇ ਹੋ, ਤੁਸੀਂ ਅੱਗ 'ਚ ਜਾਂ ਹੋਰ ਕਿਤੇ ਚੀਜ਼ਾਂ ਪਾਈ ਜਾਂਦੇ ਹੋ। ਉਹ ਵਿਚਾਰਾ ਭੁੱਖਾ ਮਰ ਰਿਹਾ। ਜਿਹਦੇ 'ਚ ਪ੍ਰਤੱਖ ਰੱਬ ਬੈਠਾ, ਉਹ ਬੰਦੇ ਦੇ ਮੂੰਹ 'ਚ ਰੋਟੀ ਪਾਓ। ਤਾਂ ਮਹਾਰਾਜ ਕਹਿੰਦੇ, ਜੇ ਹੁਣ ਉਹ ਬੰਦਾ ਖੁਸ਼ ਹੋ ਗਿਆ, ਆਤਮਾ ਖੁਸ਼, ਪ੍ਰਮਾਤਮਾ ਖੁਸ਼, ਬ੍ਰਹਮ ਖੁਸ਼ ਹੋ ਗਿਆ, ਇਉਂ ਭੁੱਖੇ ਨੂੰ ਰੋਟੀ ਦੇਣਾ ਸਾਡਾ ਕਾਨੂੰਨ ਹੈ। ਇਹ ਇਸ ਤਰ੍ਹਾਂ ਕੱਪੜਾ ਦੇਣਾ ਸਾਡਾ ਅਸੂਲ ਹੈ। ਇਉਂ ਤੂੰ ਭੁੱਖਿਆਂ ਨੂੰ ਰੋਟੀ ਖਵਾ, ਲੰਗਰ ਲਾ ਕੇ। ਤ੍ਰਿਪਤ ਹੋਤ ਹਰ ਨਾਮ ਉਚਾਰੇ। ਫਿਰ ਉਸ ਵਕਤ ਤ੍ਰਿਪਤ ਹੋ ਕਰਕੇ ਨਾ ਨਾਮ ਦੀ ਉਚਾਰਨਾ ਕਰੇ। ਸ਼ੁੱਧਾਤਰ ਦੀ ਜੀਵ ਨੇ ਆਹੂਤੀ ਲਈ ਆ ਅੰਨ ਦੀ। ਨਾਮ ਉਚਾਰ ਕੇ, ਹਰੀ ਨਾਮ ਦੇ ਉਚਾਰਨ ਨਾਲ ਬ੍ਰਹਮ ਪ੍ਰਸੰਨ ਹੁੰਦਾ। ਬ੍ਰਹਮ ਪ੍ਰਸੰਨ ਹੋਣ ਨਾਲ ਸਾਰੇ ਦੇਵਤੇ ਸੁਤੇ ਸਿੱਧੀ ਤ੍ਰਿਪਤ ਹੁੰਦੇ ਨੇ। ਸਾਰੇ ਦੇਵਤੇ ਤਾਂ ਸਰੀਰ ਵਿੱਚ ਹੀ ਬੈਠੇ ਨੇ। ਇਸ ਕਰਕੇ ਉਹ ਦੇਵਤੇ ਕਿਤੇ ਬਾਹਰ ਥੋੜੀ ਨੇ। ਉਹ ਹੁੰਦੇ ਅਸਲ ਵਿੱਚ ਦੇਵ ਰੂਪ ਹੋ ਕੇ, ਜਿਵੇਂ ਜਲ ਦੇਵ। ਜਲ ਆਪਣੀ ਜ਼ੁਬਾਨ ਦੇ ਉੱਤੇ ਹੀ ਹੈ। ਅੱਖਾਂ ਜਿਹੜੀਆਂ ਇਸੇ ਪ੍ਰਕਾਰ ਕੰਨ ਨੇ, ਇਹ ਸਾਰੀਆਂ ਡਿਊਟੀਆਂ ਲੱਗੀਆਂ। ਬੁੱਧੀ ਤੇ ਸ੍ਰਿਸ਼ਟੀ ਬੈਠੀ ਹੁੰਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਕ ਮਨੁੱਖ ਸੰਪੂਰਨ ਰੂਪ ਵਿੱਚ ਜਦੋਂ ਸ਼ੁੱਧ ਹੋ ਜਾਂਦਾ ਤਾਂ ਪਰਮਾਤਮਾ ਰੂਪ ਹੀ ਹੋ ਜਾਂਦਾ। ਇਸ ਕਰਕੇ ਤੁਸੀਂ ਇਹ ਸਮਝ ਕੇ ਕਿ ਸਾਰਿਆਂ ਵਿੱਚ ਪਰਮਾਤਮਾ ਹੀ ਬੈਠਾ। ਹੋਰ ਭਗਤ ਨਾਮਦੇਵ ਜੀ ਲੈ ਕੇ ਜਿਉਂ ਦੌੜੇ, ਦੇਸੀ ਘਿਓ ਵਾਲੇ ਕੁੱਜੀ ਜੀ, ਉਹ ਮਹਾਰਾਜ ਰੋਟੀ ਨੂੰ ਘਿਓ ਲਾ ਕੇ ਖਾਇਓ। ਕੁੱਤਾ ਰੋਟੀ ਲੈ ਕੇ ਦੌੜ ਗਿਆ ਕਿ ਮਹਾਰਾਜ ਰੋਟੀ ਨੂੰ ਘਿਓ ਲਾ ਲਓ ਜੀ। ਉਹ ਵਿਚਾਰਾ ਕੁੱਤਾ ਹੱਫ ਕੇ ਖੜ ਗਿਆ। ਉੱਥੇ ਪ੍ਰਗਟ ਹੋ ਗਏ ਪਰਮਾਤਮਾ। ਉਹ ਨਾਮਦੇਵ ਕਿਤੇ ਛੱਡ ਵੀ ਦਿਆ ਕਰ ਮੈਨੂੰ, ਤੂੰ ਸਾਰੇ ਥਾਈਂ ਦੇਖਦਾ ਰਹਿਣਾ। ਕਹਿੰਦੇ ਫਿਰ ਤੁਸੀਂ ਕਹਿ ਦਿਓ ਮੈਂ ਕੁੱਕਰ ਦੇ ਵਿੱਚ ਨਹੀਂ, ਮੈਂ ਦੇਖਣਾ ਛੱਡ ਦਿੰਦਾ। ਉਹ ਕਹਿੰਦੇ ਮੈਂ ਤਾਂ ਸਾਰਿਆਂ ਥਾਵਾਂ ਦੇ, ਕਹਿੰਦੇ ਫਿਰ ਮੈਂ ਕਿਉਂ ਛੱਡਾਂ ਦੇਖਣਾ? ਆ ਘਿਓ ਤਾਂ ਲਾ ਲੈਂਦੇ, ਤੁਸੀਂ ਤਾਂ ਸੁੱਕੀ ਰੋਟੀ ਚੱਕ ਕੇ ਦੌੜੇ ਆਏ ਆ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਜੀਵਾਂ ਦੇ ਅੰਦਰ ਪਰਮਾਤਮਾ। ਤੁਸੀਂ ਪਰਮਾਤਮਾ ਨੂੰ ਐਵੇਂ ਹੋਰ ਹੀ ਢੰਗਾਂ ਨਾਲ ਲੱਭੀ ਜਾਂਦੇ ਹੋ। ਸ੍ਰਿਸ਼ਟੀ ਵਿੱਚ ਪਰਮਾਤਮਾ, ਇਹ ਜੀਵਾਂ ਪੰਛੀਆਂ ਵਿੱਚ ਪਰਮਾਤਮਾ, ਦਰਖਤਾਂ ਵਿੱਚ ਪਰਮਾਤਮਾ। ਦਰਖਤਾਂ ਦੀ ਸੇਵਾ ਕਰੋ, ਮਦਰ ਨੇਚਰ ਨੂੰ ਖਰਾਬ ਕਰੀ ਜਾਂਦੇ ਹੋ ਐਵੇਂ। ਉਹ ਤਾਈਓ ਸੁਨਾਮੀ ਲਹਿਰਾਂ 'ਚ ਇੰਨਾ ਨੁਕਸਾਨ ਹੋਇਆ। ਸਮੁੰਦਰ ਦੇ ਕਿਨਾਰਿਓਂ ਸਾਰੇ ਦਰਖਤ ਵੱਢਤੇ। ਜੋ ਦਰਖਤ ਕੁਦਰਤ ਵੱਲੋਂ ਹੀ ਲਾਏ ਹੋਏ ਸੀ, 2-2 ਕਿਲੋਮੀਟਰ ਤੱਕ, 4-4 ਮੀਲਾਂ ਤੱਕ ਜੰਗਲ ਸਮੁੰਦਰ ਕਿਨਾਰੇ ਤਾਈਓ ਹੁੰਦਾ ਕਿ ਉਹਦੇ ਨਾਲ ਫੇਰ ਨਾ ਲਹਿਰਾਂ ਜਿਹੜੀਆਂ ਛੇਤੀ ਅਸਰ ਨਹੀਂ ਕਰਦੀਆਂ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ ਨੇ। ਦੋਹਰਾ ਤ੍ਰੈਤੀ ਹੋਮ ਹੈ ਗਿਆਨ ਕਾ, ਰਸ ਰਖੀਕ ਕੇ ਦਰਬ। ਹੁਣ ਤੀਸਰਾ ਹੋਮ ਹੈ ਗਿਆਨ ਦਾ। ਇੰਦਰੇ ਰਸਾਂ ਦੇ ਵੇਗ ਜਿਹੜੇ ਨੇ ਨਾ, ਉਹ ਇੰਦਰੇ ਰਸਾਂ ਦੇ ਪਦਾਰਥ ਜਿਹੜੇ ਨੇ, ਇਸ ਪ੍ਰਕਾਰ ਇਹ ਤੀਸਰਾ ਗਿਆਨ ਹੈ। ਗਿਆਨ ਜਿਹੜਾ ਹੈ ਤੀਸਰਾ, ਉਹ ਇਸ ਥਾਂ ਦੇ ਉੱਤੇ ਦੱਸਿਆ ਹੈ। ਗਿਆਨ ਅਗਨ ਮੈਂ ਹੋਮਹਿ, ਤਨ ਹੰਤਾਦਿਕ ਸਰਬ। ਕਿਉਂਕਿ ਜਿਵੇਂ ਆਪਾਂ ਅੱਗ ਦੇ ਵਿੱਚ ਘਿਓ ਪਾਉਨੇ ਆ, ਉਹ ਹੋਮ ਹੁੰਦਾ। ਗਰੀਬ ਦੇ ਮੂੰਹ ਰੋਟੀ ਪਾਉਣੀ ਜਾਂ ਰੱਬ ਦੇਖ ਕੇ ਸਾਰਿਆਂ ਰੋਟੀ ਦੇਣੀ, ਇਹ ਵੀ ਇੱਕ ਹੋਮ ਹੁੰਦਾ। ਇੱਕ ਹੁੰਦਾ ਗਿਆਨ, ਤੇ ਗਿਆਨ ਦੇ ਨਾਲ ਆਪਾਂ ਕੀ ਕਰਨਾ ਹੈ? ਤੋ ਗਿਆਨ ਅਗਨ ਮੈਂ ਹੋਮ ਹੀ, ਤਨ ਹੰਤਾਦਿਕ ਸਰਬ। ਗਿਆਨ ਦੀ ਅਗਨੀ ਪੈਦਾ ਕਰਕੇ ਉਹਦੇ ਵਿੱਚ ਸਰੀਰ ਦੀ ਹੰਗਤਾ ਦਾ ਜਿਹੜਾ ਪਾ ਕੇ, ਜਿਵੇਂ ਅੱਗ ਦੇ ਵਿੱਚ ਘਿਓ ਪਾ ਕੇ ਸਾੜ ਦਿੱਤਾ, ਜਾਂ ਰੋਟੀ ਮੂੰਹ 'ਚ ਪਾ ਕੇ ਬ੍ਰਹਮ ਦੀ ਪੂਜਾ ਕਰ ਲਈ, ਰੋਟੀ ਖਵਾਤੀ ਬੰਦਿਆਂ ਨੂੰ। ਇਸੇ ਤਰ੍ਹਾਂ ਗਿਆਨ ਨੂੰ ਪੈਦਾ ਕਰਕੇ ਉਹਦੇ 'ਚ ਹੰਕਾਰ ਪਾ ਕੇ ਸਾੜ ਦੇਣਾ, ਇਹ ਸਾਰਿਆਂ ਨਾਲੋਂ ਵੱਡਾ ਹੋਮ ਹੁੰਦਾ ਹੈ। ਹਉਮੈ, ਹੰਗਤਾ, ਮਮਤਾ ਸਭ ਸਾੜ ਕੇ ਵੱਡਾ ਹੋਮ ਕਰੋ।
ਜੋ ਪਈ 10 ਪ੍ਰਕਾਰ ਹੀ ਨੇਮ ਗਨਾਵਾ। ਇਹ 10 ਪ੍ਰਕਾਰ ਦਾ ਨੇਮ ਤੁਹਾਨੂੰ ਗਣਵਾਉਣਾ ਕੀਤਾ ਹੈ। ਕਸ਼ਟ ਜੋਗ ਦੁਤ ਅੰਗ ਸੁਹਾਵਾ। ਇਹ ਕਸ਼ਟ ਯੋਗ ਜਿਹੜਾ ਹੈ ਦੂਸਰਾ ਅੰਗ ਸੋਭਨੀਕ ਹੋਇਆ। ਅੰਗ ਤੀਸਰੇ ਦੇਸ ਅਕੰਤੇ। ਹੁਣ ਤੀਸਰਾ ਅੰਗ ਹੈ ਇਕਾਂਤ ਦੇਸ਼ ਵਿੱਚ ਜਿਹੜਾ ਵਾਸਾ ਕਰਨਾ ਹੈ। ਤੋ ਇਹ ਯੋਗ ਦਰਸ਼ਨ ਵਿੱਚ ਇੱਕ ਅੰਗ ਹੈ ਪ੍ਰਤਿਹਾਰ, ਪੰਜਵੇਂ ਥਾਂ ਤੇ ਹੈ। ਸੋ ਜੋ ਇੱਥੇ ਨਹੀਂ ਲਿਖਿਆ ਉਹਦੀ ਥਾਵੇਂ ਇਕਾਂਤ ਦੇਸ਼ ਇੱਕ ਅੰਗ ਆਪ ਨੇ ਇੱਥੇ ਤੀਸਰੇ ਥਾਂ ਦਿੱਤਾ। ਇਹ ਵੰਡ ਪ੍ਰਾਣ ਆਦਿ ਜਾਂ ਹੋਰ ਯੋਗ ਗ੍ਰੰਥ ਅਨੁਸਾਰ ਹੈ। ਨਰ ਬਚਾ ਸੁਣੀਏ ਨਾਤ ਹੈ ਬਸੰਤੇ। ਸੋ ਇਸ ਕਰਕੇ ਕਹਿੰਦੇ ਅੰਗ ਤੀਸਰੇ ਦੇਸ਼ ਕੰਤੇ, ਇਕਾਂਤ ਦੇਸ਼ 'ਚ ਵਾਸਾ ਕਰਨਾ ਇਹ ਤੀਸਰਾ ਅੰਗ ਹੈ। ਨਰ ਬਚ ਸੁਣਿਆ ਨਾ ਤਹਾਂ ਬਸੰਤੇ। ਪੁਰਸ਼ਾਂ ਦੇ ਜਿੱਥੇ ਬਚਨ ਸੁਣਾਈ ਨਾ ਦੇਣ, ਭਗਤੀ ਉੱਥੇ ਬਹਿ ਕੇ ਕਰੇ, ਗੱਲਾਂ ਨਾ ਸੁਣਨ, ਜਿੱਥੇ ਇਕਾਂਤ ਵਾਸਾ ਕਰੇ। ਚੌਥੇ ਅੰਗ ਯੋਗ ਕਾ ਆਸਨ। ਚੌਥਾ ਅੰਗ ਹੈ ਯੋਗ ਦਾ ਆਸਣ ਕਰਨਾ। ਚੌਥਾ ਅੰਗ ਦੱਸਦੇ ਆ। ਹੁਣ ਇਹ ਕੁਐਸਚਨ ਉੱਠ ਜਾਂਦਾ ਕਿ ਇਕਾਂਤ ਕਿੱਥੇ ਬੈਠੇ, ਉਹਦੇ ਲਈ ਅੰਮ੍ਰਿਤ ਵੇਲਾ। ਫਿਰ ਅੰਮ੍ਰਿਤ ਵੇਲੇ ਬਿਲਕੁਲ ਸ਼ਾਂਤਮਈ ਸਮਾਂ ਹੁੰਦਾ। ਇਉਂ ਕਹਿੰਦੇ ਇਕਾਂਤ ਵਾਸਾ। ਇੱਥੇ ਤਾਂ ਵੈਸੇ ਹੀ ਇਕਾਂਤ ਹੈ, ਚਾਰੇ ਪਾਸੇ ਬਾਰੀਆਂ ਬੰਦ ਨੇ, ਕਿਤੇ ਹੌਰਨ ਵੱਜਣਾ ਨਹੀਂ, ਰੌਲਾ ਪੈਣਾ ਨਹੀਂ, ਬਸ ਫੋਨ ਹੀ ਬੰਦ ਕਰਨਾ ਹੁੰਦਾ ਜ਼ਿਆਦਾ। ਫਿਰ ਇਕਾਂਤ ਹੀ ਇਕਾਂਤ ਹੈ। ਵੇਦ ਜੁਗੀਸਰ ਕਰਹੀ ਭਾਸਨ। ਵੇਦ ਅਤੇ ਜੋਗੀਸ਼ਰ ਲੋਕ ਇਹੀ ਬਚਨ ਕਰਦੇ ਨੇ, ਉਪਦੇਸ਼ ਦਿੰਦੇ। ਚੌਥੇ ਅੰਗ ਯੋਗ ਕਾ ਆਸਣ, ਯੋਗ ਦੇ ਆਸਣ ਲਾਉਣੇ। ਜੇਤੇ ਜੀਵ ਜਗਤ ਮਹਿ ਜਾਨਹੁ। ਹੁਣ ਇਹ ਸੁਣੋ ਆਪਾਂ ਨੇ ਕਿਵੇਂ ਲਾਉਣੇ। ਜਿੰਨੇ ਜਗਤ ਵਿੱਚ ਜੀਵ ਨੇ ਰੱਬ ਦੇ, ਆਸਨ ਤੇਤੇ ਹੀ ਪਰਮਾਨਹੁ। ਉਹਨੇ ਹੀ ਆਸਣ ਹਨ ਸੰਸਾਰ ਦੇ ਵਿੱਚ। ਤਿੰਤੇ ਯੁਗਮ ਸਰੋਮਨ ਬੀਨੈ। ਉਹਨਾਂ ਵਿੱਚੋਂ ਯੁਗਮ ਜਿਹੜੇ ਨੇ 2 ਆਸਣ ਵਿਸ਼ੇਸ਼ ਕਰਕੇ ਚੁਣੇ ਗਏ ਨੇ। ਮਹਾਪੁਰਖ ਹਿਤ ਕਰ ਸੋ ਲੀਨੈ। ਮਹਾਪੁਰਖ ਪ੍ਰੇਮ ਨਾਲ ਉਸ ਆਸਣ ਨੂੰ ਲਾਉਂਦੇ ਨੇ। ਸਿੱਧ ਆਸਨ ਪਦਮਾਸਨ 2। ਇੱਕ ਤਾਂ ਹੁੰਦਾ ਸਿੱਧ ਆਸਣ, ਇੱਕ ਹੁੰਦਾ ਪਦਮ ਆਸਣ, ਦੋਵੇਂ। ਤਿਨ ਹੈ ਜੇ ਲੱਛਣ ਸੁਣੀਏ ਸੋ। ਉਹਨਾਂ ਦੇ ਲੱਛਣ ਜਿਹੜੇ ਨੇ ਉਹ ਹੁਣ ਸੁਣਨਾ ਕਰੋ ਇਸ ਤਰੀਕੇ ਨਾਲ। ਸੋਹਣੇ ਲੱਛਣ ਕੱਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸਣਗੇ। ਸ਼ਾਮ ਨੂੰ ਸਰਵਣ ਕਰਾਂਗੇ ਕੱਲ ਨੂੰ, ਕਿਉਂਕਿ ਸਮਾਂ ਸਮਾਪਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੰਨਾ ਉਪਦੇਸ਼ ਦਿੱਤਾ, ਅਤੀ ਸੁੰਦਰ ਸੁੰਦਰ ਉਪਦੇਸ਼ ਮਹਾਰਾਜ ਨੇ ਰਾਜੇ ਸ਼ਿਵਨਾਭ ਨੂੰ ਕੀਤਾ, ਆਪਾਂ ਨੂੰ ਦੱਸਿਆ। ਜੇ ਇਹ ਸਾਰੇ ਅਸੂਲ ਆ ਜਾਣ ਆਪਣੇ ਅੰਦਰ, ਉਹ ਖਾਲਸਾ, ਉਹਨੂੰ ਕਹਿੰਦੇ ਖਾਲਸਾ, ਗੁਰਮੁਖ ਪਿਆਰਾ। ਆਪਾਂ ਉਵੇਂ ਕਹਿੰਦੇ ਆਓ ਜੀ ਖਾਲਸਾ ਜੀ, ਆਓ ਗੁਰਮੁਖ ਪਿਆਰਿਓ ਜੀ। ਉਹ 'ਚ ਇੰਨੇ ਲੱਛਣ ਹੁੰਦੇ ਨੇ ਕਿਤੇ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹ ਖਾਲਸਾ ਜਿਹਦੇ 'ਚ ਇੰਨੀਆਂ ਚੀਜ਼ਾਂ, ਇੰਨੇ ਸ਼ੁਭ ਗੁਣ ਹੋਣ ਤਾਂ ਸਤਿਗੁਰੂ ਬਹੁਤਾ ਪਿਆਰ ਕਰਦੇ ਵੀ ਇਹ ਮੇਰੇ ਗੁਰਸਿੱਖ ਨੇ ਸਭ ਕੁਝ ਕਮਾਇਆ। ਬੜੀ ਡੂੰਘੀ ਹੈ ਸਿੱਖੀ, ਕਹਿ ਦੇਣਾ ਮੈਂ ਸਿੱਖਾਂ। ਸਿੱਖ ਤਾਂ ਬਹੁਤ ਉੱਚੀ ਗੱਲ ਹੈ। ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਹੇ। ਅਏ ਕਿਤੇ ਸਿੱਖ ਦੀ ਧੂੜ ਮਿਲ ਜੇ ਸਾਨੂੰ ਤਾਂ ਅਸੀਂ ਤਾਂ ਉਹਦੇ ਨਾਲ ਹੀ ਤਰ ਜਾਣਾ। ਸਿੱਖ ਬਣਨਾ ਤਾਂ ਬਹੁਤ ਵੱਡੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕੋਲ ਫਿਰ ਵੀ ਮੰਗੀਏ, ਮਹਾਰਾਜ ਸਾਨੂੰ ਸਿੱਖੀ ਬਖਸ਼ੋ ਜੀ, ਨਾਮ ਦੀ ਦਾਤ ਬਖਸ਼ੋ ਜੀ।